हाँ जी सो आप स्टार्ट करते हैं अपना अज का टॉपिक। उस दिन ना अपना टॉपिक स्किप हो गया सी, इस करके आप इन्हूं दोबारा ही शुरू तो ही करांगे। एंड सो आप अज सब तो पहला पार्ट जिहड़ा ना अपना वो आ मुगल एंपरर का, जिहड़ा मुगल एंपरर अकबर सी ना, ਉਹਦਾ जो सिस्टम ਚੱਲਦਾ ਸੀਗਾ ਜਾਂ ਉਹਦਾ ਐਡਮਿਨਿਸਟ੍ਰੇਸ਼ਨ ਸੀ, ਉਹਦਾ जो ਪ੍ਰਸ਼ਾਸਨ ਸੀ ਨਾ, ਅੱਜ ਅਸੀਂ ਉਹਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਮੈਂ ਉਹਦੇ ਬਾਰੇ ਪੜ੍ਹਾਉਣਾ ਕੀ ਹੈ, ਦੇਖੋ ਇੱਕ ਤਾਂ ਉਹਨੇ ਬੇਸਿਕਲੀ ਬੰਦੋਬਸਤ ਸਿਸਟਮ ਸ਼ੁਰੂ ਕੀਤਾ ਸੀਗਾ, ਜਿਹਨੂੰ ਆਪਾਂ ਜਪਤੀ ਸਿਸਟਮ ਵੀ ਕਹਿ ਦਿੰਦੇ, ਬੰਦੋਬਸਤ ਦਸ਼ਾਲਾ ਸਿਸਟਮ। ਇਹ ਸਿਸਟਮ ਉਹਦੇ ਲੈਂਡ ਰੈਵਨਿਊ ਨਾਲ ਐਸੋਸੀਏਟਡ ਆ। ਇੱਕ ਉਹਦਾ ਮਿਲਟਰੀ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਸੀ ਮਨਸਬਦਾਰੀ, ਜਿਹੜਾ ਉਹਨੇ ਮੰਗੋਲੀਆ ਤੋਂ ਲਿਆ ਸੀਗਾ। ਉਸ ਤੋਂ ਬਾਅਦ ਉਹਦਾ ਸੈਂਟਰਲ ਤੇ ਪ੍ਰੋਵਿੰਸ਼ੀਅਲ ਮਤਲਬ ਕਿ ਕੇਂਦਰੀ ਤੇ ਸੂਬਿਆਂ ਦਾ ਜਿਹੜਾ ਉਹਦਾ ਸਿਸਟਮ ਸੀਗਾ ਉਹ ਸੀਗਾ ਉਹਦੇ 'ਚ। ਮੈਂ ਹੁਣ ਤੱਕ ਆਪਾਂ ਕੀ ਕਵਰ ਕੀਤਾ ਹੈ, ਸਭ ਤੋਂ ਪਹਿਲਾਂ ਮੈਂ ਦੱਸਿਆ ਕਿ ਬਾਬਰ ਤੋਂ ਲੈ ਕੇ ਸ਼ੇਰਸ਼ਾਹ ਸੂਰੀ ਤੱਕ ਰਾਜੇ ਕਿਸ ਤਰੀਕੇ ਦੇ ਰਹੇ ਆ। ਠੀਕ ਹੈ, ਮਤਲਬ ਬਾਬਰ ਦਾ ਰਾਜ ਭਾਗ ਕਿਸ ਤਰੀਕੇ ਦਾ ਸੀਗਾ ਤੇ ਸ਼ੇਰਸ਼ਾਹ ਸੂਰੀ ਦਾ ਕੀ ਸਿਸਟਮ ਸੀ। ਉਸ ਤੋਂ ਬਾਬਰ ਤੋਂ ਲੈ ਕੇ ਹਮਾਯੂ, ਹਮਾਯੂ ਤੇ ਸ਼ੇਰਸ਼ਾਹ ਸੂਰੀ। ਤੇ ਮੈਂ ਦੱਸਿਆ ਵੀ ਹੈ ਕਿ ਸ਼ੇਰਸ਼ਾਹ ਸੂਰੀ ਮੁਗਲ ਨਹੀਂ ਸੀਗਾ, ਬਾਕੀ ਦੋਵੇਂ ਮੁਗਲ ਸੀ। ਉਸ ਤੋਂ ਬਾਅਦ ਦੁਬਾਰਾ ਫਿਰ ਹਮਾਯੂ 1 ਸਾਲ ਵਾਸਤੇ ਆਇਆ। ਤਾਂ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਰਾਜ ਜਿਹੜਾ ਕੀਤਾ ਸੀਗਾ ਉਹ ਕੀਤਾ ਸੀਗਾ ਬਾਬਰ ਨੇ। ਬਾਬਰ ਤੋਂ ਬਾਅਦ ਹਮਾਯੂ, ਹਮਾਯੂ ਤੋਂ ਬਾਅਦ ਸ਼ੇਰਸ਼ਾਹ ਸੂਰੀ ਜਿਹੜਾ ਸੀਗਾ ਉਹਦੇ 15 ਸਾਲ ਕੱਢ ਦੋ। ਅਗਲਾ ਰਾਜਾ ਕੌਣ ਸੀ? ਮੁਗਲ ਐਂਪਰਰ ਅਕਬਰ। ਤੇ ਅਕਬਰ ਤੋਂ ਬਾਅਦ ਆਊਗਾ ਜਹਾਂਗੀਰ, ਜਹਾਂਗੀਰ ਤੋਂ ਬਾਅਦ ਸ਼ਾਹਜਹਾਨ, ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ। ਦੀਜ਼ ਆਰ ਸਟਰੋਂਗ ਮੁਗਲਸ, ਜਾਂ ਇਹ ਤਾਕਤਵਰ ਮੁਗਲ ਸੀਗੇ, ਇਹ ਸ਼ੁਰੂ ਵਾਲੇ ਮੁਗਲ ਸੀਗੇ। ਦੀਜ਼ ਆਰ ਗ੍ਰੇਟ ਮੁਗਲਸ, ਇਹ ਵੱਡੇ ਮੁਗਲ ਸੀਗੇ ਜਿਨ੍ਹਾਂ ਨੇ ਭਾਰਤ ਤੇ ਸ਼ਾਸਨ ਕੀਤਾ। ਅਕਬਰ ਬਾਰੇ ਹਰ ਰਾਜੇ ਦੀਆਂ ਦੋ ਗੱਲਾਂ ਖਾਸੀਅਤਾਂ ਨੇ। ਹਰ ਰਾਜੇ ਦਾ ਇੱਕ ਤਾਂ ਲੜਾਈਆਂ, ਉਹਦੀਆਂ ਅਨੈਕਸੇਸ਼ਨਸ, ਕਨਕੁਐਸਟ ਮਤਲਬ ਕਿ ਉਹਦੇ ਕਬਜ਼ੇ ਤੇ ਉਹਦੀਆਂ ਲੜਾਈਆਂ। ਦੂਜਾ ਹਿੱਸਾ ਸੀ ਉਹਦਾ ਐਡਮਿਨਿਸਟ੍ਰੇਸ਼ਨ। ਐਡਮਿਨਿਸਟ੍ਰੇਸ਼ਨ ਹੀ ਇੰਪੋਰਟੈਂਟ ਪੱਖ ਆ। ਬਾਬਰ ਤੇ ਹਮਾਯੂ ਕਦੇ ਵੀ ਇੰਨੇ ਇੰਪੋਰਟੈਂਟ ਰਾਜੇ ਨਹੀਂ ਰਹੇ। ਅਕਬਰ ਦਾ ਵੀ ਰਾਜ ਦੇ ਦੋ ਹਿੱਸੇ ਪੜ੍ਹੇ ਜਾ ਸਕਦੇ ਆ, ਇੱਕ ਉਹਦਾ ਐਡਮਿਨਿਸਟ੍ਰੇਸ਼ਨ ਤੇ ਇੱਕ ਅਕਬਰ ਦਾ ਦੂਸਰਾ ਪੱਖ ਕਿ ਉਹਦੀਆਂ ਲੜਾਈਆਂ, ਉਹਦੇ ਕਬਜ਼ੇ, ਜਿਹੜਾ ਕਿ ਇੰਨਾ ਇੰਪੋਰਟੈਂਟ ਪਾਰਟ ਨਹੀਂਗਾ ਤੇ ਉਹਨੂੰ ਅਸੀਂ ਆਲਰੇਡੀ ਇੱਕ ਲੈਕਚਰ 'ਚ ਕਵਰ ਕਰ ਚੁੱਕੇ ਹਾਂ। ਅੱਜ ਉਹਦਾ ਅਕਬਰ ਦਾ ਇੰਪੋਰਟੈਂਟ ਵਾਲਾ ਪਾਰਟ ਕਰਨਾ ਹੈ। ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਰਾਜੇ ਬਹੁਤ ਇੰਪੋਰਟੈਂਟ ਆ। ਉਹਦੀ ਵਜ੍ਹਾ ਹੈ ਇੱਥੋਂ ਲੈ ਕੇ ਇੱਥੋਂ ਤੱਕ ਇੱਕ ਤਾਂ ਆਰਕੀਟੈਕਚਰ ਜਾਣੀ ਕਿ ਵਸਤੂ ਕਲਾ ਬੜੇ ਪੀਕ ਤੇ ਰਹੀ ਹੈ, ਪੇਂਟਿੰਗਸ, ਲਿਟਰੇਚਰ ਬੜਾ ਪੀਕ ਤੇ ਰਿਹਾ ਹੈ। ਤੇ ਇਹਦੇ ਅੰਦਰ ਹੀ ਸਾਨੂੰ ਅਕਬਰ ਨੂੰ ਸਮਝ ਲਿਆ ਤੇ ਪੂਰੇ ਮੁਗਲ ਐਡਮਿਨਿਸਟ੍ਰੇਸ਼ਨ ਨੂੰ ਸਮਝ ਲਿਆ, ਕਿਉਂਕਿ ਅਕਬਰ ਦਾ ਮੁਗਲ ਐਡਮਿਨਿਸਟ੍ਰੇਸ਼ਨ ਅੱਗੇ ਜਹਾਂਗੀਰ ਤੱਕ ਛੱਡੋ, ਆਪਣੇ ਔਰੰਗਜ਼ੇਬ ਤੱਕ ਛੱਡੋ, ਲਾਸਟ 1857 ਤੱਕ ਬਹਾਦਰ ਸ਼ਾਹ ਤੱਕ ਦੇ ਰਾਜੇ ਨੇ ਵੀ ਤੋੜਿਆ ਨਹੀਂ। ਇਸ ਕਰਕੇ ਜਿਹੜਾ ਮੈਂ ਅਕਬਰ ਦਾ ਐਡਮਿਨਿਸਟ੍ਰੇਸ਼ਨ ਪੜ੍ਹਾਉਣ ਲੱਗਿਆ ਨਾ ਅੱਜ, ਉਹ ਅਕਬਰ ਦਾ ਐਡਮਿਨਿਸਟ੍ਰੇਸ਼ਨ ਨਹੀਂਗਾ, ਉਹ ਪੂਰੇ ਦੇ ਪੂਰੇ ਮੁਗਲ ਅੰਪਾਇਰ ਦਾ ਐਡਮਿਨਿਸਟ੍ਰੇਸ਼ਨ ਰਹੂਗਾ। ਪਹਿਲੇ ਦੋ ਰਾਜਿਆਂ ਨੂੰ ਤਾਂ ਐਡਮਿਨਿਸਟ੍ਰੇਸ਼ਨ ਦਾ ਮੌਕਾ ਹੀ ਨਹੀਂ ਮਿਲਿਆ, ਬਾਬਰ ਨੂੰ ਤੇ ਹਮਾਯੂ ਨੂੰ। ਵਜ੍ਹਾ ਬਿਕੋਜ਼ ਉਹਨਾਂ ਦਾ ਕੰਮ ਤਾਂ ਕਦੀ ਚੰਦੇਰੀ ਦੀ ਲੜਾਈ ਲੜ ਲਈ, ਕਦੀ ਕੋਈ ਲੜਾਈ ਲੜ ਲਈ, ਠੀਕ ਆ, ਤੇ ਕਦੀ ਬਿਲਗ੍ਰਿਮ ਦੀ ਲੜਾਈ, ਕਦੀ ਚੌਸਾ ਦੀ ਲੜਾਈ। ਉਹ ਤਾਂ ਇਹਨਾਂ ਲੜਾਈਆਂ 'ਚ, ਖਾਨਵਾ ਦੀ ਲੜਾਈ, ਬਾਬਰ ਤੇ ਹਮਾਯੂ ਤਾਂ ਇਹਨਾਂ ਲੜਾਈਆਂ 'ਚ ਉਲਝਦੇ ਰਹੇ। ਅਸਲੀ ਕਹਾਣੀ ਸ਼ੁਰੂ ਹੁੰਦੀ ਆ ਅਕਬਰ ਤੋਂ, ਤੇ ਅਕਬਰ ਦੇ ਵੀ ਐਡਮਿਨਿਸਟ੍ਰੇਸ਼ਨ ਤੋਂ, ਸੈਂਟਰਲ ਐਡਮਿਨਿਸਟ੍ਰੇਸ਼ਨ। ਠੀਕ ਆ, ਜਦੋਂ ਆਪਾਂ ਪਿਛਲੀ ਵਾਰ ਆਪਣਾ ਇਹ ਲੈਕਚਰ ਇਨਕੰਪਲੀਟ ਸੀ, ਥੋੜਾ ਜਿਹਾ ਨਾ ਤੇਜ਼ ਹੋਣ ਕਰਕੇ ਵੀ ਮੈਨੂੰ ਲੱਗਿਆ ਕਿ ਇਹਨੂੰ ਆਪਾਂ ਨੂੰ ਦੁਬਾਰਾ, ਬਿਕੋਜ਼ ਸਭ ਤੋਂ ਸੈਂਸਿਟਿਵ ਲੈਕਚਰ ਆ ਪੂਰੀ ਉਹਦਾ ਮੀਡੀਵਲ ਹਿਸਟਰੀ ਦਾ, ਇਸ ਕਰਕੇ ਇਹਨੂੰ ਦੁਬਾਰਾ ਹੀ ਕਰਨਾ ਜ਼ਰੂਰੀ ਸੀਗਾ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਮੁਗਲ ਐਡਮਿਨਿਸਟ੍ਰੇਸ਼ਨ ਦੀ, ਜਾਂ ਮੈਂ ਇਹ ਗੱਲ ਕਰਾਂ ਅਕਬਰ ਦੇ ਐਡਮਿਨਿਸਟ੍ਰੇਸ਼ਨ ਦੀ, ਤਾਂ ਸਭ ਤੋਂ ਪਹਿਲਾਂ ਮੈਂ ਕੇਂਦਰ ਸਰਕਾਰ ਬਾਰੇ ਪੜ੍ਹਾਊਂਗਾ। ਕੇਂਦਰ ਸਰਕਾਰ ਮਤਲਬ ਕੇਂਦਰੀ ਪ੍ਰਸ਼ਾਸਨ ਜੋ ਦਿੱਲੀ ਤੋਂ ਚੱਲਦਾ ਸੀਗਾ, ਕਿਉਂਕਿ ਅਕਬਰ ਨੇ ਥੋੜੇ ਜਿਹੇ ਸਮੇਂ ਵਾਸਤੇ ਆਪਣੀ ਰਾਜਧਾਨੀ ਆਗਰੇ ਕੋਲ ਕੀਤੀ ਹੈ ਲਿਜਾ ਕੇ, ਪਰ ਉਹ ਫੇਲ ਸਿਸਟਮ ਹੋਇਆ। ਭਾਰਤ ਦੇ ਇਤਿਹਾਸ ਦੇ ਵਿੱਚ ਰਾਜਧਾਨੀ ਬਦਲਣ ਦਾ ਜਿਹੜਾ ਸਭ ਤੋਂ ਵੱਡਾ ਟੈਗ ਹੈ ਨਾ, ਬਦਨਾਮੀ ਵਾਲਾ, ਉਹ ਮੁਹੰਮਦ ਬਿਨ ਤੁਗਲਕ ਨੂੰ ਇੱਕ ਦਿੱਲੀ ਸਲਤਨਤ ਦੇ ਵੇਲੇ ਇੱਕ ਰਾਜੇ ਨੂੰ ਮਿਲਿਆ ਹੈ। ਅਦਰਵਾਈਜ਼ ਜੇ ਕੋਈ ਮੈਨੂੰ ਕਵੇ ਅਦਰਵਾਈਜ਼ ਤਾਂ ਕਿਸੇ ਵੀ ਰਾਜੇ ਨੂੰ ਕੋਈ ਇਸ ਤਰੀਕੇ ਦਾ ਮਤਲਬ ਕਿ ਬਦਨਾਮੀ ਭਰਿਆ ਟੈਗ ਨਹੀਂ ਮਿਲਿਆ ਹੋਰ। ਠੀਕ ਆ, ਸੋ ਕਿਉਂਕਿ ਉਹਨੇ ਜਿਹੜੀ ਰਾਜਧਾਨੀ ਬਦਲੀ ਸੀ ਨਾ, ਉਹ ਬੜੇ ਬੁਰੇ ਤਰੀਕੇ ਨਾਲ ਬਦਲੀ ਸੀ। ਆਪਣਾ ਸਾਰੇ ਦਾ ਸਾਰਾ ਸਿਸਟਮ ਹਿਲਾਤਾ ਸੀ, ਲੋਕਾਂ ਨੂੰ ਵੀ ਮੂਵ ਕਰਾਤਾ ਸੀ। ਅਕਬਰ ਜ਼ਰੂਰ ਇੱਕ ਵਾਰ ਆਪਣੀ ਰਾਜਧਾਨੀ ਫਤਿਹਪੁਰ ਸਿਕਰੀ ਲੈ ਕੇ ਗਿਆ ਦਿੱਲੀ ਤੋਂ, ਪਰ ਉਹਨੇ ਕੋਈ ਸਾਰਾ ਸਿਸਟਮ ਨਹੀਂ ਹਿਲਾਇਆ, ਸਿਰਫ ਰਾਜ ਦਰਬਾਰ ਤੇ 2-3 ਮੇਨ ਆਫਿਸਿਸ ਲੈ ਕੇ ਗਿਆ। ਫੇਲ ਹੋਇਆ ਸਿਸਟਮ, ਦੁਬਾਰਾ ਫੇਰ ਦਿੱਲੀ ਆ ਗਿਆ। ਸੋ ਇੱਥੇ ਸੈਂਟਰਲ ਐਡਮਿਨਿਸਟ੍ਰੇਸ਼ਨ ਦਾ ਮੋਟਾ ਮਤਲਬ ਆ ਕੌਣ ਭਲਾ? ਦਿੱਲੀ। ਠੀਕ ਆ, ਸੋ ਦਿੱਲੀ ਕਿਵੇਂ ਚੱਲਦੀ ਸੀ ਉਸ ਵੇਲੇ, ਉਹਦੇ ਬਾਰੇ ਅੱਜ ਮੈਂ ਡਿਸਕਸ ਕਰਨਾ ਸ਼ੁਰੂ ਕਰੂੰਗਾ। ਸਭ ਤੋਂ ਪਹਿਲੀ ਕਹਾਣੀ ਆ ਗਈ ਕਿ ਦਿੱਲੀ ਬੈਠਾ ਐਂਪਰਰ, ਜਿਹੜਾ ਕਿ ਸੁਪਰੀਮ ਹੈਡ ਹੁੰਦਾ ਸੀ ਤੇ ਮੁਗਲ ਐਡਮਿਨਿਸਟ੍ਰੇਸ਼ਨ 'ਚ ਜਿਹਦੇ ਵੇਲੇ ਦੀ ਮੈਂ ਗੱਲ ਪੜ੍ਹਾ ਰਿਹਾ ਤਾਂ ਐਂਪਰਰ ਕੌਣ ਸੀਗਾ?
ਅਕਬਰ। ਸੋ ਸਭ ਤੋਂ ਪਹਿਲਾਂ ਮੁਗਲ ਸਮਰਾਟ ਜਿਹਦੇ ਕੋਲ ਸਾਰੀਆਂ ਮਿਲਟਰੀ ਦੀਆਂ ਤੇ ਸਾਰੀਆਂ ਜੁਡੀਸ਼ੀਅਲ ਜਾਨੀ ਕਿ ਨਿਆਇਕ ਸ਼ਕਤੀਆਂ ਹੁੰਦੀਆਂ ਸੀ। ਸਭ ਤੋਂ ਪਹਿਲਾਂ ਪੁਆਇੰਟ ਇਹ ਹੋ ਗਿਆ। ਉਸ ਤੋਂ ਬਾਅਦ ਅੱਗੇ ਆ ਗਿਆ ਉਹਦਾ ਵਜ਼ੀਰ, ਠੀਕ ਆ। ਵਜ਼ੀਰ ਜਿਹੜਾ ਸੀਗਾ ਉਹ ਸਾਰੇ ਮੰਤਰੀਆਂ ਦੇ ਉੱਪਰ ਇੱਕ ਮੰਤਰੀ ਹੁੰਦਾ ਸੀਗਾ। ਅੱਜ ਦੇ ਕੰਟੈਕਸਟ 'ਚ ਦੇਖੀਏ ਕਿ ਜੇ ਮੈਂ ਐਂਪਰਰ ਕਵਾਂ ਪ੍ਰਧਾਨ ਮੰਤਰੀ ਨੂੰ, ਵੈਸੇ ਤਾਂ ਕਾਇਦੇ ਦੇ ਮੁਤਾਬਕ ਐਂਪਰਰ ਹੋਣਾ ਚਾਹੀਦਾ ਰਾਸ਼ਟਰਪਤੀ, ਪਰ ਸਾਡੇ ਦੇਸ਼ 'ਚ ਰਾਸ਼ਟਰਪਤੀ ਦੀ ਚੱਲਦੀ ਨਹੀਂ ਨਾ, ਇਸ ਕਰਕੇ ਮੈਂ ਕਹਿ ਰਿਹਾ ਕਿ ਐਂਪਰਰ ਕੌਣ ਆ ਸਾਡਾ? ਪ੍ਰਧਾਨ ਮੰਤਰੀ। ਤੇ ਜੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਹੋਰ ਮੰਤਰੀ ਹੋਵੇ ਜਿਹਦੀ ਚੱਲਦੀ ਹੋਵੇ ਤਾਂ ਉਹਨੂੰ ਆਪਾਂ ਡਿਪਟੀ ਪ੍ਰਧਾਨ ਮੰਤਰੀ ਕਹਿ ਸਕਦੇ ਆ। ਪਰ ਅੱਜ ਦੀ ਜੇ ਮੈਂ ਸਿਆਸਤ ਦੀ ਗੱਲ ਕਰਾਂ ਤਾਂ ਉਹ ਅਹੁਦਾ ਇਸ ਟਾਈਮ ਪਤਾ ਸੈਂਟਰ ਸਰਕਾਰ 'ਚ ਕਿਹਦੇ ਕੋਲ ਆ? ਅਮਿਤ ਸ਼ਾਹ ਕੋਲ, ਜਿਨ੍ਹਾਂ ਕੋਲ ਬਹੁਤ ਬਰਾਬਰ ਦੀ ਪਾਵਰ ਆ ਨਰਿੰਦਰ ਮੋਦੀ ਦੇ। ਸੋ ਵਜ਼ੀਰ ਇੱਕ ਬੜੀ ਅਲਟੀਮੇਟ ਪਾਵਰ ਸੀ। ਤੇ ਤੁਹਾਨੂੰ ਪਤਾ ਹੈ ਕਿ ਜੇ ਕੋਈ ਮੈਨੂੰ ਕਵੇ ਕਿ ਜੀ ਉਹਦਾ ਆਪਣਾ ਅਕਬਰ ਦਾ ਟਾਈਮ ਲਾਈਨ ਦੱਸੋ, ਤਾਂ ਮੈਂ ਕਹੂੰਗਾ 1556 ਤੋਂ ਲੈ ਕੇ 60 ਤੱਕ ਤੇ 1560 ਤੋਂ ਲੈ ਕੇ 1604 ਤੱਕ। ਤੁਸੀਂ ਕਹੋਗੇ ਯਾਰ ਬੜੀ ਮਾੜੀ ਗੱਲ ਆ, 1556 ਤੋਂ ਸਿੱਧਾ 1604 ਕਿਉਂ ਨਹੀਂ ਲਿਖਿਆ? ਅਕਬਰ ਦੀ ਜ਼ਿੰਦਗੀ ਦੇ ਪਹਿਲੇ 4 ਸਾਲ ਉਹ ਸੀਗੇ ਜਦੋਂ ਅਕਬਰ ਦੇ ਉੱਪਰ ਇਹਦਾ ਗੁਰੂ ਬਹਿਰੇਮ ਖਾਨ ਹਾਵੀ ਹੁੰਦਾ ਹੈ। ਉਹ ਇਹਦਾ ਵਜ਼ੀਰ ਵੀ ਸੀਗਾ ਤੇ ਉਹਦਾ ਪ੍ਰਭਾਵ ਵੀ ਵਜ਼ੀਰਾਂ ਤੋਂ ਕਿਤੇ ਵੱਧ ਸੀਗਾ। ਮੇਰੀ ਗੱਲ ਸਮਝ ਗਏ? ਇਸ ਕਰਕੇ ਉਸ ਟਾਈਮ ਵਜ਼ੀਰ ਦੀ ਤਾਕਤ ਬੜੀ ਅਲਟੀਮੇਟ ਸੀਗੀ। ਪਰ ਉਸ ਤੋਂ ਬਾਅਦ ਇਹਨੇ ਕੀ ਕੀਤਾ? ਵਜ਼ੀਰ ਕੋਲ ਬਹੁਤ ਸਾਰੀਆਂ ਪਾਵਰਾਂ ਤਾਂ ਖੋਈ ਲਈਆਂ ਸੀ। ਇਸ ਕਰਕੇ ਵਜ਼ੀਰ ਨਾਮ ਦੀ ਪੋਸਟ ਦੀ ਅਹਿਮੀਅਤ ਅਕਬਰ ਦੀ ਜ਼ਿੰਦਗੀ ਦੇ ਮਗਰਲੇ 50 ਸਾਲ ਜਾਂ 45 ਸਾਲ ਰਹੀ ਨਹੀਂ ਬਹੁਤੀ। ਸ਼ੁਰੂ 'ਚ ਵਜ਼ੀਰ ਬਹੁਤ ਅਹਿਮੀਅਤ ਵਾਲਾ ਸੀ। ਜਦੋਂ ਵਜ਼ੀਰ ਕੌਣ ਸੀਗਾ? ਬਹਿਰੇਮ ਖਾਨ। ਫਿਰ ਬਹਿਰੇਮ ਖਾਨ ਦੀ ਵੱਧਦੀ ਹੋਈ ਤਾਕਤ ਤੋਂ ਡਰਦੇ ਇਹਨੇ ਬਹਿਰੇਮ ਖਾਨ ਨੂੰ ਕਤਲ ਕਰਵਾਤਾ। ਬਹਿਰੇਮ ਖਾਨ ਦਾ ਕਤਲ ਹੋਣ ਤੋਂ ਬਾਅਦ, ਇਹ ਨਹੀਂ ਕਹਿ ਸਕਦੇ ਕਿੰਨੇ ਕਰਵਾਇਆ, ਬਹਿਰੇਮ ਖਾਨ ਦੇ ਕਤਲ ਹੋਣ ਤੋਂ ਬਾਅਦ ਫਿਰ ਇਹਨੇ ਕਦੀ ਵੀ ਕਿਸੇ ਹੋਰ ਬੰਦੇ ਨੂੰ ਉਸ ਪਾਵਰ ਤੱਕ ਪਹੁੰਚਣ ਨਹੀਂ ਦਿੱਤਾ। ਹਾਂ, ਮੰਤਰੀਆਂ ਨੂੰ ਅਹੁਦੇ ਬੜੇ ਵਧੀਆ ਦਿੱਤੇ, ਹੱਕ ਬਹੁਤ ਦਿੱਤੇ, ਪਰ ਕਿਸੇ ਨੂੰ ਵਜ਼ੀਰ ਤੱਕ ਦੀ ਹੈਸੀਅਤ ਤੇ ਆਉਣ ਦਾ ਮੌਕਾ ਅਕਬਰ ਕਿਸੇ ਨੂੰ ਵੀ ਨਹੀਂ ਦਿੰਦਾ। ਬਹੁਤ ਘੱਟ ਪੜ੍ਹਿਆ ਲਿਖਿਆ ਸੀਗਾ। ਪਿਛਲਾ ਲੈਕਚਰ ਵੀ ਸਮਝਦੇ ਆਪਾਂ ਇਹਦੇ ਬਾਰੇ ਕਿ ਕਿਵੇਂ ਗੁਰਦਾਸਪੁਰ ਕਲਾਨੌਰ 'ਚ ਇਹਨੇ ਸ਼ਸਤਰ ਸਿੱਖਿਆ 'ਚ ਹੀ ਬਹਿਰੇਮ ਖਾਨ ਨੇ ਇਹਨੂੰ ਨਿਪੁੰਨ ਕੀਤਾ ਸੀਗਾ। ਪੜ੍ਹਾਈ ਲਿਖਾਈ 'ਚ ਇਹਦਾ ਬਹੁਤਾ ਫੋਕਸ ਵੀ ਨਹੀਂ ਸੀਗਾ। ਹਾਲਾਤ ਵੀ ਇਹੋ ਜਿਹੇ ਨਹੀਂ ਸੀਗੇ ਈਵਨ ਕਿ ਆਪਣੀ ਜ਼ਿੰਦਗੀ ਦੇ ਕੁਝ ਸਮੇਂ ਵਾਸਤੇ ਇਹਨੂੰ ਇਹਦਾ ਚਾਚਾ ਕਾਮਰਾਨ ਜਿਹੜਾ ਸੀਗਾ ਉਹ ਵੀ ਕਿਡਨੈਪ ਕਰ ਲੈਂਦਾ ਹੈ, ਹਮਾਯੂ ਦਾ ਬ੍ਰਦਰ ਜਿਹੜਾ ਹੈ। ਸੋ ਮੰਨਿਆ ਕਿ ਇਹਦੇ ਨਾਲ ਬਹੁਤ ਇਲ ਟ੍ਰੀਟਮੈਂਟ ਨਹੀਂ ਹੁੰਦਾ, ਬਟ ਹਾਂ ਇਹਨੂੰ ਉਹ ਵਾਲੀਆਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਕੀਤਾ ਜਾਂਦਾ ਹੈ ਜਿਹੜਾ ਇੱਕ ਵੱਡੇ ਤਗੜੇ ਰਾਜਕੁਮਾਰ ਨੂੰ ਨਹੀਂ ਕੀਤਾ ਜਾਣਾ ਚਾਹੀਦਾ। ਸੋ ਇਹ ਇਸ ਬੰਦੇ ਦੇ ਕਿਰਦਾਰ ਬਾਰੇ ਤੁਹਾਨੂੰ ਕਲੀਅਰ ਜਿਹਾ ਸਮਝ ਆ ਗਿਆ। ਆਜੋ ਜੀ ਹੁਣ ਅੱਗੇ। ਵਜ਼ੀਰ ਜਿਹੜਾ ਸੀਗਾ ਬਹੁਤ ਤਗੜਾ ਲਿੰਕ ਹੁੰਦਾ ਸੀ ਜਿਹੜਾ ਐਂਪਰਰ ਤੇ ਜਿਹੜੇ ਨੋਬਲਸ ਸੀਗੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਰਾਬਤਾ ਕਾਇਮ ਕਰਦਾ ਸੀ। ਸ਼ੁਰੂ ਦੇ 4 ਸਾਲ ਇਹ ਪੋਜੀਸ਼ਨ ਕਿਹੜੇ ਬੰਦੇ ਨੇ ਆਪਣੇ ਕੋਲ ਸਾਂਭ ਕੇ ਰੱਖੀ ਆ? ਬਹਿਰੇਮ ਖਾਨ ਨੇ, ਜਿਹੜਾ ਕਿ ਇਹਦਾ ਗੁਰੂ ਸੀ। ਜਦੋਂ ਇਹ ਤਖਤ ਤੇ ਕਹਿ ਲਓ ਅਕਬਰੀ, ਜਿੱਥੇ ਕਿ ਇਹਨੂੰ ਕਲਾਨੌਰ ਦੇ ਵਿੱਚ ਤਾਜਪੋਸ਼ੀ ਕੀਤੀ ਗਈ ਆ ਅਕਬਰ ਦੀ, ਠੀਕ ਆ, ਈਨੇ ਅਕਬਰੀ ਜਾਂ ਅਕਬਰਨਾਮਾ ਜਿਹੜੀ ਅਬੁਲ ਫਜ਼ਲ ਨੇ ਲਿਖੀ ਆ, ਉੱਥੇ ਜ਼ਿਕਰ ਆਉਂਦਾ ਹੈ ਕਲਾਨੌਰ ਦਾ, ਉੱਥੇ ਜ਼ਿਕਰ ਆਉਂਦਾ ਹੈ ਤਖਤੇ ਅਕਬਰੀ ਦਾ, ਉੱਥੇ ਜ਼ਿਕਰ ਆਉਂਦਾ ਹੈ ਉਹਦਾ ਗੁਰਦਾਸਪੁਰ ਜ਼ਿਲ੍ਹੇ ਦਾ ਕਿ ਇੱਥੇ ਇਸ ਇਲਾਕੇ ਦੇ ਵਿੱਚ ਅਕਬਰ ਦੀ ਤਾਜਪੋਸ਼ੀ ਹੋਈ ਹੈ। ਤੇ ਉਹਨਾਂ ਸਮਿਆਂ 'ਚ ਇੱਕ ਹੇਮੂ ਨਾਮ ਦਾ ਰਾਜਾ ਸੀਗਾ ਜਿਹੜਾ ਕਿ ਇਹਨੂੰ ਮਤਲਬ ਕਿ ਕਹਿ ਲਓ ਭਾਰਤ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦਾ ਸੀ। ਮੈਂ ਇੱਕ ਲਿੰਕ ਵੀ ਸ਼ਾਇਦ ਤੁਹਾਡੇ ਨਾਲ ਕਿਸੇ ਨਾਲ ਸ਼ੇਅਰ ਵੀ ਕੀਤਾ ਸੀਗਾ ਕਿ ਬਈ ਕਿਵੇਂ ਹੇਮੂ ਜਿਹੜਾ ਸੀਗਾ, ਠੀਕ ਆ, ਇਤਿਹਾਸ ਜਿਹੜਾ ਹੈ ਕਈ ਵਾਰੀ ਨਾ ਕਈ ਇਹੋ ਜਿਹੇ ਲਿੰਕ ਹੁੰਦੇ ਆ ਸਾਡੇ ਮੇਰੇ ਕੋਲ, ਕਈ ਵਾਰੀ ਮੈਂ ਸ਼ੇਅਰ ਵੀ ਕਰਦਾ, ਠੀਕ ਆ, ਤਾਂ ਉਹਦੇ 'ਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਜਾਂ ਉਸ ਲਿੰਕ 'ਚ ਉਹਨਾਂ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਬਈ ਇਤਿਹਾਸ ਨੂੰ ਅਸੀਂ ਕਿੰਨਾ ਜਾਲੀ ਜਿਹੇ ਤਰੀਕੇ ਨਾਲ ਪੜ੍ਹਦੇ ਹਾਂ, ਪਰ ਅਸਲੀਅਤ ਇਤਿਹਾਸ ਦੀ ਕੁਝ ਹੋ ਰਹੀ ਹੈ। ਪਰ ਕਈ ਵਾਰੀ ਐਵੇਂ ਹੁੰਦਾ ਨਾ ਕਿ ਪੜ੍ਹਾਉਣਾ ਤੇ ਉਹੀ ਪੈਂਦਾ ਜੋ ਕਿਤਾਬਾਂ 'ਚ ਆ, ਜੋ ਸਾਡੀਆਂ ਕਿਤਾਬਾਂ 'ਚ ਆ, ਪਰ ਇਤਿਹਾਸ ਦੇ ਬਿਲਕੁਲ ਸਹੀ ਤੱਟ ਤੱਕ ਪਹੁੰਚਣ ਵਾਸਤੇ ਸਾਨੂੰ ਕਈ ਵਾਰੀ ਡੈਪਥ 'ਚ ਵੀ ਨੌਲੇਜ ਚਾਹੀਦੀ ਹੈ। ਤਾਂ ਕਰਕੇ ਕਈ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਮੈਂ। ਸੋ ਬਹਿਰੇਮ ਖਾਨ ਦੇ ਵੇਲੇ ਤਾਂ ਬੜੀਆਂ ਅਲਟੀਮੇਟ ਪਾਵਰ ਸੀਗੀਆਂ ਇਹਦੇ ਕੋਲ, ਪਰ ਉਸ ਤੋਂ ਬਾਅਦ ਕੀ ਕੀਤਾ ਇਹਨੇ ਨਾ, ਜਿਹੜਾ ਉਹ ਸੀਗਾ ਕਹਿ ਲਓ ਵਜ਼ੀਰ, ਉਹਦੇ ਕੋਲ ਫਾਈਨਾਂਸ ਦੀਆਂ ਪਾਵਰਸ ਖੋਲੀਆਂ। ਫਾਈਨਾਂਸ ਦੀਆਂ ਪਾਵਰਸ ਤੇ ਰੈਵਨਿਊ ਦੀਆਂ ਪਾਵਰਸ 'ਚ ਫਰਕ ਹੁੰਦਾ ਬਹੁਤ ਵੱਡਾ। ਫਾਈਨਾਂਸ ਦੀਆਂ ਪਾਵਰਸ ਆ ਕਿ ਤੁਹਾਡੇ ਕੋਲ ਤਿਜੋਰੀ ਦੀ ਚਾਬੀ ਆ। ਰੈਵਨਿਊ ਪਾਵਰਸ ਦਾ ਮਤਲਬ ਆ ਤੁਸੀਂ ਸਿਰਫ ਆਉਣ ਵਾਲੇ ਪੈਸੇ ਦੀ ਨਿਗਰਾਨੀ ਰੱਖ ਸਕਦੇ ਹੋ। ਰੈਵਨਿਊ ਪਾਵਰਸ ਕੋਈ ਬਹੁਤ ਵੱਡੀ ਪਾਵਰ ਨਹੀਂ ਹੁੰਦੀ। ਹੁਣ ਮੈਨੂੰ ਇੱਕ ਗੱਲ ਦੱਸੋ, ਇੱਕ ਦੇਸ਼ ਦਾ ਰੈਵਨਿਊ ਮਿਨਿਸਟਰ ਹੋਵੇ, ਉਹਦੇ ਕੋਲ ਕੀ ਪਾਵਰ ਆ ਕਿ ਅੱਛਾ ਕਿੰਨਾ ਕਰ ਆ ਰਿਹਾ, ਕਿੰਨਾ ਟੈਕਸ ਆ ਰਿਹਾ, ਤੂੰ ਇਹਦੀ ਦੇਖ ਰੱਖ।
ਫਾਈਨਾਂਸ ਮਿਨਿਸਟਰ ਜਿਹੜਾ ਉਹਦੇ ਕੋਲ ਕਿੰਨੀ ਪਾਵਰ ਹੋਊਗੀ? ਇਹਦਾ ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ ਵੀ ਫਾਈਨਾਂਸ ਮਿਨਿਸਟਰ ਤੋਂ ਪੁੱਛੇ ਬਿਨਾ ਚਾਬੀ ਖੋਲ ਨਹੀਂ ਸਕਦਾ। ਮੰਨਿਆ ਕਿ ਅੱਜ ਸਾਡੇ ਦੇਸ਼ 'ਚ ਤੇ ਸਟੇਟਾਂ ਦੇ ਵਿੱਚ ਫਾਈਨਾਂਸ ਮਿਨਿਸਟਰ ਹੁੰਦੇ ਆ, ਪਰ ਸਾਡੇ ਦੇਸ਼ ਦਾ ਅਸਲੀ ਫਾਈਨਾਂਸ ਮਿਨਿਸਟਰ ਜਿਹੜਾ ਨਾ ਪ੍ਰਧਾਨ ਮੰਤਰੀ ਵੀ ਹੁੰਦਾ ਹੈ, ਕਿਉਂਕਿ ਉਹਦੇ ਤੋਂ ਬਿਨਾ ਫਾਈਨਾਂਸ ਮਿਨਿਸਟਰ ਵੀ ਕੁਝ ਨਹੀਂ ਕਰਦਾ। ਸੋ ਕਿਸੇ ਟਾਈਮ ਤੱਕ ਫਾਈਨਾਂਸ ਮਿਨਿਸਟਰ ਦੀ ਪੋਜੀਸ਼ਨ ਹੁੰਦੀ ਸੀ ਵਜ਼ੀਰ ਦੀ, ਪਰ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਇਹ ਬੰਦੇ ਦੇ ਹੱਥ 'ਚ, ਜਿਹਦੇ ਹੱਥ 'ਚ ਪੈਸਾ ਦੇਤਾ ਉਹ ਐਂਪਰਰ ਨੂੰ ਵੀ ਚਕਮਾ ਦੇ ਸਕਦਾ ਹੈ, ਇਸ ਕਰਕੇ ਫਿਰ ਇਹ ਪਾਵਰਾਂ ਇਸ ਤਰੀਕੇ ਨਾਲ ਖੋਲੀਆਂ ਗਈਆਂ ਸੀਗੀਆਂ। ਇਹ ਬਹਿਰੇਮ ਖਾਨ ਦੇ ਵੇਲੇ ਦਾ ਤਜਰਬਾ ਬਹੁਤਾ ਨਹੀਂ ਰਿਹਾ। ਦੀਵਾਨ ਜਿਹੜਾ ਸੀਗਾ, ਆਹ ਕਹਾਣੀ ਕਲੀਅਰ ਹੋ ਗਈ। ਫਿਰ ਇਹਦੇ ਕੋਲ ਸਿਰਫ ਦੀਵਾਨੀ ਹੱਕ ਹੀ ਰਹਿ ਗਏ, ਮਤਲਬ ਕਿ ਰੈਵਨਿਊ ਨੂੰ ਮੈਨੇਜ ਕਰਨ ਦੇ ਹੱਕ ਹੀ ਰਹਿ ਜਾਂਦੇ ਆ। ਉਸ ਤੋਂ ਅਗਲੀ ਪੋਜੀਸ਼ਨ ਜੇ ਮੈਂ ਵਜ਼ੀਰ ਤੋਂ ਬਾਅਦ ਕਰਾਂ ਤਾਂ ਅਗਲੀ ਪੋਜੀਸ਼ਨ ਆ ਗਈ ਮੀਰ ਬਖਸ਼ੀ ਦੀ। ਅੱਜ ਦੇ ਹਿਸਾਬ ਨਾਲ ਇਹ ਡਿਫੈਂਸ ਮਿਨਿਸਟਰ, ਕੱਲਾ ਡਿਫੈਂਸ ਮਿਨਿਸਟਰ ਨਹੀਂ, ਡਿਫੈਂਸ ਮਿਨਿਸਟਰ ਕਮ ਕਮਾਂਡਰ ਇਨ ਚੀਫ ਆਫ ਆਰਮੀ, ਜਿਹੜਾ ਆਰਮੀ ਦਾ ਕਮਾਂਡਰ ਇਨ ਚੀਫ ਹੋਊਗਾ, ਜਿਹਦੇ ਹੱਥ 'ਚ ਤਿੰਨੇ ਪਾਵਰਸ, ਨੇਵੀ, 에ਅਰ ਫੋਰਸ ਤੇ ਮਿਲਟਰੀ, ਤਿੰਨਾਂ ਦਾ ਕੰਟਰੋਲ ਹੋਵੇ, ਪਲੱਸ ਔਰ ਡਿਪਲੋਮੈਟਿਕ ਪਲੱਸ ਕਲੈਰੀਕਲ, ਆਰਮੀ ਨਾਲ ਰਿਲੇਟਡ ਹਰ ਟਾਈਪ ਦੇ ਫੈਸਲੇ ਲੈ ਸਕਦਾ ਹੋਵੇ, ਚਾਹੇ ਆਰਮੀ ਨਾਲ ਰਿਲੇਟਡ ਮਿਲਟਰੀ ਦੇ ਫੈਸਲੇ ਆ, ਚਾਹੇ ਐਡਮਿਨਿਸਟ੍ਰੇਟਿਵ ਫੈਸਲੇ ਆ ਕਿ ਆਰਮੀ ਕਿੱਥੇ ਇੰਸਟਾਲ ਕਰਨੀ ਆ, ਆਰਮੀ ਨੂੰ ਕਿੰਨਾ ਰੱਖਣਾ ਹੈ, ਕਿੰਨੇ ਉਹਦੇ ਵਿੰਗ ਬਣਾਉਣੇ ਆ, ਸਭ ਕੁਝ ਅੱਜ ਦੇ ਟਾਈਮ 'ਚ ਇਹ ਦੋਵੇਂ ਫੈਸਲੇ ਭਾਰਤ 'ਚ ਦੋ ਵੱਖਰੇ ਵੱਖਰੇ ਬੰਦੇ ਕਰਦੇ ਆ। ਆਰਮੀ ਕਿੱਧਰ ਨੂੰ ਲੈ ਕੇ ਜਾਣੀ ਆ, ਕਿੱਧਰੋਂ ਮੂਵ ਕਰਾ ਕੇ ਕਿੱਧਰ ਲੈ ਕੇ ਜਾਣੀ ਆ, ਇਹ ਆਰਮੀ ਕਮਾਂਡਰ ਇਨ ਚੀਫ ਦੇ ਹੱਥ 'ਚ। ਆਰਮੀ ਦਾ ਐਡਮਿਨਿਸਟ੍ਰੇਟਿਵ ਢਾਂਚਾ ਕਿਵੇਂ ਦਾ ਹੋਣਾ ਚਾਹੀਦਾ, ਪ੍ਰਸ਼ਾਸਨਿਕ ਢਾਂਚਾ ਕਿਵੇਂ ਦਾ ਹੋਣਾ ਚਾਹੀਦਾ ਆਰਮੀ ਦਾ, ਇਹ ਫੈਸਲਾ ਕਰਦਾ ਡਿਫੈਂਸ ਮਿਨਿਸਟਰ, ਇੱਕ ਸਰਕਾਰੀ ਪੋਲੀਟੀਸ਼ੀਅਨ। ਉਹਨਾਂ ਟਾਈਮਾਂ 'ਚ ਦੋਵੇਂ ਕੰਮ ਕਿਹਦੇ ਕੋਲ ਹੁੰਦੇ ਸੀ ਮਿਲ ਕੇ? ਮੀਰ ਬਖਸ਼ੀ ਕੋਲ। ਜਿਹੜਾ ਬੰਦਾ ਇਹ ਵੀ ਤੈਅ ਕਰਦਾ ਸੀ, ਜਿਵੇਂ ਸਪੋਜ਼ ਕਰੋ ਰਾਜੇ ਨੇ ਕਿਸੇ ਵੀ ਖਾਸ ਬੰਦੇ ਨੂੰ ਆਪਣਾ ਮਨਸਬਦਾਰ ਲਾਉਣਾ ਹੈ। ਹੁਣ ਤੁਸੀਂ ਕਹੋਗੇ ਵਾਟ ਇਜ਼ ਮਨਸਬਦਾਰ, ਅੱਗੇ ਜਾ ਕੇ ਦੇਖਾਂਗੇ। ਆਪਣਾ ਤਗੜਾ ਵਜ਼ੀਰ ਜਿਹਨੂੰ ਘੋੜੇ ਤੇ ਪਲਾਟ ਕੱਟ ਕੇ ਦੇਣੇ ਆ ਕਿ ਆਹ ਏਰੀਆ ਤੇਰੇ ਕੰਟਰੋਲ 'ਚ ਆ। ਮੀਰ ਬਖਸ਼ੀ ਨੂੰ ਪੁੱਛਿਆ ਜਾਂਦਾ ਸੀ ਕਿ ਦੱਸ ਬਈ ਇਸ ਬੰਦੇ ਨੂੰ ਦੇਖ ਕੇ ਤੂੰ ਕੀ ਆਈਡੀਆ ਲਾਉਣਾ, ਇਹਨੂੰ ਕਿੰਨੇ ਕੁ ਘੋੜੇ ਦੇਵਾਂ ਮੈਂ? ਤਾਂ ਐਡੀਆਂ ਤਗੜੀਆਂ ਸਿਫਾਰਸ਼ਾਂ ਮਤਲਬ ਕਿ ਕਿਸੇ ਮਨਸਬਦਾਰ ਨੂੰ ਜਾਂ ਕੁਝ ਵੀ ਸੀਗਾ, ਉਹ ਸਾਰੀਆਂ ਇਹਦੇ ਸਿਰ ਤੇ ਚੱਲਦੀਆਂ ਸੀ। ਜਿੰਨੀ ਵੀ ਇੰਟੈਲੀਜੈਂਸ ਹੁੰਦੀ ਸੀ ਅੱਜ ਦੇ ਕੰਟੈਕਸਟ 'ਚ, ਰॉ, IB ਵਗੈਰਾ, ਸਾਰੀ ਦਾ ਕੰਟਰੋਲ ਜਿਹੜਾ ਸੀ ਉਹ ਵੀ ਮੀਰ ਬਖਸ਼ੀ ਦੇ ਹੱਥ 'ਚ ਹੁੰਦਾ ਸੀ। ਤੇ ਜਿਨ੍ਹਾਂ ਨੂੰ ਅੱਜ ਅਸੀਂ ਏਜੰਟਸ ਕਹਿੰਦੇ ਆ, ਉਹਨਾਂ ਨੂੰ ਕਿਹਾ ਜਾਂਦਾ ਸੀ ਬਰੀਦਜ਼ ਮਤਲਬ ਇੰਟੈਲੀਜੈਂਸ ਆਫੀਸਰਸ ਜਿਹੜੇ ਸੀਗੇ। ਤੇ ਵਾਕੀਆ ਨਾਵੀਜ਼ ਜਿਹੜੇ ਨਿਊਜ਼ ਰਿਪੋਰਟਰ, ਉਦੋਂ ਜਰਨਲਿਜ਼ਮ ਦਾ ਜਿਹੜਾ ਐਂਗਲ ਸੀਗਾ, ਇਹ ਕਿਉਂ ਹੁੰਦੇ ਸੀਗੇ? ਇਹ ਇਸ ਕਰਕੇ ਹੁੰਦੇ ਸੀ ਕਿ ਜਿਵੇਂ ਸਪੋਜ਼ ਕਰੋ ਉਸ ਟਾਈਮ ਦਾ ਭਾਰਤ ਦਾ ਜਿਹੜਾ ਅਕਬਰ ਦੇ ਕਬਜ਼ੇ 'ਚ, ਬਾਰਡਰ ਤੇ ਕੋਈ ਡਿਸਟਰਬੈਂਸ ਤਾਂ ਨਹੀਂ ਹੋ ਰਹੀ, ਦੁਸ਼ਮਣ ਕੋਈ ਗੜਬੜ ਤਾਂ ਨਹੀਂ ਕਰ ਰਿਹਾ, ਜਾਂ ਸਾਡੇ ਦੇਸ਼ ਦੇ ਅੰਦਰ ਕੋਈ ਇੰਟਰਨਲ ਡਿਸਟਰਬੈਂਸ ਤਾਂ ਨਹੀਂ ਹੋ ਰਹੀ, ਜਾਂ ਲੋਕ ਕਿਸੇ ਕਰਕੇ ਅਰਾਜਕਤਾ ਕਰਕੇ ਖਪੇ ਤਾਂ ਨਹੀਂ ਹੋਏ, ਕਿਸੇ ਗਵਰਨਰ ਕਿਸੇ ਮਨਸਬਦਾਰ ਨੇ ਆਪਣੇ ਏਰੀਏ ਦੇ ਲੋਕਾਂ ਨੂੰ ਬਾਹਲਾ ਤੰਗ ਤਾਂ ਨਹੀਂ ਕੀਤਾ ਹੋਇਆ। ਇਸ ਤਰੀਕੇ ਦੇ ਜਿੰਨੇ ਵੀ ਸਵਾਲ ਹੁੰਦੇ ਸੀ, ਉਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਸੀਗੇ ਉਹ ਨਿਊਜ਼ ਰਿਪੋਰਟਰ ਲੈ ਕੇ ਆਉਂਦੇ ਹੁੰਦੇ ਸੀ। ਇਹ ਦੂਜੀ ਪੋਜੀਸ਼ਨ ਸੀ। ਤੀਸਰੇ ਨੰਬਰ ਤੇ ਇੱਕ ਪੋਜੀਸ਼ਨ ਆਉਂਦੀ ਸੀਗੀ, ਦੈਟ ਇਜ਼ ਮੀਰ ਸਮਨ। ਵੈਸੇ ਤਾਂ ਕੋਈ ਪੋਜੀਸ਼ਨ ਨਹੀਂ, ਪਰ ਅੱਜ ਦੇ ਕੰਟੈਕਸਟ 'ਚ ਦੇਖੀਏ ਇਹ ਬੰਦਾ ਕੋਈ ਸਰਕਾਰੀ ਅਹੁਦਾ ਨਹੀਂ ਸੀ ਹੁੰਦਾ। ਚਲੋ ਉਦੋਂ ਇਹ ਵੀ ਸਰਕਾਰੀ ਅਹੁਦਾ ਸੀ, ਅੱਜ ਦੇ ਹਿਸਾਬ ਨਾਲ ਇਹਨਾਂ ਨੂੰ ਕਿਹਾ ਜਾਂਦਾ OSDs ਜਾਂ PA to CM, PA to PM, ਪ੍ਰਧਾਨ ਮੰਤਰੀ ਦਾ ਪਰਸਨਲ ਅਸਿਸਟੈਂਟ ਜਾਂ ਆਫੀਸਰ ਔਨ ਸਪੈਸ਼ਲ ਡਿਊਟੀ। ਇਹ ਕੋਈ ਸਰਕਾਰੀ ਅਹੁਦੇ ਨਹੀਂਗੇ, ਇਹ ਉਹ ਬੰਦਾ ਆਪਣੇ ਨੇੜੇ ਰੱਖਦਾ ਉਹਨਾਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਇਸ IAS PCS ਤਾਂ ਹੈ ਨਹੀਂ, ਪਰ ਇਹਨਾਂ ਦੀ ਸਮਝ ਕਿਤੇ ਵੱਧਦਾ, ਰਾਜਨੀਤਿਕ ਸਮਝ, ਉਵੇਂ ਦੀ ਡਿਊਟੀ ਜਿਹੜਾ ਕਿ ਉਹ ਬੰਦੇ ਫਿਰ ਨਾ ਪ੍ਰਧਾਨ, ਉਹਨੂੰ CM ਸਾਹਿਬ ਨੂੰ, ਜਿਹੜੇ ਆਪਣੇ ਮੁੱਖ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਉਹਨਾਂ ਦੇ PMO ਜਾਂ CMO 'ਚ ਨਹੀਂ ਮਿਲ ਸਕਦੇ, ਬਿਕੋਜ਼ ਉੱਥੇ ਤਾਂ ਫਿਰ ਉਹਨਾਂ ਦੇ ਆਪਣੇ ਜਿਹੜੇ ਚੀਫ ਸੈਕਟਰੀ, ਸਰਕਾਰੀ IAS ਟੌਪ ਦੇ ਬਿਊਰੋਕਰੇਟ ਨੇ ਉਹ ਬੈਠੇ ਆ। ਇਹ ਉਹਨਾਂ ਨੂੰ ਪਰਸਨਲੀ ਅਸਿਸਟ ਕਰਦੇ ਆ, ਉਹਨਾਂ ਦੇ ਘਰ ਤੋਂ ਅਸਿਸਟ ਕਰਦੇ ਆ, ਜਾਂ ਕਹਿ ਲਓ ਚਲੋ ਉਹ ਤਾਂ ਅੱਡ ਗੱਲ ਆ ਕਿ ਅੱਜ ਕੱਲ੍ਹ ਸਰਕਾਰਾਂ ਨਹੀਂ ਦੇਖਦੀਆਂ, ਆਪਣੇ ਦਫ਼ਤਰ ਦੇ ਅੰਦਰ ਜਿਹੜੇ ਇਸ ਤਰੀਕੇ ਦੇ ਪੋਲੀਟੀਕਲ ਐਡਵਾਈਜ਼ਰਸ ਨੇ ਜਾਂ ਪਰਸਨਲ ਐਡਵਾਈਜ਼ਰ ਨੇ, ਉਹਨਾਂ ਨੂੰ ਵੀ ਆਪਣੇ ਸਰਕਾਰੀ ਅਹੁਦੇਦਾਰਾਂ ਦੇ ਬਰਾਬਰ ਬਿਠਾ ਲੈਂਦੇ ਆ। ਪਰ ਅਸਲ 'ਚ ਇੱਕ ਪ੍ਰੋਟੋਕਾਲ ਹੁੰਦਾ ਕਿ ਇਹ ਤੁਹਾਨੂੰ ਘਰੋਂ ਬੈਠੇ ਹੋ ਜਾਂ ਤੁਹਾਡੇ ਪਰਸਨਲ ਆਵਾਜ਼ ਤੋਂ ਅਸਿਸਟ ਕਰਨਗੇ, ਤੇ ਇਹਨਾਂ ਨੂੰ ਤੁਹਾਡੇ ਸਾਰੇ ਘਰ ਤੋਂ ਲੈ ਕੇ ਸਾਰੀ ਨਬਜ਼ ਜਿਹੜੀ ਆ ਉਹ ਪਤਾ ਹੁੰਦੀ ਆ। ਠੀਕ ਆ, ਸੋ ਇਹ ਆ ਮੀਰ ਸਮਨ ਦਾ ਅਹੁਦਾ, ਜਿਹੜਾ ਤੁਹਾਡੇ ਰਾਇਲ ਹਾਊਸ ਹੋਲਡ, ਜਿਹੜਾ ਤੁਹਾਡਾ ਸ਼ਾਹੀ ਘਰ ਆ, ਠੀਕ ਆ, ਤੇ ਸ਼ਾਹੀ ਕਾਰਖਾਨੇ ਆ, ਉਹ ਕਿੱਥੋਂ ਕੁਛ ਤੁਹਾਡੇ ਲਈ ਬਣ ਕੇ ਆਊਗਾ, ਤੁਹਾਡੇ ਘਰ ਦਾ ਕੀ ਸਮਾਨ ਕਿਵੇਂ ਦਾ ਬਣੂਗਾ, ਉਹ ਸਾਰੀ ਨਿਗਰਾਨੀ, ਸੇਲ ਪਰਚੇਜ਼ ਇਹ ਦੇਖਦਾ ਸੀ। ਉਸ ਤੋਂ ਬਾਅਦ ਹੁੰਦਾ ਸੀ ਚੀਫ ਕਾਜ਼ੀ ਤੇ ਸਦਰੁਲ ਸਦਰ। ਇਹਦਾ ਕੰਮ ਹੁੰਦਾ ਸੀ ਜਸਟਿਸ ਤੇ ਸ਼ਰੀਅਤ ਇਸਲਾਮ ਦੀ ਉਹ ਕਿਤਾਬ ਆ ਜਿਹਦੇ ਅਕੋਰਡਿੰਗ ਇਸਲਾਮ ਦੇ ਜਿਹੜੇ ਇਸਲਾਮਿਕ ਲੋਕ ਨੇ ਉਹਨਾਂ ਨੂੰ ਚੱਲਣਾ ਪੈਂਦਾ ਹੈ।
ਕਿ ਇਸਲਾਮ ਦੇ ਅਕਬਰ ਦੇ ਇਲਾਕੇ 'ਚ, ਅਕਬਰ ਦੇ ਪੂਰੇ ਦੇਸ਼ ਦੇ ਵਿੱਚ ਲੋਕ ਸ਼ਰੀਅਤ ਦੇ ਅਕੋਰਡਿੰਗ ਜੀ ਰਹੇ ਆ, ਹਿੰਦੂ ਜਾਂ ਸਿੱਖ ਨਹੀਂ, ਮੁਸਲਮਾਨ, ਕਿ ਉਹ ਸ਼ਰੀਅਤ ਦੇ ਅਕੋਰਡਿੰਗ ਜੀ ਰਹੇ ਆ। ਸ਼ਰੀਅਤ ਕੀ ਕਹਿੰਦੀ ਆ, ਜਿੱਥੇ ਸ਼ਰੀਅਤ ਨੂੰ ਲੈ ਕੇ ਕੋਈ ਵਾਦ ਵਿਵਾਦ ਹੋਵੇ ਜਾਂ ਕਿ ਆ ਸ਼ਰੀਅਤ ਦੇ ਅਕੋਰਡਿੰਗ ਹੈ ਕਿ ਨਹੀਂ, ਇਹੀ ਉਹ ਬੰਦਾ ਸੀ ਜਿਹੜਾ ਅਲਟੀਮੇਟ ਫੈਸਲਾ ਕਰਦਾ ਸੀ। ਜਿਵੇਂ ਆਪਾਂ ਨੂੰ ਕੀ ਕਹਦੇ ਕਿ ਅਕਾਲ ਤਖਤ ਹੀ ਤੈਅ ਕਰੂਗਾ ਨਾ ਐਂਡ 'ਚ ਜਾ ਕੇ ਕਿ ਜੀ ਜਿਹੜੀ ਮਰਿਆਦਾ ਨਾਲ ਅਸੀਂ ਆਹ ਕੁਛ ਕੀਤਾ ਹੈ ਇਹ ਰਹਿਤ ਮਰਿਆਦਾ ਦੇ ਅਕੋਰਡਿੰਗ ਹੈ ਕਿ ਨਹੀਂ ਹੈ। ਠੀਕ ਆ, ਕਿ ਇਹ ਸਿੱਖ ਧਰਮ ਦੇ ਸਿਧਾਂਤਾਂ ਦੇ ਅਕੋਰਡਿੰਗ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਜੀ ਅਸੀਂ ਮਤਲਬ ਕਿ ਆਹ ਪਾਠ ਕਰਨਾ ਹੈ, ਤਾਂ ਕਈ ਵਾਰੀ ਡਾਊਟ ਹੋ ਜਾਂਦੀ ਹੈ ਯਾਰ ਕਿ ਇਸ ਤਰੀਕੇ ਨਾਲ ਪਾਠ ਕੀਤਾ ਜਾ ਸਕਦਾ ਹੈ, ਜਾਂ ਪਾਠ ਕਰਨ ਤੋਂ ਪਹਿਲਾਂ ਕੀ ਆਹ ਕਨਸੈਪਟ ਕੀਤਾ ਜਾ ਸਕਦਾ ਹੈ ਕਿ ਆਨੰਦ ਕਾਰਜ ਜਿਹੜੇ ਆ, ਠੀਕ ਆ, ਉਹਨੂੰ ਪੈਲੇਸ 'ਚ ਕਰਾਇਆ ਜਾ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਵਾਸਤੇ ਫਿਰ ਅਸੀਂ ਐਟ ਦੀ ਐਂਡ ਕਿਹਨੂੰ ਦੇਖਦੇ ਹਾਂ ਭਲਾ? ਅਕਾਲ ਤਖਤ ਨੂੰ। ਅਕਾਲ ਤਖਤ ਜੋ ਪ੍ਰੋਟੋਕੋਲਸ ਸੈੱਟ ਕਰਦਾ ਹੈ, ਜਿਹੜੇ ਰੂਲਸ ਸੈੱਟ ਕਰਦਾ ਹੈ, ਉਹਦੇ ਅਕੋਰਡਿੰਗ ਹੀ ਸਾਡੀ ਜਿਹੜੀ ਜ਼ਿੰਦਗੀ ਆ, ਰੋਜ਼ਮर्रा ਦੀ ਸਾਡੀ ਜ਼ਿੰਦਗੀ ਉਹਦੇ ਅਕੋਰਡਿੰਗ ਹੀ ਚੱਲਦੀ ਹੈ। ਸਾਡੇ ਨੋਰਮਸ, ਸਾਡੇ ਜਿਹੜੇ ਰਿਲੀਜੀਅਸ ਨੋਰਮਸ ਨੇ, ਉਵੇਂ ਹੀ ਇਸਲਾਮ ਦੇ ਰਿਲੀਜੀਅਸ ਨੋਰਮਸ ਨੇ ਜਿਨ੍ਹਾਂ ਨੂੰ ਆਪਾਂ ਸ਼ਰੀਅਤ ਕਹਿ ਦਿੰਦੇ ਆ। ਸੋ ਸ਼ਰੀਅਤ ਨੂੰ ਇੰਪਲੀਮੈਂਟ ਕਰਨ ਦੀ ਪ੍ਰੋਪਰ ਜ਼ਿੰਮੇਵਾਰੀ ਸੀ ਉਹ ਇਹਦੀ ਹੁੰਦੀ ਸੀ, ਤੇ ਉਦੋਂ ਇਹ ਹੁੰਦਾ ਸੀ ਸਦਰ ਉਲ ਸਦਰ, ਚੀਫ ਸਦਰ, ਠੀਕ ਆ, ਰਿਲੀਜੀਅਸ ਡਿਪਾਰਟਮੈਂਟ ਦਾ ਮੁਖੀ ਹੁੰਦਾ ਸੀ। ਉਹਦੇ ਨਾਲ ਨਾਲ ਇਹਨੂੰ ਜੁਡੀਸ਼ੀਅਲ ਡਿਪਾਰਟਮੈਂਟ ਦਾ ਵੀ ਅਹੁਦਾ ਮਿਲਿਆ ਹੁੰਦਾ ਸੀ। ਅੱਜ ਦੇ ਕੰਟੈਕਸਟ 'ਚ ਜੇ ਕੋਈ ਕਵੇ ਕਿ ਇਹ ਕੌਣ ਹੋਊਗਾ, ਰਿਲੀਜਨ ਮਿਨਿਸਟਰ ਪਲੱਸ CJI, ਚੀਫ ਜਸਟਿਸ ਆਫ ਇੰਡੀਆ, ਦੋਵੇਂ ਅਹੁਦਿਆਂ ਨੂੰ ਮਿਲਾ ਦਿੱਤਾ ਜਾਵੇ ਤਾਂ ਚੀਫ ਕਾਜ਼ੀ ਕਮ ਸਦਰ ਉਲ ਸਦਰ ਦੀ ਅਹੁਦਾ ਇੱਕੋ ਹੀ ਬੰਦੇ ਕੋਲ ਹੁੰਦਾ ਸੀਗਾ। ਨੈਕਸਟ ਉਸ ਤੋਂ ਬਾਅਦ ਆ ਸਾਰਾ ਦੱਸ ਹੀ ਦਿੱਤਾ ਕਿ ਸ਼ਰੀਅਤ ਦੇ ਅਕੋਰਡਿੰਗ ਇਹ ਸਾਰਾ ਸਿਸਟਮ ਚੱਲ ਰਿਹਾ ਕਿ ਨਹੀਂ। ਹਾਂ, ਇਹਦੇ 'ਚ ਇੱਕ ਗੱਲ ਹੋਰ ਬੜੀ ਕਲੀਅਰ ਸੀਗੀ ਕਿ ਇਹੀ ਤੈਅ ਕਰਦਾ ਸੀਗਾ ਕਿ ਇਨਾਮ ਗ੍ਰਾਂਟਸ ਕਿੰਨੀਆਂ ਕੁ ਦੇਣੀਆਂ, ਕਿਹਨੂੰ ਦੇਣੀਆਂ, ਕਿਹੜੇ ਧਰਮ ਦੇ ਕਿਹੜੇ ਸੈਕਟ ਦੇ ਲੋਕਾਂ ਨੂੰ ਦੇਣੀਆਂ। ਮਤਲਬ ਕਿ ਹੁਣ ਆਪਣੇ ਦਿਮਾਗ 'ਚ ਆਊਗਾ ਕਿ ਇਨਾਮ ਗ੍ਰਾਂਟਸ ਹੈ ਕੀ ਆ। ਧਾਰਮਿਕ ਲੋਕਾਂ ਨੂੰ ਉਹਨਾਂ ਦੇ ਧਰਮ ਨੂੰ ਵਧਾਉਣ ਵਾਸਤੇ ਕੁਝ ਗ੍ਰਾਂਟਸ ਦਿੱਤੀਆਂ ਜਾਂਦੀਆਂ ਸੀ ਜਿਨ੍ਹਾਂ ਨੂੰ ਇਨਾਮ ਗ੍ਰਾਂਟਸ ਕਿਹਾ ਜਾਂਦਾ ਸੀ। ਜਿਵੇਂ ਸਪੋਜ਼ ਕਰੋ ਸਿੱਖ ਧਰਮ ਨੂੰ ਜੇ ਕੋਈ ਗ੍ਰਾਂਟ ਮੁਗਲ ਐਮਪਰਰ ਵੇਲੇ ਮਿਲੀ ਹੋਊਗੀ, ਠੀਕ ਆ, ਉਹ ਇਨਾਮ ਗ੍ਰਾਂਟ ਹੋਊਗੀ। ਜਾਂ ਕਿਸੇ ਜੈਨ ਧਰਮ, ਬੁੱਧ ਧਰਮ ਨੂੰ, ਇੰਟਰਸਟਿੰਗ ਗੱਲ ਇਹ ਆ ਕਿ ਇਸ ਮੁਗਲ ਐਮਪਰਰ ਅਕਬਰ ਵੇਲੇ ਇਹ ਇਨਾਮ ਗ੍ਰਾਂਟਸ ਜਿਹੜੀਆਂ ਨੇ ਉਹ ਕੱਲੀਆਂ ਮੁਸਲਮਾਨਾਂ ਨੂੰ ਨਹੀਂ ਮਿਲੀਆਂ। ਮੁਸਲਮਾਨਾਂ 'ਚ ਸੁੰਨੀ ਹੋਣ, ਸ਼ੀਆ ਹੋਣ ਜਾਂ ਕੋਈ ਹੋਰ ਛੋਟਾ ਸੈਕਟ ਹੋਵੇ, ਜਾਂ ਕਿਸੇ ਵੀ ਹੋਰ ਪ੍ਰਕਾਰ ਦੇ ਲੋਕ ਹੋਣ, ਧਰਮ ਦੇ ਲੋਕ ਹੋਣ, ਉਹਨਾਂ ਸਭ ਨੂੰ ਇਹ ਇਨਾਮ ਗ੍ਰਾਂਟਸ ਮਿਲੀਆਂ। ਮਤਲਬ ਕੁਝ ਜ਼ਮੀਨਾਂ ਐਲੋਕੇਟ ਕੀਤੀਆਂ ਗਈਆਂ ਤਾਂ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਖੁੱਲ੍ਹ ਕੇ ਕਰ ਸਕਣ, ਉਹਦਾ ਵਿਸਥਾਰ ਕਰ ਸਕਣ, ਉਹਨਾਂ ਕੋਲ ਜ਼ਮੀਨ ਹੋਵੇ ਜਿੱਥੇ ਉਹ ਆਪਣੇ ਡੇਰੇ, ਆਪਣੇ ਮੰਦਿਰ, ਗੁਰਦੁਆਰੇ ਬਣਾ ਸਕਣ। ਇਸ ਤਰੀਕੇ ਦੀਆਂ ਗ੍ਰਾਂਟਸ ਇਨਾਮ ਗ੍ਰਾਂਟਸ ਕਹਿਲਾਉਂਦੀਆਂ। ਤੇ ਗ੍ਰਾਂਟ ਦੇਣ ਤੋਂ ਪਹਿਲਾਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਜਿਹੜੀਆਂ ਵੀ ਇਹ ਗ੍ਰਾਂਟਸ ਦਿੱਤੀਆਂ ਜਾਣਗੀਆਂ ਨਾ, ਇਹਦੇ 'ਚ ਵੱਧ ਤੋਂ ਵੱਧ ਉਹ ਜ਼ਮੀਨ ਯੂਟੀਲਾਈਜ਼ ਕੀਤੀ ਜਾ ਸਕੇ ਜਿਹੜੀ ਕਿਸਾਨੀ ਦੇ ਕੰਮ ਨਹੀਂ ਗੀ। ਹੁਣ ਜੇ ਆਪਾਂ ਕਿਸੇ ਧਰਮ ਨੂੰ ਇਹ ਗ੍ਰਾਂਟ ਦੇਣੀ, ਉਹਨਾਂ ਨੇ ਬਣਾਉਣਾ ਕਿ ਉੱਥੇ ਮੰਦਿਰ, ਜੇ ਉਹ ਅਨਫਰਟਾਈਲ ਜ਼ਮੀਨ ਵੀ ਆ ਤਾਂ ਉਹਦਾ ਕੋਈ ਨੁਕਸਾਨ ਥੋੜਾ ਹੈ ਬਈ। ਉਹਦੇ ਨਾਲ ਕੀ ਹੋਊਗਾ, ਉਹ ਜ਼ਮੀਨ ਜਿਹੜੀ ਆ ਪੱਧਰ ਹੋ ਜਾਊਗੀ, ਉਹ ਕਿਸੇ ਹੋਰ ਕੰਮ ਲਈ ਯੂਟੀਲਾਈਜ਼ ਹੋ ਜਾਊਗੀ। ਅਦਰਵਾਈਜ਼ ਕੱਲ੍ਹ ਨੂੰ ਉਹ ਜੇ ਕਿਸੇ ਫਰਟਾਈਲ ਜ਼ਮੀਨ ਤੇ, ਆਪਣੇ ਉਪਜਾਊ ਜ਼ਮੀਨ ਤੇ ਆਪਣੇ ਡੇਰੇ ਬਣਾਉਣਗੇ ਤਾਂ ਨੁਕਸਾਨ ਕਰਨਗੇ। ਸੋ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਗਿਆ, ਠੀਕ ਆ। ਸੋ ਇਹਦੇ 'ਚ ਨਾ ਇਹ ਵੀ ਦੂਜੀ ਗੱਲ ਇਹ ਸੀਗਾ ਕਿ ਮੁਹਾਸਿਬ, ਮਤਲਬ ਕਿ ਮੋਰਲ ਕੰਡਕਟ ਜਿਹੜੇ ਸੀਗੇ ਬੇਸਿਕਲੀ ਉਹ ਵੀ ਅਪਾਇੰਟ ਕੀਤੇ ਜਾਂਦੇ ਸੀ ਨਾਲ, ਜਿਹੜੇ ਕਿ ਇਹ ਧਿਆਨ ਰੱਖਦੇ ਸੀਗੇ। ਮੁਹਾਸਿਬਸ ਜਿਹੜੇ ਸੀਗੇ, ਇਹਨਾਂ ਦਾ ਬੇਸਿਕਲੀ ਕੰਮ ਕੀ ਹੁੰਦਾ ਸੀਗਾ, ਜੇ ਮੈਂ ਅੱਜ ਦੇ ਹਿਸਾਬ ਨਾਲ ਦੇਖਾਂ, ਮੋਰਲ ਪੁਲਿਸ ਦਾ ਮਤਲਬ ਹੁੰਦਾ ਕਿ ਉਹ ਵਾਲੀ ਪੁਲਿਸ ਜਿਹੜੀ ਇਸ ਚੀਜ਼ ਨੂੰ ਯਕੀਨੀ ਬਣਾਵੇ ਕਿ ਵਾਕਈ ਲੋਕ ਜਿਹੜੇ ਆ ਉਹ ਸ਼ਰੀਅਤ ਦੇ ਮੁਤਾਬਕ ਜੀ ਰਹੇ ਆ ਕਿ ਨਹੀਂ। ਕਿ ਕਿਤੇ ਕੋਈ ਬੰਦਾ ਅੱਜ ਵੀ ਇੰਡੀਆ ਦੇ ਵਿੱਚ ਤਾਂ ਮੋਰਲ ਪੁਲਿਸਿੰਗ ਜਿਹੜੀ ਆ ਉਹ ਹੈ ਨਹੀਂ। ਹੁਣ ਈਰਾਨ ਦੇ ਵਿੱਚ ਬਹੁਤ ਆ, ਪਿੱਛੇ ਜੇ ਇੱਕ ਲੜਕੀ ਨੂੰ ਇਸੇ ਕਰਕੇ ਹੀ ਸਜ਼ਾ ਹੋਈ ਸੀਗੀ, ਮੋਰਲ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਸੀਗਾ। ਤੇ ਕਰੰਟ ਅਫੇਅਰਸ ਦੇ ਵਿੱਚ ਵੀ ਇਹ ਮੁੱਦਾ ਰਿਹਾ ਸੀਗਾ ਕਿ ਹਾਂ ਫਲਾਣੀ ਲੜਕੀ ਨੂੰ ਮੋਰਲ ਪੁਲਿਸ ਨੇ ਅਰੈਸਟ ਕੀਤਾ ਹੈ। ਤਾਂ ਇੰਡੀਆ ਵਰਗੇ ਦੇਸ਼ 'ਚ ਜਿਹੜੀ ਕਿ ਸੈਕੂਲਰ ਕੰਟਰੀਜ਼ ਨੇ, ਉੱਥੇ ਹੁਣੇ ਮੋਰਲ ਪੁਲਿਸ ਦਾ ਕਨਸੈਪਟ ਖਤਮ ਆ। ਪਰ ਜਿੰਨੇ ਵੀ ਆਰਥੋਡਾਕਸ ਕੰਟਰੀਜ਼ ਨੇ, ਕੰਜ਼ਰਵੇਟਿਵ ਕੰਟਰੀਜ਼ ਨੇ, ਜਿਹੜੇ ਕੰਟਰੀਜ਼ ਦੀ ਇੱਕ ਧਰਮ ਦੇ ਨਾਮ ਤੇ ਸਥਾਪਤੀ ਹੋਈ ਆ, ਜਿਵੇਂ ਸਪੋਜ਼ ਕਰੋ ਪਾਕਿਸਤਾਨ, ਇਸਲਾਮਿਕ ਕੰਟਰੀ ਇੱਕ, ਕਿਉਂਕਿ ਉਹਦਾ ਸੰਵਿਧਾਨ ਹੀ ਕਹਿੰਦਾ ਹੈ ਇਸਲਾਮਿਕ ਸਟੇਟ ਆਫ ਪਾਕਿਸਤਾਨ, ਇਸਲਾਮਿਕ ਸਟੇਟ ਆਫ ਆਪਣਾ ਸਾਊਦੀ, ਠੀਕ ਆ। ਇਸੇ ਤਰੀਕੇ ਨਾਲ ਕਈ ਇਹੋ ਜਿਹੇ ਯੂਰੋਪੀਅਨ ਕੰਟਰੀਜ਼ ਨੇ ਜਿਹੜੇ ਆਪਣੇ ਸੰਵਿਧਾਨ 'ਚ ਹੀ ਲਿਖਦੇ ਆ ਕਿ ਅਸੀਂ ਕ੍ਰਿਸਚਨ ਕੰਟਰੀਜ਼ ਆ। ਹਾਂ, ਜਿਹੜੇ ਆ ਮੇਨ ਯੂਰੋਪੀਅਨ ਕੰਟਰੀਜ਼ ਆ ਜਿਨ੍ਹਾਂ ਨੂੰ ਅਸੀਂ ਤਰੱਕੀ ਕੀਤੀ ਦੇਖਦੇ ਆ, ਉਹ ਦੇਸ਼ ਸੈਕੂਲਰ ਨੇ।
ठीक है, वो किसी धर्म का पक्ष नहीं रखते। पर जेडे आ थोड़े जे रिलीजीअस ऑटोक्रेटिक कंट्रीज होंदे ने तक जेडे कि धर्म के आधार पर बने हुए देश ने, उत्थे मॉरल पुलिसिंग जां उस टाइम के कॉन्सैप्ट के हिसाब नाल देखिए कि दैट इज़ मुआसिब्स, ये कॉन्सैप्ट सीगा मॉरल पुलिसिंग का काम सी निगरानी करना। लो जी, सेंट्रल एडमिनिस्ट्रेशन नूं समझण तो बाद हुण गल करदे आ कि ਜਿਹੜੀਆਂ इन्ने अगे प्रोविंस बनाईयां सी, ਇਹਦਾ मतलब एक गल समझ गए जे तुसीं ਇਹਨੂੰ गौर नाल पढ़ो। इस तो पहला एक लैक्चर पढ़ाया सी मैं शेरशाह सूरी दा। जे मैं शेरशाह सूरी की गल करां, जे मैं शेरशाह सूरी दे वेले की गल करां ते आपां शेरशाह सूरी दे वेले एक चीज़ पढ़ी हुई है कि शेरशाह सूरी ने अपने सेंटर नूं, अपनी सरकार नूं, अपने सिस्टम नूं अगे सरकार च वंडिया होया सीगा। इन्ने वो ढांचा खत्म किया। इन्हें कहा कि सेंटर जिहड़ा है वो अगे प्रोविंसिस दे विच वंडिया जाऊगा, जिन्हों उस टाइम कहा जाता सी सूबा। अज दे हिसाब नाल जो मर्जी कह सकते इहनूं आपां, ठीक आ। सूबिਆਂ च वंडिया जाऊगा ते हर सूबे का एक मुखी होऊगा, जिन्हों की कहा जाऊगा सूबेदार। अज के कॉन्टैक्सट जिन्नी ये पावर सूबेदार को होंदी सी वो एक मुख मंत्री है। पर अज के मुख मंत्री के हिसाब नाल देखा जाए, अज का मुख मंत्री डेमोक्रेटिकली चुनिया होया है। उस वेले का सूबेदार जां मुख मंत्री जिहड़ा सीगा वो एंपरर द्वारा चुनिया जाता सी। फिर उस तो बाद एक जिला आ जाता सी जिन्हों कहा जाता सी सरकार, ठीक है। सरकार नूं चलाउण वास्ते दो अफसर हुंदे सीगे। एक हुंदा सी फौजदार जिहड़ा अज दे SSP दे बराबर हुंदा सी, जिहड़ा लॉ एंड ऑर्डर मेनटेन करदा सी। एक आलमगुजार जिहड़ा लैंड रेवन्यू दी कलैक्शन करदा सी, अज दे हिसाब नाल कलैक्टर साहब, ठीक है। जिहड़ा काम अज दे हिसाब नाल जे मैनूं कोई पुछे कि किन्नू मिलिया होया, मैं कहूँगा DC साहब नूं कलैक्टर दा काम दे दिंदे आ कल, क्योंकि पटवारियां दा, तहसीलदारां दा, नैबां दा ते कानूगोआं दा मुखी भी DC हुंदा है। कदी भी नोटिस करो जिहड़ा DC साहब हुंदे आ किसी भी जिले दे, वो की करते हैं, पटवारी तो लैके कानूगो तक की भर्ती उही तो करते हैं, उही अपॉइंटमेंट करते हैं। सो वो बेसिकली DC को एक अथॉरिटी होंदी है कि वो एक्स ऑफिशो ही जिस जिले का DC है ना, उस जिले का एक्स ऑफिशो मतलब इस पोजीशन ते होने के नाते उहदे कोल दूजी पोजीशन मिलनी है, उहदे कोल एक्स ऑफिशो ही कलैक्टर की पोजीशन हुंदी है ते एक्स ऑफिशो ही वो अपने इलाके का मैजिस्ट्रेट भी हुंदा है। DC हमेशा DC नहीं हुंदा, वो DC कम DM कम कलैक्टर हुंदा है। सो आ काम हुंदा सी आलमगुजार वाला, अज दे हिसाब नाल DC साहब कोल ते ये SSP कोल। जे कोई मैनूं अच्छा अज दे हिसाब नाल फौजदार कौन आ, SP प्लस DM, क्योंकि अज लॉ एंड ऑर्डर का काम जिहड़ा ना दो जणिਆਂ ਨੂੰ ਦਿੱਤਾ ਹੋਇਆ है, ठीक है। पटियाले च किन्नू मिलिया होया है, SP SSP कम की नाम है DM डिस्ट्रिक्ट मैजिस्ट्रेट मतलब DC साहब कोल। पर लुधियाने च ये काम इहदे कोल नहीं हैगा। ਜਿਹੜੇ पंजाब के कुछ जिले ने, जिवें सपोज करो जिथे थोड़ा जिहा जां तां कह लो कि बदमाशी टाइप जां लॉ एंड ऑर्डर ज़्यादा खराब हो जाता है, तो जां उत्थे माहौल वध खराब हो जाए। जिवें हुण इस टाइम पंजाब का एक जिला है जिहड़ा है तां पंजाब का बड़ा छोटा जिला मोगा, ठीक है, पर उत्थे बदमाशी इस लैवल ते पहुँच चुकी है कि हुण शायद पंजाब सरकार ये विचार कर ले कि ऑलदो ये छोटा जिला है पर इत्थे ना सिस्टम सैट नहीं आ रहा। लॉ एंड ऑर्डर पंजाब के जिलिਆਂ ਦੇ ਵਿੱਚ दो ਹੱਥਾਂ 'ਚ ਆ। ਕਿਹਦੇ ਕੋਲ ਆ? ਅੱਧੀ ਪਾਵਰ ਕਿਹਦੇ ਕੋਲ ਆ? SSP ਕੋਲ ਤੇ ਅੱਧੀ ਪਾਵਰ ਕਿਹਦੇ ਕੋਲ ਆ? DM ਕੋਲ। ਜਾਨੀ ਕਿ ਜਿਹੜਾ DC ਉਹ DM ਵੀ ਹੁੰਦਾ ਹੈ। ਕਹਿੰਦੇ ਜਿੱਥੇ ਆਪਾਂ ਨੂੰ ਲੱਗੇ ਨਾ ਮਾਹੌਲ ਵੱਧ ਖਰਾਬ ਆ, ਉੱਥੇ ਪਤਾ ਕੀ ਕਰ ਦੇਣਾ ਚਾਹੀਦਾ ਹੈ? ਉੱਥੇ ਇਹ ਪਾਵਰ ਕਿਸੇ ਇੱਕ ਬੰਦੇ ਨੂੰ ਦੇ ਦੇਣੀ ਚਾਹੀਦੀ ਹੈ। ਜਿੱਥੇ ਤੁਸੀਂ ਇਹ ਪਾਵਰ ਇੱਕ ਬੰਦੇ ਨੂੰ ਦੇਤੀ, ਉੱਥੇ ਫਿਰ पंजाब पुलिस का आ सिस्टम खत्म हो जाता सुपरिटेंडेंट वाला। उत्थे फिर ना तो कोई इंस्पैक्टर तो उपर DSP हुंदा है, ना ही उस जिले च तुहानूं कदी कोई SP मिलूगा, तो ना ही SSP मिलूगा, तो ना ही उस जिले च तुहानूं कोई DIG मिलूगा। DIG साहब भी उस जिले च नहीं होणगे। उन्हां जिलिਆਂ च इंस्पैक्टर तो उपरले रैंक हो जाणगे ASP, फिर उस तो बाद आ जाऊगा अपने ACP तो ऊपर आ जाऊगा DCP, तो DCP तो ऊपर आ जाऊगा CP कमिश्नर ऑफ पुलिस। ये जिहड़ा कमिश्नर ऑफ पुलिस हुंदा ना बंदा, ये ऑफिसर बहुत उच्चे लैवल का ऑफिसर हो जाता है। ਜਿਹੜੇ स्टेट ਦੇ ਵਿੱਚ ਇਹ सिस्टम आ जाए ना, ਉਹਨੂੰ ਕਹਿ ਦਿੰਦੇ ਆ कमिश्नरेट सिस्टम। ਕਿਹੜਾ सिस्टम? कमिश्नरेट सिस्टम। ਤਾਂ ਫਿਰ ਉੱਥੇ ਜਿਹੜਾ कमिश्नर ਹੋਊਗਾ ना, ਉਹ ਜਿਹੜੇ ਜ਼ਿਲ੍ਹੇ 'ਚ कमिश्नरेट सिस्टम आ गया, ਉੱਥੇ DC ਜਿਹੜਾ ਹੈ ਨਾ, ਉਹ DC ਕਮ ਕਲੈਕਟਰ ਰਹਿ ਜਾਊਗਾ। ਕਿ ਉੱਥੇ ਉਹ DC ਕਮ ਕਲੈਕਟਰ ਕਮ DM ਹੋਊਗਾ? ਫਿਰ ਨਹੀਂ ਹੋਊਗਾ, ਕਿਉਂਕਿ ਉੱਥੇ ਉਹ DM ਵਾਲਾ ਪਾਵਰ ਕਿਹਦੇ ਕੋਲ ਦੇ ਦਿੱਤੀ ਗਈ ਹੈ ਭਲਾ? ਕਮਿਸ਼ਨਰ ਨੂੰ ਦੇਤੀ, ਤੇ ਉਹ ਪੁਲਿਸ ਦੀ ਵਰਦੀ 'ਚ ਹੋਊਗਾ। ਫਿਰ मतलब पटियाले ਦੇ ਵਿੱਚ ਜਿਹੜਾ ਸਭ ਤੋਂ ਹਾਈਐਸਟ ਰੈਂਕ ਤੇ ਆਫੀਸਰ ਆ ਪੁਲਿਸ ਵਾਲੇ ਪਾਸਿਓਂ, ਉਹ ਕੌਣ ਆ? SSP। ਉਹ ਵੀ ਆਪਣੀਆਂ ਪਾਵਰਾਂ ਕਿਹਦੇ ਕੋਲ ਲੈਂਦਾ? ਪਟਿਆਲੇ ਦੇ DM ਤੋਂ। ਪਰ ਉੱਥੇ ਲੁਧਿਆਣੇ 'ਚ ਕੌਣ ਆ?
ਲੁਧਿਆਣੇ 'ਚ ਉਹ SSP ਨਹੀਂ ਹੋਊਗਾ। ਫਿਰ ਲੁਧਿਆਣੇ 'ਚ ਕੌਣ ਆ? ਕਮਿਸ਼ਨਰ। ਉੱਥੇ CP ਆ। ਦਿੱਲੀ 'ਚ ਵੀ ਕਮਿਸ਼ਨਰ ਆਫ ਪੁਲਿਸ ਹੀ ਆ, ਠੀਕ ਆ। ਫਿਰ ਮੈਂ ਇਹਨੂੰ ਬਣਾਉਣ ਲੱਗੇ ਇਹ ਬੜਾ ਧਿਆਨ ਰੱਖਿਆ ਕਿ ਇੱਥੇ DCP ਇੱਥੇ ਆ ਜਾਊਗਾ। ਹੁਣ ਸਪੋਜ਼ ਕਰੋ ਜਿਹੜਾ ਬੰਦਾ ਪਟਿਆਲੇ 'ਚ SSP ਆ, ਜਿਹੜਾ ਬੰਦਾ ਪਟਿਆਲੇ 'ਚ SSP ਆ, ਉਹ ਬੰਦਾ ਜੇ ਉਹਦੀ ਟਰਾਂਸਫਰ ਹੋ ਜਾਏ ਲੁਧਿਆਣੇ, ਤਾਂ ਲੁਧਿਆਣੇ ਜਾ ਕੇ ਕੀ ਬਣੂਗਾ? ਕਮਿਸ਼ਨਰ ਨਹੀਂ ਬਣ ਸਕਦਾ ਕਦੇ ਵੀ, ਕਿਉਂਕਿ ਕਮਿਸ਼ਨਰ ਦੇ SSP ਦੇ ਪਟਿਆਲੇ 'ਚ ਉਹਦੇ ਕੋਲ DM ਦੀਆਂ ਪਾਵਰਾਂ ਹੈ ਨਹੀਂ। ਪਰ ਲੁਧਿਆਣੇ ਜਾ ਕੇ ਜੇ ਉਹਨੂੰ ਤੁਸੀਂ ਕਮਿਸ਼ਨਰ ਲਾਤਾ ਲੁਧਿਆਣੇ ਦਾ, ਤਾਂ ਫਿਰ ਉਹਦੇ ਕੋਲ DM ਦੀਆਂ ਪਾਵਰਾਂ ਆ ਗਈਆਂ, ਉਹ ਤਾਂ ਫਿਰ ਵੱਧ ਪਾਵਰਫੁਲ ਹੋ ਗਿਆ। ਉਹਦੇ ਬਰਾਬਰ ਦਾ ਉੱਥੇ ਆਫਿਸ ਹੁੰਦਾ DCP, ਡਿਪਟੀ ਕਮਿਸ਼ਨਰ ਆਫ ਪੁਲਿਸ। ਪਟਿਆਲੇ 'ਚ ਤੁਹਾਨੂੰ ਕਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਨਹੀਂ ਲੱਭੂਗਾ। ਪਟਿਆਲੇ 'ਚ SSP ਤੋਂ ਥੱਲੇ SP, ਉਸ ਤੋਂ ਥੱਲੇ DSP, ਉਸ ਤੋਂ ਥੱਲੇ ਪੰਜਾਬ ਪੁਲਿਸ ਇੰਸਪੈਕਟਰ, ਸਬ ਇੰਸਪੈਕਟਰ, ਅਸਿਸਟੈਂਟ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਤੇ ਹੋਮਗਾਰਡ, ਠੀਕ ਆ। ਇਹ ਹਾਇਰਾਰਕੀ ਚੱਲਦੀ ਹੈ। ਸੋ ਇੱਥੇ ਆ ਕੇ ਜੇ ਆਪਾਂ ਇਸ ਪਾਸੇ ਦੀ ਗੱਲ ਕਰੀਏ, ਤਾਂ ਇੱਥੇ ਜਿਹੜਾ ਕਮਿਸ਼ਨਰ ਆਫ ਪੁਲਿਸ ਆ ਨਾ, ਇਹਨੂੰ ਮੈਂ ਕਹਿ ਸਕਦਾ ਕਿ ਕਾਕਾ ਜੀ ਤੇਰੇ ਕੋਲ ਪੂਰਾ ਲਾਅ ਐਂਡ ਆਰਡਰ ਆ, ਫੁੱਲ ਲਾਅ ਐਂਡ ਆਰਡਰ ਇਹਦੇ ਅੰਡਰ ਆ। ਲੁਧਿਆਣਾ ਤੇ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ 'ਚ ਸਾਡੇ ਕਮਿਸ਼ਨਰੇਟ ਸਿਸਟਮ ਆ। ਉੱਥੇ ਬੰਦਾ ਜਾ ਕੇ CP ਲੱਗਦਾ ਹੈ, ਕਮਿਸ਼ਨਰ ਆਫ ਪੁਲਿਸ ਲੱਗਦਾ, ਤੇ ਬੜੀ ਪਾਵਰਫੁਲ ਪੋਸਟ ਹੈ, ਠੀਕ ਆ। ਤੇ ਜਿਹੜੇ ਜ਼ਿਲ੍ਹੇ ਦੇ ਵਿੱਚ ਕੰਟਰੋਲ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਆ, ਉੱਥੇ ਪੁਲਿਸ ਕਿਹੜੇ ਸਿਸਟਮ 'ਚੋਂ ਕਿਹੜੇ ਸਿਸਟਮ 'ਚ ਸਵਿਚ ਕੀਤੀ ਜਾ ਰਹੀ ਆ? ਸੁਪਰੀਡੈਂਡੈਂਟ ਸਿਸਟਮ 'ਚੋਂ ਕਿਹੜੇ ਸਿਸਟਮ 'ਚ? ਕਮਿਸ਼ਨਰੇਟ ਸਿਸਟਮ 'ਚ ਲੈ ਕੇ ਜਾਈ ਜਾ ਰਹੀ ਹੈ ਪੁਲਿਸ। ਗੱਲਾਂ ਦਾ ਪਤਾ, ਬਾਕੀ ਇਹ ਪ੍ਰੀ ਦੇ ਹਿਸਾਬ ਨਾਲ ਨਹੀਂ, ਮੇਨਸ ਦੇ ਹਿਸਾਬ ਨਾਲ ਤਾਂ ਫਿਰ ਮੈਂ ਪੂਰੇ ਦਾ ਪੂਰਾ ਲੈਕਚਰ ਹੀ ਦਊਂਗਾ ਨਾ ਇਹਦਾ, ਕਿ ਕਮਿਸ਼ਨਰੇਟ ਸਿਸਟਮ ਕੀ ਆ, ਪੁਲਿਸ ਸਿਸਟਮ ਕੀ ਆ। ਦਿਸ ਇਜ਼ ਦ ਪਾਰਟ ਆਫ ਜਰਨਲ ਸਟੱਡੀਜ਼ ਪੇਪਰ 2, ਪੋਲਿਟੀ ਗਵਰਨੈਂਸ, ਕਨਸਟੀਟਿਊਸ਼ਨ ਗਵਰਨੈਂਸ ਜਿਹੜਾ ਵਾਲਾ ਪੋਰਸ਼ਨ ਹੁੰਦਾ ਹੈ, ਉਹਦੇ 'ਚ ਗਵਰਨੈਂਸ ਦੇ ਵਿੱਚ ਆਉਂਦਾ ਹੈ ਕਮਿਸ਼ਨਰੇਟ ਸਿਸਟਮ ਤੇ ਆ, ਤਾਂ ਕਿ ਆਪਾਂ ਨੂੰ ਪਤਾ ਲੱਗੇ। ਆਹ ਆਈਡੀਆ ਜਿਹਾ ਲੱਗ ਗਿਆ ਤੁਹਾਨੂੰ ਇੱਕ। ਤਾਂ ਮੈਨੂੰ ਇੱਕ ਗੱਲ ਦੱਸੋ, ਫਿਰ ਮੈਂ ਕੀ ਕਹਿ ਸਕਦਾ ਕਿ ਆਲਮ ਗੁਜ਼ਾਰ ਜਿਹੜਾ ਹੈ ਇਹ ਕਮਿਸ਼ਨਰ ਆਫ ਪੁਲਿਸ ਆ, ਕਿਉਂਕਿ ਅਦਰਵਾਈਜ਼ ਮੈਨੂੰ SP ਸਮਝਾਉਣਾ ਪੈਣਾ ਸੀ। ਇਹ ਕਮਿਸ਼ਨਰ ਆਫ ਪੁਲਿਸ ਆ, ਸੌਰੀ ਆਪਣਾ ਆਹ ਵਾਲਾ, ਤੇ ਇਹ ਕੌਣ ਆ ਭਲਾ? ਕਲੈਕਟਰ, ਠੀਕ ਆ। ਤੇ ਫੌਜਦਾਰ ਕਮਿਸ਼ਨਰ ਆਫ ਪੁਲਿਸ ਨੂੰ ਕਵਾਂਗੇ, ਤੇ ਆਲਮਗੁਜ਼ਾਰ ਕਵਾਂਗੇ ਕਲੈਕਟਰ ਸਾਹਿਬ ਨੂੰ, ਜਿਹੜੇ ਵੀ ਜ਼ਿਲ੍ਹੇ ਦਾ DC। ਕਿਉਂਕਿ ਅਸਲ 'ਚ ਪਤਾ ਕੀ ਆ, ਨਾਰਥ ਇੰਡੀਆ ਦੇ ਵਿੱਚ ਨਾ ਕਲੈਕਟਰ ਦੀ ਹੈਸੀਅਤ ਇੰਨੀ ਨਹੀਂ ਹੈਗੀ। ਨਾਰਥ ਇੰਡੀਆ ਦੇ ਵਿੱਚ ਕਲੈਕਟਰ ਦੀ ਕਦੇ ਹੈਸੀਅਤ ਨਹੀਂ ਹੈਗੀ, ਕਿਉਂਕਿ ਕਲੈਕਟਰ ਦੇ ਤੌਰ ਤੇ ਉਹਨੇ ਕੀ ਕਰਨਾ ਹੁੰਦਾ ਭਲਾ? ਕਲੈਕਸ਼ਨਾਂ ਕਰਨੀਆਂ ਰੈਵਨਿਊ ਦੀਆਂ, ਤੇ ਉਹਨੇ ਕਰਕੇ ਕੀ ਦੇਣਾ ਹੁੰਦਾ ਭਲਾ? ਪਾਣੀਆਂ ਦਾ ਪ੍ਰਬੰਧ ਕਰਕੇ ਦੇਣਾ ਹੁੰਦਾ। ਪਟਵਾਰੀਆਂ ਦੇ ਕੋਲੋਂ ਨਾਲੀ ਉਹ ਜਿਹੜੀਆਂ ਉਹ ਖਾਲ ਵਗੈਰਾ ਸੀਗੇ, ਉਹਨਾਂ ਦਾ ਸਾਰਾ ਹਿਸਾਬ ਕਿਤਾਬ ਹੁੰਦਾ। ਨਾਰਥ ਇੰਡੀਆ 'ਚ ਇਹ ਚੀਜ਼ ਇੰਨੀ ਮਸ਼ਹੂਰ ਨਹੀਂ ਹੈਗੀ, ਕਿਉਂਕਿ ਨਾਰਥ ਇੰਡੀਆ ਦੀਆਂ ਜਿਹੜੀਆਂ 4 ਸਟੇਟਾਂ ਅਸੀਂ ਗੱਲ ਕਰਦੇ ਹਾਂ, UP, ਪੰਜਾਬ, ਹਰਿਆਣਾ, ਠੀਕ ਆ। ਇਹਨਾਂ ਸਟੇਟਾਂ ਦੀ ਇੱਕ ਸਮੱਸਿਆ ਪਤਾ ਕੀ ਆ? ਇੱਥੇ ਲੋਕਾਂ ਨੇ ਖੂਹੀ ਬਹੁਤ ਪੱਟ ਲਏ ਆਪਣੇ, ਇਸ ਕਰਕੇ ਇੱਥੇ ਜੇ ਤੁਸੀਂ ਪੁੱਛੋਗੇ ਕਲੈਕਟਰ ਸਾਹਿਬ ਇੰਨੇ ਮਸ਼ਹੂਰ ਨਹੀਂ ਹੋਏ। ਇੱਥੇ ਪਟਵਾਰੀਆਂ ਦਾ, ਨੈਬਾਂ ਦਾ, ਤਹਿਸੀਲਦਾਰਾਂ ਦਾ ਰੋਲ ਉਹਨਾਂ ਨਹੀਂ ਹੈਗਾ ਜਿੰਨਾ ਸਾਊਥ ਇੰਡੀਆ 'ਚ। ਤੁਸੀਂ ਸਾਊਥ ਇੰਡੀਆ ਟੱਚ ਦੀ ਕੋਈ ਵੀ ਮੂਵੀ ਦੇਖੋ, ਉੱਥੇ ਤੁਹਾਨੂੰ ਉਹ DC ਕਹਿੰਦੇ ਘੱਟ ਮਿਲਣਗੇ। ਉੱਥੇ ਤੁਹਾਨੂੰ ਇੱਥੇ ਕਹਿਣਗੇ ਕਿ ਇੱਥੋਂ ਦੇ ਗਾਣੇ ਫਿਲਮਾਂ 'ਚ ਤੁਹਾਨੂੰ ਰਿਫਲੈਕਟ ਹੁੰਦਾ ਕਿ ਤੂੰ DC ਲੱਗਾ, ਠੀਕ ਆ, ਜਾਂ ਮਤਲਬ ਕਿ DC ਵੀ ਸਲੂਟ ਉਹਨੂੰ ਮਾਰਦਾ, ਤਾਂ ਉਹ ਇੱਧਰ ਦੇ ਪਾਸੇ DC ਸਾਹਿਬ ਸਲੂਟ ਮਾਰਦੇ ਆ। ਸਾਊਥ ਇੰਡੀਆ ਵਾਲੇ ਪਾਸੇ ਸੂਰਿਆਵੰਸ਼ਮ, ਉਹਦੇ 'ਚੋਂ ਅਮਿਤਾਭ ਬੱਚਨ ਦੀ ਨੌਂ ਆ ਜਿਹੜੀ, ਉਹ DC ਨਹੀਂ ਬਣਦੀ, ਉਹ ਕੀ ਬਣਦੀ ਆ? ਕਲੈਕਟਰ ਬਣਦੀ ਆ। ਕਿਉਂਕਿ ਸਾਊਥ ਇੰਡੀਆ 'ਚ ਸੂਰਿਆਵੰਸ਼ਮ ਆ, ਮੂਵੀ ਦਾ ਨਾਂ ਕੀ ਹੈ? ਸੂਰਿਆਵੰਸ਼ਮ। ਉਹਦੇ 'ਚੋਂ ਕਲੈਕਟਰ ਬਣਦੀ ਹੈ, ਜਦ ਕਿ ਹੈ ਉਹ DC ਹੈ। ਸੋ ਨਾਰਥ ਤੇ ਸਾਊਥ ਇੰਡੀਆ 'ਚ ਸਥਿਤੀਆਂ ਇਸ ਕਰਕੇ ਅੱਡ ਆ, ਬਿਕੋਜ਼ ਉੱਥੇ ਜਿਹੜੀਆਂ ਨਹਿਰਾਂ ਨੇ ਨਾ, ਉੱਥੇ ਨਦੀਆਂ ਜਿਹੜੀਆਂ, ਉਹਨਾਂ ਦਾ ਪਾਣੀ ਲੱਗਦਾ ਉਹਨਾਂ ਇਲਾਕਿਆਂ 'ਚ, ਠੀਕ ਆ। ਤੇ ਉਹਨਾਂ ਨੂੰ ਨਾ ਅੱਜ ਵੀ ਪੁਰਾਣੇ ਟ੍ਰੈਡੀਸ਼ਨਲ ਤਾਲੁਕਾ ਦੇ ਹਿਸਾਬ ਨਾਲ ਵੰਡਿਆ ਹੋਇਆ ਹੈ, ਜ਼ਿਲ੍ਹੇ ਦੇ ਅੰਦਰ ਤਾਲੁਕਾਸ, ਤਾਂ ਕਿ ਉੱਥੇ ਅੱਜ ਵੀ ਉਹ ਰੈਵਨਿਊ ਸਿਸਟਮ ਹੀ ਚੱਲਦਾ ਹੈ ਕਿ ਅੱਛਾ ਸਾਡੇ ਖੇਤਾਂ ਨੂੰ ਪਾਣੀ ਪੈ ਗਿਆ, ਸਾਡੇ ਖੇਤਾਂ ਨੂੰ ਪਾਣੀ ਦਿਓ। ਸੋ ਇਹ ਸਾਰਾ ਸਿਸਟਮ ਹੋਣ ਕਰਕੇ ਉੱਥੇ ਕਲੈਕਟਰ ਦੀ ਹੈਸੀਅਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਡਿਪਟੀ ਕਮਿਸ਼ਨਰ। ਨਾਰਥ ਇੰਡੀਆ 'ਚ ਡਿਪਟੀ ਕਮਿਸ਼ਨਰ ਦੀ ਹੈਸੀਅਤ ਜ਼ਿਆਦਾ ਹੈ। ਸੋ ਪਰ ਇਹ ਆ ਕਿ ਸਰਕਾਰ ਇੱਕ ਜ਼ਿਲ੍ਹੇ ਲੈਵਲ ਦਾ ਕੰਮ ਜਿਹੜਾ ਸਮਝਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਆ ਗਈ ਸਬ ਡਿਵੀਜ਼ਨ। ਸਬ ਡਿਵੀਜ਼ਨ ਦਾ ਮਤਲਬ ਆ ਪਰਗਨਾਜ਼। ਉੱਥੋਂ ਦਾ ਮੁਖੀ ਹੁੰਦਾ ਸੀ ਸ਼ਿਕਾਦਾਰ, ਅੱਜ ਦੇ ਹਿਸਾਬ ਨਾਲ ਇਹ SDM। ਤੇ ਜਿਹੜਾ ਉੱਪਰੋਂ ਇਹਨੂੰ ਕਮਿਸ਼ਨਰ ਕੰਮ ਦਿੰਦਾ ਸੀਗਾ, ਜਾਨੀ ਕਿ ਫੌਜਦਾਰ ਕੰਮ ਦਿੰਦਾ ਸੀ, ਉਹਨੂੰ ਵੀ ਇਹੀ ਦੇਖਦਾ ਹੈ। ਉੱਪਰੋਂ ਜਿਹੜਾ ਇਹਨੂੰ ਕੌਣ ਆਲਮਗੁਜ਼ਾਰ ਕੰਮ ਦਿੰਦਾ ਸੀਗਾ, ਠੀਕ ਆ, ਕਲੈਕਟਰ, ਉਹ ਵੀ ਇਹੀ ਦੇਖਦਾ ਹੈ। ਤੇ ਅੱਜ ਵੀ ਦੇਖ ਲਓ, ਤੁਹਾਨੂੰ ਅੱਜ ਜ਼ਿਲ੍ਹਿਆਂ ਦੇ ਵਿੱਚ ਕਮਿਸ਼ਨਰ ਵੀ ਮਿਲੂਗਾ,
ਤੇ ਜ਼ਿਲ੍ਹਿਆਂ ਦੇ ਵਿੱਚ ਕਲੈਕਟਰ ਵੀ ਮਿਲੂਗਾ। ਪਰ ਕੀ ਤੁਹਾਨੂੰ ਸਬ ਡਿਵੀਜ਼ਨ ਦੇ ਵਿੱਚ ਇਹ ਦੋਵੇਂ ਪੋਸਟਾਂ ਅੱਡ ਮਿਲਣਗੀਆਂ? ਅੱਜ ਵੀ ਸਾਡਾ ਸਿਸਟਮ ਐਵੇਂ ਹੀ ਚੱਲਦਾ ਹੈ। ਅੱਜ ਇੱਕੋ ਐਸਡੀਐਮ ਹੀ ਆ ਜਿਹੜਾ ਕਲੈਕਸ਼ਨ ਦਾ ਕੰਮ ਵੀ ਉਹੀ ਦੇਖਦਾ ਹੈ, ਪਟਵਾਰੀਆਂ ਤੋਂ ਹਿਸਾਬ ਕਿਤਾਬ ਲੈ ਕੇ ਉੱਪਰ ਕਲੈਕਟਰ ਤੱਕ ਵੀ ਉਹੀ ਪਹੁੰਚਾਉਂਦਾ ਹੈ, ਤੇ ਲਾਅ ਐਂਡ ਆਰਡਰ ਨੂੰ ਵੀ ਆਪਣੀ ਸਟੇਟ 'ਚ ਉਹੀ ਮੇਨਟੇਨ ਕਰਦਾ ਹੈ। ਜਦੋਂ ਦਫਾ 144 ਜਾਂ ਦਫਾ 141 ਲਾਉਣੀ ਹੋਵੇ ਮਾਹੌਲ ਖਰਾਬ ਹੋਏ ਤੇ ਉਹ ਵੀ ਐਸਡੀਐਮ ਹੀ ਲਾਉਂਦਾ ਹੈ। ਐਸਡੀਐਮ ਕੋਲੋਂ ਅੱਜ ਵੀ ਸਿਸਟਮ ਅਕਬਰ ਵਾਲਾ ਹੀ ਚੱਲ ਰਿਹਾ ਹੈ ਕਿ ਐਸਡੀਐਮ ਕੋਲ ਦੋਵਾਂ ਦੀਆਂ ਪਾਵਰਾਂ ਹੁੰਦੀਆਂ। ਉਹਦੀ ਵਜ੍ਹਾ ਪਤਾ ਕੀ ਆ? ਅਫਸਰ ਕਾਬਲ ਹੁੰਦਾ ਹੈ, ਉਹਦੇ ਕੋਲ ਪੂਰਾ ਜ਼ਿਲ੍ਹਾ ਹੈ, ਇਹਦੇ ਕੋਲ ਜ਼ਿਲ੍ਹੇ ਦਾ 5ਵਾਂ ਹਿੱਸਾ ਹੋਊਗਾ। ਕਹਿੰਦੇ ਇਹ ਦੋਵੇਂ ਕੰਮ ਇੱਕੋ ਹੀ ਬੰਦਾ ਦੇਖ ਲੇ ਤਾਂ ਕੀ ਮਾੜੀ ਗੱਲ ਆ। ਅੱਗੇ ਆ ਜਾਓ ਵਿਲੇਜ ਮੁਕੱਦਮ। ਸੋ ਆਹ ਕਹਾਣੀ ਤਾਂ ਕਲੀਅਰ ਹੋ ਗਈ। ਸੋ ਆਹ ਰਿਪੀਟ ਹੋ ਗਿਆ ਅੱਗੇ ਕਿ ਸੂਬੇ ਦਾ ਮੁਖੀ ਸੂਬੇਦਾਰ ਹੁੰਦਾ ਸੀਗਾ ਤੇ ਸੂਬੇਦਾਰ ਜਿਹੜਾ ਸੀ ਉਹ ਪੂਰੀ ਪ੍ਰੋਵਿੰਸ ਦਾ ਮਾਲਕ। ਦੱਸਣ ਦੀ ਲੋੜ ਹੀ ਨਹੀਂ ਇਹ, ਠੀਕ ਆ। ਸੋ ਹੈਡ ਆਫ ਦੀ ਰੈਵਨਿਊ ਜਿਹੜਾ ਜਿਵੇਂ ਆਪਣਾ ਸਟੇਟ ਆ, ਸਟੇਟ ਦੇ ਵਿੱਚ ਇੱਕ ਜਿਹੜਾ ਪੈਸੇ ਵਗੈਰਾ ਇਕੱਠੇ ਕਰਦਾ ਹੁੰਦਾ ਸੀਗਾ ਰੈਵਨਿਊ ਡਿਪਾਰਟਮੈਂਟ, ਜਿਵੇਂ ਸਟੇਟ ਦਾ ਰੈਵਨਿਊ ਮਿਨਿਸਟਰ, ਉਹਨੂੰ ਕਹਿ ਦਿੰਦੇ ਸੀਗੇ ਦੀਵਾਨ। ਜਿਹੜਾ ਸੈਂਟਰ 'ਚ ਪੈਸੇ ਇਕੱਠੇ ਕਰਦਾ ਸੀ ਉਹ ਚੀਫ ਦੀਵਾਨ, ਠੀਕ ਆ। ਸੋ ਇਹ ਦੀਵਾਨ ਜਿਹੜਾ ਸੀਗਾ ਇਹਦੀ ਅਪਾਇੰਟਮੈਂਟ ਵੀ ਐਂਪਰਰ ਦੁਆਰਾ ਕੀਤੀ ਜਾਂਦੀ ਸੀ। ਪੰਜਾਬੀ 'ਚ ਇਹ ਸਮਝ ਲਓ ਕਿ ਇੱਕ ਐਂਪਰਰ ਦਿੱਲੀ ਦਾ ਮੁਗਲ ਸ਼ਾਸਕ ਆਪਣੀਆਂ ਪ੍ਰੋਵਿੰਸਿਸ ਦੇ ਵਿੱਚ ਜਿਹੜੇ ਦੀਵਾਨ ਅਪਾਇੰਟ ਕਰਦਾ ਸੀ ਉਹ ਆਪ ਕਰਦਾ ਸੀ। ਮਤਲਬ ਉਹਦੇ 'ਚ ਸੂਬੇਦਾਰ ਦੀ ਸੇ ਘੱਟ ਲਈ ਜਾਂਦੀ ਸੀ। ਇਹ ਨਹੀਂ ਸੀ ਕਿ ਜਿਵੇਂ ਸਪੋਜ਼ ਕਰੋ ਮੈਂ ਆਪਾਂ ਨੂੰ ਕਿਹਾ ਅਕਬਰ ਨੂੰ ਕਿ ਮੈਨੂੰ ਪੰਜਾਬ ਦਾ ਸੂਬੇਦਾਰ ਲਾ ਦਿਓ, ਤਾਂ ਮੈਂ ਪੰਜਾਬ ਦਾ ਸੂਬੇਦਾਰ ਲੱਗ ਗਿਆ ਤੇ ਬਾਅਦ 'ਚ ਮੈਂ ਆਪਣਾ ਦੀਵਾਨ ਆਪ ਅਪਾਇੰਟ ਕਰ ਲੂੰਗਾ। ਨਹੀਂ, ਮੇਰਾ ਜਿਹੜਾ ਇੱਥੇ ਰੈਵਨਿਊ ਮਿਨਿਸਟਰ ਲੱਗੂਗਾ ਉਹ ਵੀ ਕਿੱਥੋਂ ਪਾਸ ਹੋ ਕੇ ਆਊਗਾ? ਉੱਪਰੋਂ। ਤਾਂ ਜੋ ਹਰ ਸਟੇਟ ਦਾ ਰੈਵਨਿਊ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਉਸ ਬੰਦੇ ਕੋਲ ਹੋਵੇ ਜਿਹਦੀ ਅਪਾਇੰਟਮੈਂਟ ਉੱਪਰੋਂ ਹੋ ਕੇ ਆਈ ਹੈ, ਕਿਉਂਕਿ ਰੈਵਨਿਊ ਸਾਰਾ ਹੀ ਤੋਂ ਉੱਪਰ ਜਾਣਾ ਹੈ ਕੁਛ ਹਿੱਸਾ ਆਪਣੇ ਕੋਲ ਰੱਖਣ ਤੋਂ ਬਾਅਦ। ਸੋ ਇਹਦੇ ਕੋਲ ਇੱਕ ਪਾਵਰ ਹੁੰਦੀ ਸੀ ਟਕਵੀ ਲੋਨ ਦੇਣ ਦੀ, ਠੀਕ ਆ। ਕਿਉਂਕਿ ਟਕਵੀ ਲੋਨ ਕੀ ਹੁੰਦੇ ਸੀ ਇਹ ਵੀ ਇੱਕ ਬੜਾ ਇੰਪੋਰਟੈਂਟ ਕਿੱਸਾ ਹੈ। ਇਸ ਲੈਕਚਰ ਨੂੰ ਮੈਂ ਚਾਹੁੰਦਾ ਕਿ ਇਹ ਏਡਾ ਕਿ ਇੰਪੋਰਟੈਂਟ ਲੈਕਚਰ ਆ। ਇਹ ਮੁਗਲ ਐਡਮਿਨਿਸਟ੍ਰੇਸ਼ਨ ਆ, ਇਹਨੂੰ ਤੁਸੀਂ ਕਦੇ ਵੀ ਅਕਬਰ ਦਾ ਐਡਮਿਨਿਸਟ੍ਰੇਸ਼ਨ ਸਮਝ ਕੇ ਨਾ ਪੜ੍ਹਿਓ, ਇਹ ਮੁਗਲ ਐਡਮਿਨਿਸਟ੍ਰੇਸ਼ਨ ਆ। ਸੋ ਤਾਂ ਕਿ ਇਹਦੇ 'ਚ ਸਾਨੂੰ ਸਮਝ ਆਵੇ ਕਿ ਵੀ ਮੁਗਲਸ ਦੇ ਵੇਲੇ ਇਸ ਤਰੀਕੇ ਨਾਲ ਲੋਨ ਦਿੱਤੇ ਜਾਂਦੇ ਸੀ। ਮੈਂ ਦਿੱਲੀ ਸਲਤਨਤ ਵੇਲੇ ਪੜ੍ਹਾਇਆ ਹੋਈ ਇਹ ਗੱਲ, ਗੌਰ ਕਰਿਓ। ਦਿੱਲੀ ਸਲਤਨਤ ਵੇਲੇ ਨਾ ਪਹਿਲਾਂ ਐਗਰੀਕਲਚਰ ਦੀ ਅਹਿਮੀਅਤ ਵਧੀ, ਪਤਾ ਕਦੋਂ ਸੀ? ਦਿੱਲੀ ਸਲਤਨਤ ਵੇਲੇ ਐਗਰੀਕਲਚਰ ਦੀ ਅਹਿਮੀਅਤ ਉਦੋਂ ਵਧੀ ਸੀ ਜਦੋਂ ਲੋਕਾਂ ਤੇ ਪਹਿਲੀ ਵਾਰ ਇੱਕ ਰਾਜੇ ਦੀ ਬੇਵਕੂਫੀ ਕਰਕੇ ਬੋਝ ਪੈ ਗਿਆ ਸੀ। ਮੁਹੰਮਦ ਬਿਨ ਤੁਗਲਕ ਜਿਨੇ ਇਹੋ ਜਿਹਾ ਨਾਸ ਮਾਰਿਆ ਸੀਗਾ ਪੂਰੇ ਸਿਸਟਮ ਦਾ ਕਿ ਉਸ ਤੋਂ ਬਾਅਦ ਨਾ ਨਵੇਂ ਸਿਰਿਓਂ ਸੋਚਣਾ ਪੈ ਗਿਆ ਸੀਗਾ। ਤਾਂ ਫਿਰ ਉਹਨੇ ਆਪ ਹੀ ਇੱਕ ਡਿਪਾਰਟਮੈਂਟ ਦੀਵਾਨੇ ਕੋਹੀ ਸ਼ੁਰੂ ਕੀਤਾ। ਉਹਨੇ ਸਿਸਟਮ ਦਾ ਨੁਕਸਾਨ ਕਿਵੇਂ ਕੀਤਾ ਉਹ ਤੁਸੀਂ ਪੜ੍ਹਿਆ ਹੋਇਆ ਹੈ ਤੇ ਤੁਹਾਨੂੰ ਪਤਾ ਹੈ ਕਿ ਉਹਨੇ 3-4 ਬਲੰਡਰਸ ਡਿਸੀਜਨ ਲਏ ਸੀ ਜਿਹੜੇ ਕਰਕੇ ਲੋਕ ਵੀ ਕਰਜ਼ੇ 'ਚ ਆ ਗਏ ਸੀ। ਇਸ ਕਰਕੇ ਉਹਨੇ ਕੀ ਕੀਤਾ, ਉਹਨੇ ਦੀਵਾਨੇ ਕੋਹੀ ਸ਼ੁਰੂ ਕੀਤਾ ਤੇ ਟਕਵੀ ਲੋਨ, ਐਡਵਾਂਸ ਲੋਨ ਦਿੱਤੇ ਤਾਂ ਕਿ ਲੋਕ ਬੀਜ ਖਰੀਦ ਸਕਣ। ਸੋ ਇਹ ਵੀ ਸਟੇਟ ਦੇ ਵਿੱਚ ਜਿਹੜੇ ਲੋਨ ਸੀਗੇ ਇਹ ਰੈਵਨਿਊ ਮਿਨਿਸਟਰ ਜਿਹੜੇ ਸੀ ਉਹ ਅਲਾਓ ਕਰਦਾ ਹੁੰਦਾ ਸੀ ਕਿ ਟਕਵੀ ਲੋਨ ਕਿੰਨੇ ਦੇਣੇ ਆ। ਅੱਜ ਦੇ ਹਿਸਾਬ ਨਾਲ ਵੀ ਇਹ ਫਾਈਨਾਂਸ ਮਿਨਿਸਟਰ ਦੀ ਪਾਵਰ ਹੁੰਦੀ ਆ ਸਟੇਟ ਦੇ ਕੋਲ। ਪਤਾ ਕੀ ਆਪਾਂ ਸੁਣਿਆ ਹੋਣਾ ਤੁਸੀਂ ਕਿ ਪੰਜਾਬ ਸਰਕਾਰ ਵੱਲੋਂ 3% ਮਾਫੀ ਆਈ ਆ, ਠੀਕ ਆ। ਸ਼ਹਿਰਾਂ 'ਚੋਂ ਤਾਂ ਸ਼ਾਇਦ ਨਾ ਪਤਾ ਹੋਵੇ, ਪਿੰਡਾਂ 'ਚ ਹੈਗੇ ਉਹ ਤਾਂ ਪਤਾ ਲੱਗ ਜਾਂਦਾ ਹੈ। ਜਿਵੇਂ ਸਪੋਜ਼ ਕਰੋ ਅਸੀਂ ਨਾ ਅੱਜ ਵੀ ਜੇ ਤੁਸੀਂ ਇੱਕ ਨੋਟਿਸ ਕੀਤੀ ਹੋਣੀ ਇਹ ਗੱਲ, ਅਸੀਂ ਨਾ ਲਿਮਟਾਂ ਕਰਾਉਣੇ ਆ। ਜੇ ਪਿੰਡ 'ਚ ਕਿਸੇ ਕੋਲ 1 ਕਿੱਲਾ ਜ਼ਮੀਨ ਆ ਉਹ ਆਪਣੀ ਜ਼ਮੀਨ ਤੇ ਨਾ ਸਰਕਾਰ ਉਹਨੂੰ ਇੱਕ ਨਾ ਪਾਵਰ ਦਿੰਦੀ ਆ ਕਿ ਤੂੰ ਆਪਣੀ ਜ਼ਮੀਨ ਤੇ 2 ਲੱਖ ਜਾਂ ਲੱਖ ਰੁਪਏ ਦਾ ਲੋਨ ਲੈ ਲਾ, ਠੀਕ ਆ, ਜਾਂ 2 ਲੱਖ ਜਾਂ 2.5 ਲੱਖ ਦਾ ਲੋਨ ਲੈ ਲਾ ਤੂੰ, ਠੀਕ ਆ। ਇਹਦੇ ਤੇ ਤੈਨੂੰ 7% ਵਿਆਜ ਦੇਣਾ ਪਊਗਾ। ਯੂਅਰ ਰੇਟ ਆਫ ਇੰਟਰਸਟ ਵਿਲ ਬੀ 7%। 7% ਕੁਛ ਵੀ ਨਹੀਂ ਹੁੰਦਾ। 7% ਚੋਂ ਵੀ ਜੇ ਤੂੰ ਪੂਰੇ ਸਮੇਂ ਸਿਰ ਭਰਤੇ ਇੱਕ ਲਿਮਿਟ ਬਣ ਗਈ ਹੈ ਤੇਰੀ ਕਿ ਤੂੰ ਸਿਰਫ 1.5 ਲੱਖ ਤੱਕ ਤੋਂ ਲੋਨ ਲੈ ਸਕਦਾ ਜੇ ਤੇਰੇ ਕੋਲ 1 ਏਕੜ ਆ। ਜੇ ਤੇਰੇ ਕੋਲ 5 ਏਕੜ ਆ ਤਾਂ ਤੂੰ ਲੱਖ ਦੇ ਹਿਸਾਬ ਨਾਲ ਮੰਨ ਲਓ ਉਦਾਹਰਨ ਦੇ ਤੌਰ ਤੇ 4 ਲੱਖ ਲੈ ਲੇਗਾ। ਹੋਰ ਕੀ ਹੋ ਜਾਊਗਾ? ਤੂੰ ਉਹ 4 ਲੱਖ ਰੁਪਏ ਤੇ ਲੋਨ ਲਿਆ, ਜਿੰਨਾ ਲੋਨ ਉਸ 4 ਲੱਖ ਰੁਪਏ ਦੇ ਲਿਆ ਗਿਆ ਹੈ, ਠੀਕ ਆ, ਉਸ 4 ਲੱਖ ਤੇ ਜੋ ਵੀ ਆਪਾਂ ਲੋਨ ਲਿਆ ਹੈ, ਠੀਕ ਆ, ਉਹਦਾ 7% ਤੁਹਾਨੂੰ ਪੇ ਕਰਨਾ ਪਊਗਾ। ਤੇ ਜੇ ਤੁਸੀਂ ਜਿੱਦਣ ਤੁਹਾਨੂੰ 6 ਮਹੀਨੇ ਬਾਅਦ ਪੇ ਕਰਨਾ ਪਊਗਾ, ਜੇ ਤੁਸੀਂ ਉਹਨੂੰ ਸਹੀ ਟਾਈਮ ਤੇ ਪੇ ਕਰਤਾ 6 ਮਹੀਨੇ ਬਾਅਦ, ਤਾਂ ਉਹਦੇ ਚੋਂ ਸਰਕਾਰ ਤੁਹਾਨੂੰ 3% ਡਿਡਕਟ ਕਰ ਦੂਗੀ ਤੇ ਤੁਹਾਨੂੰ ਸਿਰਫ 4% ਹੀ ਲੋਨ ਪੇ ਕਰਨਾ ਪਊਗਾ। ਇਹਨੂੰ ਪੰਜਾਬ 'ਚ ਕੀ ਕਹਿ ਦਿੰਦੇ ਆ ਜਾਂ ਆਪਣੀ ਆਮ ਭਾਸ਼ਾ 'ਚ ਕਿ ਅਸੀਂ ਲਿਮਟਾਂ ਕਰਾਈਆਂ ਹੋਈਆਂ ਨੇ ਤੇ ਹਾਂ ਬਈ ਲਿਮਟਾਂ ਵਾਲੀ ਮਾਫੀ ਸਾਨੂੰ ਆ ਗਈ ਹੈ। ਉਹ ਲਿਮਟਾਂ ਕਰਾਉਣੀਆਂ ਤੇ ਲਿਮਟਾਂ ਵਾਲੀ ਮਾਫੀ ਆਉਣ ਦਾ ਮਤਲਬ ਇਹ ਆ, ਮਤਲਬ ਅਸੀਂ ਆਪਣੀ ਹੱਕ ਨੂੰ ਮਾਫੀ ਦੱਸੀ ਜਾਂਦੇ ਆ। ਹੈ ਤਾਂ ਵੈਸੇ ਚਲੋ ਜਿਹੜੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਮਿਸਯੂਜ਼ ਕਰਦੇ ਉਸ ਲੋਨ ਨੂੰ, ਬਣਦਾ ਵੀ ਇਹ ਕਹਿਣਾ। ਅਦਰਵਾਈਜ਼ ਤੁਸੀਂ ਆਪ ਹਿਸਾਬ ਲਾ ਕੇ ਦੇਖੋ, ਸਰਕਾਰ ਤੁਹਾਨੂੰ 5 ਲੱਖ ਰੁਪਈਆ ਦੇ ਰਹੀ ਹੈ। ਪਿੰਡਾਂ ਜਿਨ੍ਹਾਂ ਕੋਲ ਵਧੀਆ ਜ਼ਮੀਨ ਆ, 15-20 ਕਿੱਲੇ ਜ਼ਮੀਨ ਆ, ਉਹ 15-20 ਕਿੱਲੇ ਤੇ ਲਿਮਟ ਕਰਾਉਂਦੇ ਆ। ਉਸ ਹਿਸਾਬ ਨਾਲ ਉਹਨੂੰ 15 ਲੱਖ ਰੁਪਈਆ ਮਿਲਦਾ ਹੈ, ਠੀਕ ਆ। ਉਹ 15 ਲੱਖ ਰੁਪਈਆ ਲਿਆ,
4% ਤੇ ਮਿਲਣਾ ਤੁਹਾਨੂੰ, ਕਿਉਂਕਿ ਨੈਟ ਤਾਂ 4 ਹੀ ਆ। ਕਿਸੇ ਆੜਤੀਏ ਨੂੰ ਦੇ ਦੇ, ਜਿਹੜਾ ਆਪਣਾ ਭਰੋਸੇਮੰਦ ਆੜਤੀਆ ਹੋਵੇ ਉਹਨੂੰ ਦਿਓ ਤੁਸੀਂ 13% ਤੇ, ਉਹਨੇ ਅੱਗੇ ਕਿਸੇ ਨੂੰ ਦੇ ਦੇਣਾ 18% ਤੇ, ਤਾਂ ਤੁਹਾਨੂੰ ਸਿੱਧਾ 8 ਤੋਂ 9% ਦਾ ਸ਼ੁੱਧ ਫਾਇਦਾ ਹੈ। ਤੇ ਜੇ ਬਾਈ ਚਾਂਸ ਜਿਹੜਾ ਬੰਦਾ ਇਹ ਲੋਨ ਦੇ ਜਿਹੜਾ ਬੰਦਾ ਆੜਤ ਦਾ ਕੰਮ ਖੁਦ ਕਰਦਾ ਹੈ ਤੇ ਜੇ ਉਹਦੇ ਕੋਲ 15-20 ਕਿੱਲੇ ਜ਼ਮੀਨ ਆ ਤਾਂ ਉਹ ਆਪਣਾ ਜ਼ਮੀਨ ਉੱਤੇ ਲੋਨ ਲੈ ਕੇ 4% ਦੇ ਹਿਸਾਬ ਨਾਲ ਲੋਕਾਂ ਨੂੰ 20% ਤੇ ਦੇਵੇ। ਮਤਲਬ ਤੁਸੀਂ ਆਪ ਹਿਸਾਬ ਲੈ ਕੇ ਸਿੱਧਾ 16 ਖਰਚੇ ਕੱਢ ਕੇ 15% ਬਚ ਰਿਹਾ। ਮਤਲਬ ਕਿ ਕੁਛ ਨਹੀਂ ਕੀਤਾ। ਇਹ ਸਿਸਟਮ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਹਨੂੰ ਇਹ ਸਿਸਟਮ, ਜਿਹੜਾ ਵੀ ਸਿਸਟਮ ਸੂਟ ਕਰੂਗਾ ਅਗਲਾ ਉਸ ਤਰੀਕੇ ਨਾਲ ਚੱਲੂਗਾ। ਅੱਜ ਵੀ ਇਹ ਸਾਰੇ ਲੋਨ ਵਗੈਰਾ ਜਿਹੜੇ ਆ ਉਹ ਰੈਵਨਿਊ ਮਿਨਿਸਟਰ ਦੇ ਸਾਈਨ ਤੋਂ ਬਿਨਾਂ ਨਹੀਂ ਪਾਸ ਹੁੰਦੇ। ਤੇ ਸੇਮ ਕਨਸੈਪਟ ਦੀਵਾਨ ਦਾ ਸੀ, ਤਕਵੀ ਲੋਨ। ਇਹ ਲੋਨ ਅੱਜ ਵੀ ਤਾਂ ਦਿੱਤੇ ਜਾ ਰਹੇ ਆ। ਅੱਜ ਬਸ ਇਹ ਆ ਕਿ ਮਾਫੀ ਦੇ ਰੂਪ 'ਚ ਦਿੱਤੇ ਜਾ ਰਹੇ ਆ। ਉਦੋਂ ਇਹ ਪਹਿਲਾਂ ਦਿੱਤੇ ਜਾਂਦੇ ਸੀ ਲੋਕਾਂ ਨੂੰ ਬੀਜ ਵਗੈਰਾ ਉਗਾਉਣ 'ਚ, ਠੀਕ ਆ, ਕਿ ਤੁਸੀਂ ਖੇਤੀ ਵਗੈਰਾ ਕਰ ਸਕਦੇ ਹੋ। ਅੱਜ ਕੱਲ੍ਹ ਇਹ ਲੋਨਾਂ ਦਾ ਟ੍ਰੈਂਡ ਖਤਮ ਹੋ ਗਿਆ, ਹੁਣ ਨਵੇਂ ਟਾਈਪ ਨਾਲ ਆ ਗਏ ਆ, ਪਰ ਕਹਾਣੀ ਸਾਰੀ ਉਹੀ ਆ। ਉਸ ਤੋਂ ਬਾਅਦ ਸੈਂਟਰ 'ਚ ਇੱਕ ਮੀਰ ਬਖਸ਼ੀ ਹੁੰਦਾ ਸੀ, ਮਿਲਟਰੀ ਆਫਿਸਰ। ਸਟੇਟ ਦੇ ਵਿੱਚ ਵੀ ਉਹ ਹੁੰਦਾ, ਬਸ ਸਟੇਟ ਦੇ ਵਿੱਚ ਉਹਨੂੰ ਕੀ ਕਹਿੰਦੇ ਆ, ਬਖਸ਼ੀ। ਬਸ ਆਹ ਗੱਲ ਦੱਸੋ, ਕਲੀਅਰ ਹੋ ਗਿਆ ਨਾ। ਤਾਂ ਬਖਸ਼ੀ ਵਗੈਰਾ ਇਹਦੀ ਸਭ ਤੋਂ ਵੱਧ ਜ਼ਿੰਮੇਵਾਰੀ ਹੁੰਦੀ ਸੀ। ਜਿਵੇਂ ਸਪੋਜ਼ ਕਰੋ ਆ ਇੱਕ ਪ੍ਰੋਵਿੰਸ ਆ ਪੰਜਾਬ, ਇਸ ਪੰਜਾਬ ਪ੍ਰੋਵਿੰਸ ਦੇ ਅੰਦਰ 5-7 ਬੰਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਮਨਸਬਦਾਰੀ ਮਿਲੀ ਹੋਈ ਆ। ਬੜੇ ਗੌਰ ਨਾਲ ਸੁਣਿਓ, ਤੁਹਾਨੂੰ ਹਜੇ ਤੱਕ ਨਹੀਂ ਸਮਝ ਆਇਆ ਕਿ ਮਨਸਬਦਾਰੀ ਕੀ ਆ। ਮੰਨ ਲਓ ਕਿ 5-7 ਬੰਦਿਆਂ ਨੂੰ ਮਨਸਬਦਾਰੀ ਦੇ ਥਰੂ ਘੋੜੇ ਮਿਲੇ ਆ। ਕਿਸੇ ਨੂੰ 700 ਘੋੜੇ ਮਿਲੇ ਆ, ਕਿਸੇ ਨੂੰ 2 ਪਿੰਡਾਂ ਦੀ ਮਨਸਬਦਾਰੀ ਮਿਲ ਗਈ। ਰਾਜਾ ਕੀ ਕਰਦਾ ਸੀ ਅਕਬਰ, ਕਿ ਜੇ ਕੋਈ ਬੰਦਾ ਉਹਦੇ ਲਈ ਬੜਾ ਵਧੀਆ ਕੰਮ ਕਰਕੇ ਆਉਂਦਾ ਸੀ ਨਾ, ਤੇ ਯਕੀਨ ਹੁੰਦਾ ਸੀ ਇਹਨੂੰ ਕਿ ਆਹ ਬੰਦਾ ਕੰਮ ਦਾ, ਪਰ ਹੈ ਤਾਂ ਵਿਚਾਰਾ ਗਰੀਬ, ਮਤਲਬ ਕਿ ਥੋੜਾ ਜਿਹਾ ਛੋਟਾ ਜਿਹਾ ਬੰਦਾ, ਉਹਨੂੰ ਕਹਿ ਦਿੰਦਾ ਸੀ ਤੈਨੂੰ ਆਹ 3 ਪਿੰਡਾਂ ਦੀ ਮਨਸਬਦਾਰੀ ਤੇ 500 ਘੋੜੇ ਦੇਤੇ। ਛੋਟੇ ਮਨਸਬਦਾਰ ਵੀ ਸੀ ਉਹਦੇ ਕੋਲ, ਛੋਟੇ ਲੈਵਲ ਦੇ 7-7 ਹਜ਼ਾਰ ਘੋੜੇ ਦਿੱਤੇ ਹੋਏ ਮਨਸਬਦਾਰ ਵੀ ਸੀ। ਐਡੇ ਵੱਡੇ ਮਨਸਬਦਾਰ ਵੀ ਸੀ ਕਿ ਜਿਨ੍ਹਾਂ ਨੂੰ ਪੂਰੀ ਦੀ ਪੂਰੀ ਪ੍ਰੋਵਿੰਸ ਦੇ ਰੱਖੀ ਸੀ, ਪਰ ਛੋਟੇ ਮਨਸਬਦਾਰ ਵੀ ਸੀ। ਕਿਸੇ ਇੱਕ ਪਾਰਟਿਕੂਲਰ ਇਲਾਕੇ 'ਚ, ਉਸ ਪ੍ਰੋਵਿੰਸ 'ਚ ਜਿੰਨੇ ਵੀ ਮਨਸਬਦਾਰ ਆ, ਉਹਨਾਂ ਕੋਲ ਘੋੜੇ ਸਹੀ ਤਰੀਕੇ ਨਾਲ ਪਲ ਰਹੇ ਆ, ਉਹ ਸਹੀ ਤਰੀਕੇ ਨਾਲ ਰਾਜੇ ਦੀਆਂ ਇੰਸਟਰਕਸ਼ਨਸ ਨੂੰ ਫੋਲੋ ਕਰ ਰਹੇ ਆ। ਇਹ ਸਭ ਦੇਖਦਾ ਸੀ ਉਸ ਪ੍ਰੋਵਿੰਸ ਦਾ ਕੌਣ ਭਲਾ, ਬਖਸ਼ੀ। ਕਿਸੇ ਨੂੰ ਕੋਈ ਡਾਊਟ? ਨੈਕਸਟ ਉਸ ਤੋਂ ਬਾਅਦ ਆ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ ਕਿ ਸੈਂਟਰ 'ਚ ਇੱਕ ਹੁੰਦਾ ਸੀ ਸਦਰ ਉਲ ਸਦਰ ਤੇ ਚੀਫ ਕਾਜੀ। ਉਸੇ ਨਾਲ ਦੀ ਰੈਪਲੀਕਾ, ਉਹਦਾ ਹੀ ਕਾਪੀ ਪੇਸਟ ਵਾਲੀ ਜਿਹੜੀ ਪੋਸਟ ਹੁੰਦੀ ਸੀ ਪ੍ਰੋਵਿੰਸ ਦੇ ਵਿੱਚ, ਉਹ ਹੁੰਦੀ ਸੀ ਸਦਰ। ਦੱਸਣ ਦੀ ਲੋੜ ਹੀ ਨਹੀਂ, ਠੀਕ ਆ। ਨੈਕਸਟ ਉਸ ਤੋਂ ਬਾਅਦ ਆ ਗਿਆ ਦਰੋਗਾ ਡਾਕ, ਠੀਕ ਆ। ਇਹਦਾ ਕੰਮ ਸੀ ਹਰ ਪ੍ਰੋਵਿੰਸ ਦੇ ਵਿੱਚ ਕਮਿਊਨੀਕੇਸ਼ਨ ਇਸਟੈਬਲਿਸ਼ ਕਰਨਾ। ਕਮਿਊਨੀਕੇਸ਼ਨ ਮਤਲਬ ਕਿ ਹਰ ਪ੍ਰੋਵਿੰਸ ਦੇ ਵਿੱਚ ਪੂਰੇ ਦਾ ਪੂਰਾ ਡਾਕ ਸਿਸਟਮ, ਕਮਿਊਨੀਕੇਸ਼ਨ ਦਾ ਸਿਸਟਮ, ਡਿਪਾਰਟਮੈਂਟ ਆਫ ਪੋਸਟ ਜਿਹਨੂੰ ਆਪਾਂ ਅੱਜ ਦੇ ਸਮੇਂ 'ਚ ਕਹਿੰਦੇ ਆ, ਉਹ ਇਹ ਚਲਾਉਂਦੇ ਸੀਗੇ। ਉਸ ਤੋਂ ਬਾਅਦ ਆ ਗਿਆ ਜੀ ਕੰਮ ਸਰਕਾਰ ਦੇ ਲੈਵਲ ਦਾ। ਸਰਕਾਰ ਮਤਲਬ ਡਿਸਟ੍ਰਿਕਟ। ਸਰਕਾਰ ਦਾ ਮਤਲਬ ਕੀ ਆ, ਡਿਸਟ੍ਰਿਕਟ। ਤੇ ਡਿਸਟ੍ਰਿਕਟ ਤੋਂ ਥੱਲੇ ਸਬ ਡਿਸਟ੍ਰਿਕਟ, ਜਾਨੀ ਕਿ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਸਬ ਡਿਵੀਜ਼ਨ। ਉਹ ਕੀ ਆ ਭਲਾ, ਪਰਗਨਾ। ਆ ਜਾਓ ਵੀ ਹੁਣ ਸਰਕਾਰ ਦੇ ਲੈਵਲ ਤੇ ਆਪਾਂ ਪੜ੍ਹੇ ਸੀ ਕਿ 2 ਅਫਸਰ ਹੋਣਗੇ। ਇੱਕ ਲਊਗਾ ਲਾਅ ਐਂਡ ਆਰਡਰ ਵਾਸਤੇ ਕੌਣ ਆ ਭਲਾ, ਫੌਜਦਾਰ। ਤੇ ਇੱਕ ਦਊਗਾ ਕਲੈਕਟਰ ਦਾ ਕੰਮ। ਜਿਵੇਂ ਸਾਊਥ ਇੰਡੀਆ 'ਚ ਕਲੈਕਟਰ ਤੇ ਨਾਰਥ ਇੰਡੀਆ 'ਚ ਉਹੀ ਬੰਦੇ ਕੌਣ ਨੇ, DC। ਉਹ ਕੌਣ ਹੋਊਗਾ, ਆਲਮਗੁਜ਼ਾਰ, ਠੀਕ ਆ। ਸੋ ਜਿਹੜਾ ਫੌਜਦਾਰ ਆ, ਠੀਕ ਆ, ਜਿਹਨੇ ਲਾਅ ਐਂਡ ਆਰਡਰ ਦੇਖਣਾ ਹੈ, ਉਹ ਆਪਣੀ ਡਿਵੀਜ਼ਨ ਨੂੰ ਕਹੂਗਾ ਫੌਜਦਾਰੀ। ਜਿਵੇਂ ਮੈਂ ਤੁਹਾਨੂੰ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਤੇ ਅੱਜ ਫੇਰ ਦੇ ਰਿਹਾ ਕਿ ਜਿਵੇਂ ਇੱਕ ਤਹਿਸੀਲ ਆ, ਸਬ ਡਿਵੀਜ਼ਨ ਆ, ਹਰ ਸਬ ਡਿਵੀਜ਼ਨ ਦੀ ਡਿਵੈਲਪਮੈਂਟ ਵਾਸਤੇ ਇੱਕ ਅਫਸਰ ਅਪਾਇੰਟ ਕੀਤਾ ਜਾਂਦਾ, BDPO ਕਹਿ ਦਿੰਦੇ ਉਹਨੂੰ, ਬਲਾਕ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ। ਉਹਨੂੰ BDPO ਕਹਿ ਦਿੰਦੇ ਜਾਂ BDO ਕਹਿ ਦਿੰਦੇ ਆ, BDO ਸਾਹਿਬ। ਉਹ ਜਿਹੜੇ BDO ਸਾਹਿਬ ਹੁੰਦੇ ਆ, ਉਹ ਕਦੀ ਵੀ ਆਪਣੀ ਉਹਨੂੰ ਸਬ ਡਿਵੀਜ਼ਨ ਨਹੀਂ ਕਹਿੰਦੇ, ਕਿਉਂਕਿ ਉਹਨਾਂ ਦੇ ਕਾਗਜ਼ਾਂ 'ਚ ਉਹਨੂੰ ਕੀਵਰਡ ਵਰਤਿਆ ਜਾਂਦਾ ਹੈ ਬਲਾਕ। ਉਹ ਬਲਾਕ ਹੀ ਕਹਿੰਦੇ ਆ ਕਿ ਸਾਡਾ ਬਲਾਕ ਦੀ ਡਿਵੈਲਪਮੈਂਟ ਕਰਨੀ ਆ। ਅਸਲ 'ਚ ਟੈਕਨੀਕਲੀ ਤਾਂ ਉਹ ਸਬ ਡਿਵੀਜ਼ਨ ਹੀ ਆ। ਸੇਮ ਫੌਜਦਾਰ ਆਪਣੀ ਐਡਮਿਨਿਸਟ੍ਰੇਟਿਵ ਡਿਵੀਜ਼ਨ ਨੂੰ ਫੌਜਦਾਰ ਹੀ ਕਹੂਗਾ ਤੇ ਡਿਸਟ੍ਰਿਕਟ ਵਾਲਾ ਉਹਨੂੰ ਡਿਸਟ੍ਰਿਕਟ ਹੀ ਕਹੂਗਾ। ਡਿਸਟ੍ਰਿਕਟ ਮਤਲਬ ਸਰਕਾਰ। ਸੋ ਜੇ ਉਹਨੂੰ ਦੇਖਿਆ ਜਾਵੇ ਟੈਕਸ ਕਲੈਕਸ਼ਨ ਦੇ ਹਿਸਾਬ ਨਾਲ ਤਾਂ ਉਹ ਇੱਕ ਡਿਵੀਜ਼ਨ ਨੂੰ ਕਿਹਾ ਜਾਊਗਾ ਸਰਕਾਰ। ਤੇ ਜੇ ਉੱਥੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਉਸੇ ਟੈਰੀਟਰੀ ਦਾ ਨਾਮ, ਉਸੇ ਇਲਾਕੇ ਦਾ ਨਾਮ ਕੀ ਹੋ ਜਾਊਗਾ ਭਲਾ, ਫੌਜਦਾਰੀ। ਸੋ ਐਡੀ ਕੋਈ ਵੱਡੀ ਗੱਲ ਨਹੀਂ। ਕੰਮ ਮੈਂ ਦੋਵਾਂ ਦੇ ਦੱਸਦੇ ਕਿ ਆਲਮਗੁਜ਼ਾਰ ਦਾ ਕੀ ਕੰਮ ਆ, ਜਿਹਨੂੰ ਅਮਿਲ ਵੀ ਕਿਹਾ ਜਾਂਦਾ ਸੀਗਾ, ਤੇ ਫੌਜਦਾਰ ਦਾ ਕੀ ਕੰਮ ਆ। ਇਸ ਤੋਂ ਬਾਅਦ ਅੱਗੇ ਆ ਗਿਆ ਪਰਗਨਾ। ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਆਲਮਗੁਜ਼ਾਰ ਵੀ ਆਪਣੇ ਸਬ ਡਿਵੀਜ਼ਨ ਦਾ ਜ਼ਿੰਮੇਵਾਰੀ
शिकादार ते सिट दिंदा है ते फौजदार भी ਉਹਦੇ ਅੰਦਰ ਜਿਹੜੀ ਪਰਗਨਾ ਹੈ ਉਹਦੀ ਜ਼ਿੰਮੇਵਾਰੀ शिकादार ਦੇ, ਕਿਉਂਕਿ ਇਹ SDM ਦੇ ਬਰਾਬਰ ਦਾ ਰੈਂਕ ਆ। ਇਹਦੇ ਬਾਰੇ ਹੁਣ ਮੈਂ ਕੋਈ ਐਕਸਪਲੇਨੇਸ਼ਨ ਨਹੀਂ ਕਰਨੀ। ਉਹਨੇ ਆਪਣੇ ਥੱਲੇ ਤਹਿਸੀਲਦਾਰ ਜਾਂ ਤਹਿਸੀਲਦਾਰ ਪੋਸਟ ਤਾਂ ਸੀਗੀ ਨਹੀਂ ਉਦੋਂ, ਕਾਨੂੰਗੋ ਕਾਨੂੰਗੋ ਲਾਏ ਹੁੰਦੇ ਸੀ ਉਹਨੇ ਆਪਣੇ ਥੱਲੇ। ਸਬ SDM ਨੇ ਆਪਣੇ ਥੱਲੇ, ਜਿਹਨੂੰ ਆਪਾਂ ਇੱਥੇ ਕੀ ਕਿਹਾ शिकादार, ਉਹਨੇ ਆਪਣੇ ਥੱਲੇ ਕਾਨੂੰਗੋ ਲਾਏ ਹੁੰਦੇ ਸੀਗੇ ਪਿੰਡਾਂ 'ਚੋਂ ਟੈਕਸ ਕਲੈਕਟ ਕਰਕੇ ਲੈ ਕੇ ਆਉਣ ਵਾਸਤੇ। ਬਟ ਕਈ ਪਿੰਡਾਂ 'ਚੋਂ ਉਹਨਾਂ ਨੇ ਅੱਗੇ ਲਾਏ ਹੁੰਦੇ ਸੀ ਪਟਵਾਰੀ, ਕਿ ਪਟਵਾਰੀ ਟੈਕਸ ਕਲੈਕਟ ਕਰਕੇ ਉਹਨੂੰ ਦੇ ਦਿੰਦੇ ਸੀਗੇ। ਦੂਜੇ ਪਾਸੇ ਲਾਅ ਐਂਡ ਆਰਡਰ ਵਾਸਤੇ शिकादार ਅੱਗੇ ਕੋਤਵਾਲ ਲਾਉਂਦਾ ਸੀਗਾ। ਕੋਤਵਾਲ ਦਾ ਕੰਮ ਹੁੰਦਾ ਸੀਗਾ ਦਰੋਗਾ ਟਾਈਪ, ਜ਼ਿਲ੍ਹੇ ਦਾ ਇੱਕ ਆਪਣੇ ਇਲਾਕੇ ਦੀ ਨਿਗਰਾਨੀ ਰੱਖਣੀ, ਉੱਥੇ ਥਾਣਾ ਹੁੰਦਾ ਸੀ। ਅੱਜ ਦੇ ਜ਼ਮਾਨੇ ਦਾ ਕੋਤਵਾਲ SHO ਹੋ ਗਿਆ। ਸੋ ਇਹ ਕਿਹਦੇ ਅੰਡਰ ਕੰਮ ਕਰਦੇ ਸੀ? शिकादार ਦੇ ਅੰਡਰ। शिकादार ਮਤਲਬ SDM ਦੇ ਅੰਡਰ। ਸਾਰੇ ਦਾ ਸਾਰਾ ਢਾਂਚਾ ਉਹੀ ਹੈ ਜਿਹੜਾ ਮੈਂ ਪੜਾਇਆ ਹੈ, ਠੀਕ ਆ। ਨੈਕਸਟ ਉਸ ਤੋਂ ਬਾਅਦ ਵਿਲੇਜ ਆ ਗਿਆ। ਵਿਲੇਜ ਦਾ ਜਿਹੜਾ ਮੁਖੀ ਹੁੰਦਾ ਸੀਗਾ, ਵਿਲੇਜ ਦਾ ਜਿਹੜਾ ਮੁਖੀ ਹੁੰਦਾ ਸੀਗਾ ਉਹ ਮੁਕੱਦਮ, ਯਾਨੀ ਕਿ ਅੱਜ ਦੇ ਹਿਸਾਬ ਨਾਲ ਸਰਪੰਚ, ਰੈਵਨਿਊ ਕਲੈਕਸ਼ਨ ਕਰਨ ਵਾਲਾ ਹੁੰਦਾ ਸੀਗਾ ਪਟਵਾਰੀ, ਠੀਕ ਆ। ਸੋ ਹਾਂ, ਹੁਣ ਇੱਕ ਗੱਲ ਦੇਖੋ, ਇਹ ਵੀ ਗੱਲ ਬੜੀ ਕਲੀਅਰ ਆ। ਹੁਣ ਮੰਨ ਲਓ ਪੰਜਾਬ ਵਗੈਰਾ ਚੱਲ ਰਿਹਾ ਅੱਜ ਵੀ, ਜੇ ਮੈਂ ਐਗਜ਼ਾਮਪਲ ਦਵਾਂ ਕਿ ਜਿਵੇਂ ਪੰਜਾਬ ਦਾ ਬਾਰਡਰ ਆ, ਪੰਜਾਬ ਦਾ ਬਾਰਡਰ ਜਿਹੜਾ ਕਿਤੇ ਲੱਗ ਗਿਆ ਬਾਹਰਲੇ ਦੇਸ਼ ਨਾਲ, ਉੱਥੇ ਕੀ ਹੋਊਗਾ? ਸੈਂਟਰ ਸਰਕਾਰ ਜਿਹੜੇ ਆ ਆਪਣੀ BSF ਭੇਜਦੀ ਹੈ। ਹੁਣ ਜਿਹੜੇ ਵੀ ਚਾਹੇ ਕਿਸੇ ਪ੍ਰੋਵਿੰਸ ਦੇ ਵਿੱਚ ਕਿਲੇ ਹੁੰਦੇ ਸੀ ਨਾ, ਉਹ ਇਸ ਕਰਕੇ ਹੁੰਦੇ ਸੀ ਦੁਸ਼ਮਣਾਂ ਤੇ ਨਿਗਾਹ ਰੱਖਣ ਵਾਸਤੇ। ਉਹਨੂੰ ਕਿਸੇ ਪ੍ਰੋਵਿੰਸ ਦੇ ਕੰਟਰੋਲ 'ਚ ਨਹੀਂ ਸੀ ਰੱਖਿਆ ਜਾਂਦਾ। ਜਿਵੇਂ ਅੱਜ ਕੇਂਦਰ ਸਰਕਾਰ BSF ਤੇ ਹੋਰ ਇਸ ਤਰੀਕੇ ਦੀਆਂ ਏਜੰਸੀਆਂ ਨੂੰ ਆਪਣੇ ਕੰਟਰੋਲ 'ਚ ਰੱਖਦੀ ਆ, ਸੇਮ ਉਸੇ ਤਰੀਕੇ ਨਾਲ ਕਿਲੇ ਜਿਹੜੇ ਸੀਗੇ ਉਸ ਟਾਈਮ ਐਂਪਰਰ ਦੇ ਡਾਇਰੈਕਟ ਕੰਟਰੋਲ 'ਚ ਹੁੰਦੇ ਸੀ। ਕਿਲਾ ਭਾਵੇਂ ਕਿਸੇ ਵੀ ਸਟੇਟ ਦੇ ਵਿੱਚ ਹੋਵੇ, ਕਿਸੇ ਪ੍ਰੋਵਿੰਸ 'ਚ ਹੋਵੇ, ਕਿਸੇ ਪ੍ਰੋਵਿੰਸ ਦੀ ਕਿਸੇ ਸਰਕਾਰ 'ਚ ਹੋਵੇ, ਉੱਥੇ ਨਾ ਤਾਂ ਸਰਕਾਰ ਦੇ ਮੁਖੀ ਦੀ ਚੱਲਦੀ ਸੀਗੀ, ਠੀਕ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਆਲਮਗੁਜ਼ਾਰ ਨਾ ਫੌਜਦਾਰ ਦੀ ਚੱਲਦੀ ਸੀ। ਆਲਮਗੁਜ਼ਾਰ ਦੀ ਤੇ ਚੱਲਣੀ ਹੋ ਕੀ ਆ, ਨਾ ਜਿਹੜੇ ਪਰਗਨਾ 'ਚੋਂ ਕਿਲਾ ਹੈ ਉੱਥੋਂ ਦੇ शिकादार ਦੀ ਚੱਲਦੀ ਸੀ, ਨਾ ਹੀ ਜਿਸ ਸੂਬੇ ਦੇ ਵਿੱਚ ਆ ਉੱਥੋਂ ਦੇ ਸੂਬੇਦਾਰ ਦੀ ਚੱਲਦੀ ਸੀ। ਕਿਲਾ ਸਿੱਧਾ ਕਿਹਦੇ ਅੰਡਰ ਆਉਂਦਾ ਹੁੰਦਾ ਸੀਗਾ? ਸੈਂਟਰ ਸਰਕਾਰ ਦੇ ਅੰਡਰ। ਤੇ ਕਿਲੇ ਦਾ ਮੁਖੀ ਕਿਲੇਦਾਰ ਜਿਹੜਾ ਸੀਗਾ ਉਹ ਸਿੱਧਾ ਸੈਂਟਰ ਸਰਕਾਰ ਦੇ ਮੀਰ ਬਖਸ਼ੀ ਨੂੰ ਰਿਪੋਰਟ ਕਰਦਾ ਸੀ, ਤੇ ਮੀਰ ਬਖਸ਼ੀ ਅੱਗੇ ਕਿਹਨੂੰ? ਐਂਪਰਰ ਨੂੰ। ਸੋ ਆਹ ਕਹਾਣੀ ਸੀਗੀ। ਇਸੇ ਤਰੀਕੇ ਨਾਲ ਜਿਹੜੀਆਂ ਪੋਰਟ ਵਗੈਰਾ ਸੀ, ਬੰਦਰਗਾਹਾਂ ਸੀ, ਜਿਹੜੀਆਂ ਬੰਦਰਗਾਹਾਂ ਦਾ ਵੀ ਟੈਕਸ ਜਿਹੜਾ ਸੀਗਾ ਉਹ ਕਿਸੇ ਪ੍ਰੋਵਿੰਸ ਨੂੰ ਨਹੀਂ ਸੀ ਮਿਲਦਾ। ਜਿਹੜੀ ਪ੍ਰੋਵਿੰਸ 'ਚੋਂ ਬੰਦਰਗਾਹ ਹੈਗੀ ਆ, ਉਹਦਾ ਪੋਰਟ ਦਾ ਟੈਸਟ, ਉਸ ਬੰਦਰਗਾਹ ਤੋਂ ਜੋ ਵੀ ਰੈਵਨਿਊ ਕਲੈਕਟ ਹੁੰਦਾ ਸੀ ਉਹ ਸਾਰਾ ਮਿਲਦਾ ਸੀ ਸੈਂਟਰ ਸਰਕਾਰ ਨੂੰ। ਉਹ ਵੀ ਪੋਰਟ ਦਾ ਜਿਹੜਾ ਮੁਤਸਦੀ ਜਿਹੜਾ ਸੀਗਾ ਉਹਦੇ ਥਰੂ ਐਂਪਰਰ ਕੋਲ ਜਾਂਦਾ ਹੁੰਦਾ ਸੀਗਾ। ਆਹ ਗੱਲ ਸਮਝ ਆ ਗਈ। ਇਸ ਤੋਂ ਬਾਅਦ ਇਹ ਤਾਂ ਹੋ ਗਿਆ ਆਪਣਾ ਉਹਨਾਂ ਦਾ ਐਡਮਿਨਿਸਟ੍ਰੇਟਿਵ ਢਾਂਚਾ ਕਿ ਸੈਂਟਰ, ਸਟੇਟ ਤੋਂ ਥੱਲੇ ਸਰਕਾਰ ਤੋਂ ਥੱਲੇ ਪਰਗਨਾ ਕਿਵੇਂ ਕੰਮ ਕਰਦੇ ਸੀਗੇ, ਪਰਗਨਾ ਤੋਂ ਥੱਲੇ ਪਿੰਡ ਮੁਕੱਦਮ ਕਿਵੇਂ ਕੰਮ ਕਰਦਾ, ਪੂਰਾ ਵਿਲੇਜ ਸਿਸਟਮ। ਫਿਰ ਉਸ ਤੋਂ ਬਾਅਦ ਕਿਲਿਆਂ ਬਾਰੇ ਦੱਸਤਾ ਕਿ ਕਿਲੇ ਸੈਪਰੇਟ ਸੀ, ਤੇ ਇਹ ਵੀ ਦੱਸਤਾ ਕਿ ਬੰਦਰਗਾਹਾਂ ਵੀ ਸੈਪਰੇਟ ਸੀ। ਹੁਣ ਆ ਗਿਆ ਟੋਟਲੀ ਡਿਫਰੈਂਟ ਕਨਸੈਪਟ ਅਕਬਰ ਦਾ, ਜਾਂ ਇਹ ਕਹਿ ਲਓ ਮੁਗਲਾਂ ਦੇ ਵੇਲੇ। ਕਿਉਂਕਿ ਅਕਬਰ, ਮੈਂ ਵਾਰ-ਵਾਰ ਕਹਿ ਰਿਹਾ ਕਿ ਜਿਹੜਾ ਸਿਸਟਮ ਇੱਕ ਵਾਰ ਅਕਬਰ ਸੈੱਟ ਕਰ ਗਿਆ ਉਸ ਤੋਂ ਬਾਅਦ ਉਹ ਸਿਸਟਮ ਕਿਤੇ ਵੀ ਹੋਰ ਨਹੀਂ ਹੈਗਾ। ਅੱਗੇ ਆਪਣੇ ਕੋਲ ਆ ਗਿਆ ਲੈਂਡ ਰੈਵਨਿਊ ਸਿਸਟਮ। ਕਹਿੰਦੇ ਲੈਂਡ ਰੈਵਨਿਊ ਸਿਸਟਮ ਜਿਹੜਾ ਅਕਬਰ ਨੇ ਸਟਾਰਟ ਕੀਤਾ ਸੀਗਾ ਉਹ ਸ਼ੇਰ ਸ਼ਾਹ ਸੂਰੀ ਤੇ ਉਹਦੇ ਰੈਵਨਿਊ ਮਿਨਿਸਟਰ ਟੋਡਰਮਲ ਦੁਆਰਾ ਬਣਾਇਆ ਗਿਆ ਸੀ। ਅਕਬਰ ਨੇ ਵੀ ਆਪਣਾ ਜਿਹੜਾ ਰੈਵਨਿਊ ਮਿਨਿਸਟਰ ਸੀ ਉਹ ਟੋਡਰਮਲ ਹੀ ਰੱਖਿਆ, ਠੀਕ ਆ। ਸੋ ਇਸ ਸਿਸਟਮ ਨੂੰ ਨਾਮ ਦਿੱਤਾ ਗਿਆ ਜ਼ਬਤੀ ਤੇ ਬੰਦੋਬਸਤੀ ਸਿਸਟਮ, ਠੀਕ ਆ। ਇਹ ਜ਼ਬਤੀ ਤੇ ਬੰਦੋਬਸਤੀ ਸਿਸਟਮ ਸੀਗਾ। ਬੇਸਿਕਲੀ ਇਸ ਸਿਸਟਮ 'ਚ ਕੀ ਸੀਗਾ, ਕਹਿੰਦੇ ਲੈਂਡ ਦੀ ਕਲਾਸੀਫਿਕੇਸ਼ਨ ਕਰ ਲਈ, ਜ਼ਮੀਨ ਨੂੰ 4 ਹਿੱਸਿਆਂ 'ਚ ਕਲਾਸੀਫਾਈ ਕੀਤਾ ਗਿਆ, ਵਧੀਆ, ਬਹੁਤ ਵਧੀਆ, ਵਧੀਆ, ਠੀਕ ਠੀਕ ਤੇ ਬਿਲਕੁਲ ਬੰਜਰ ਜ਼ਮੀਨ। 4 ਟਾਈਪ ਨਾਲ ਕਲਾਸੀਫਿਕੇਸ਼ਨ ਕਰਨੀ ਤੇ ਰੇਟ ਵੀ ਫਿਕਸ ਕਰਤੇ। ਤੇ ਅਪਰੋਕਸੀਮੇਟਲੀ ਜਿਹੜੀਆਂ ਚੰਗੀਆਂ ਜ਼ਮੀਨਾਂ ਸੀ ਉੱਥੇ 33% ਰੈਵਨਿਊ ਕਲੈਕਟ ਕਰ ਲਿਆ ਜਾਂਦਾ ਸੀਗਾ, ਤੇ ਜ਼ਿਆਦਾਤਰ ਜਿਹੜਾ ਕਲੈਕਟ ਸੀਗਾ ਉਹ ਸੀਗਾ ਜਿਹੜਾ ਕਲੈਕਸ਼ਨ ਸੀ ਉਹ ਜਾਂ ਤਾਂ ਕ੍ਰੌਪਸ ਦੇ ਫਾਰਮ 'ਚ ਹੀ ਹੁੰਦੀ ਸੀ। ਮਤਲਬ ਕਿ ਤੁਸੀਂ ਆਪਣੀ ਜ਼ਮੀਨ ਦਾ ਜਿੰਨੀ ਵੀ ਤੁਹਾਡੇ ਕੋਲ ਉਪਜ ਹੋਈ ਆ, ਜ਼ਮੀਨ 'ਚੋਂ ਜੋ ਵੀ ਅਨਾਜ ਪੈਦਾ ਹੋਇਆ ਹੈ ਉਹਦਾ ਕੁਛ ਪ੍ਰਪੋਰਸ਼ਨ ਸੈਂਟਰ ਸਰਕਾਰ ਨੂੰ ਜਮ੍ਹਾਂ ਕਰਾ ਦਿਓ, ਤੇ ਜਾਂ ਤੁਸੀਂ ਉਹ ਕੈਸ਼ ਦੇ ਸਕਦੇ ਹੋ। ਸੋ ਇਸ ਸਿਸਟਮ ਨੂੰ ਇਹਨਾਂ ਨੇ ਕੀ ਨਾਮ ਦਿੱਤਾ? ਬੰਦੋਬਸਤੀ ਜਾਂ ਜ਼ਬਤੀ ਸਿਸਟਮ। ਇਹਦੇ ਅੰਦਰ, ਇਸ ਜ਼ਬਤੀ ਸਿਸਟਮ ਦੇ ਅੰਦਰ ਇਹਨਾਂ ਨੇ ਕੀ ਕੀਤਾ? ਇੱਕ ਕੰਮ ਇੰਪੋਰਟੈਂਟ ਕੀਤਾ।
कि ये जिहड़ा लैंड रेवेन्यू फिक्स करिया करांगे ਇਹਦੇ ਵਾਸਤੇ ਅਸੈਸਮੈਂਟ ਕਿਵੇਂ ਹੋਊਗੀ। ਅਸੈਸਮੈਂਟ ਪਹਿਲਾਂ ਤਾਂ ਹੁੰਦੀ ਸੀ ਲਾਸਟ ਈਅਰ ਦੀ, ਇਹਨਾਂ ਨੇ ਕਿਹਾ ਐਵੇਂ ਨਹੀਂ, ਅਸੈਸਮੈਂਟ ਵਾਸਤੇ ਆਪਾਂ ਇੱਕ ਲੰਮਾ ਸਪੈਨ ਲਿਆ ਕਰਾਂਗੇ ਕਿ ਪਿਛਲੇ 10 ਸਾਲਾਂ ਦੇ ਵਿੱਚ ਐਵਰੇਜ ਕਿੰਨੀ ਕੁ ਜ਼ਮੀਨ ਦੇ ਵਿੱਚੋਂ ਉਪਜ ਨਿਕਲੀ ਆ, ਉਹਨੂੰ ਕਹਿੰਦੇ ਸੀ ਐਵਰੇਜ ਅਸੈਸਮੈਂਟ ਆਫ ਲਾਸਟ 10 ਈਅਰਸ, 10 ਸਾਲਾਂ ਦੀ ਅਸੈਸਮੈਂਟ। ਇਸੇ ਕਰਕੇ ਇਸ ਸਿਸਟਮ ਦਾ ਇੱਕ ਨਾਮ ਰੱਖਿਆ ਗਿਆ ਦਸ਼ਾਲਾ ਸਿਸਟਮ। ਮਤਲਬ ਜ਼ਬਤੀ ਸਿਸਟਮ ਜਾਂ ਬੰਦੋਬਸਤ ਸਿਸਟਮ ਦੇ ਅੰਦਰ ਜਿਹੜਾ ਅਸੈਸਮੈਂਟ ਕੀਤੀ ਗਈ ਸੀ ਉਹ ਦਸ਼ਾਲਾ ਸਿਸਟਮ ਨਾਲ ਕੀਤੀ ਗਈ ਸੀ। ਬੰਦੋਬਸਤ ਸਿਸਟਮ ਦੇ ਅੰਦਰ ਜਿਹੜੀ ਅਸੈਸਮੈਂਟ ਸੀ ਉਹਦਾ ਸਿਸਟਮ ਕਿਹੜਾ ਅਡਾਪਟ ਕੀਤਾ ਗਿਆ, ਦਸ਼ਾਲਾ ਸਿਸਟਮ। ਸੋ ਇਹ ਕੀਤਾ ਗਿਆ। ਇਹਦੇ ਹਿਸਾਬ ਨਾਲ ਇਹਨਾਂ ਨੇ ਕੀ ਕੀਤਾ, ਇੱਕ ਸਿਸਟਮ ਹੋਰ ਸੀਗਾ ਕਨਕੂਤ ਸਿਸਟਮ ਜਾਂ ਨਕਸਕ ਸਿਸਟਮ ਸੀਗਾ, ਜਿਹਦੇ ਤੇ मतलब कि लैंड रेवेन्यू ਨੂੰ ਕਲੈਕਟ ਕਰਨ ਵਾਸਤੇ ਇੱਕ ਹੋਰ ਪੁਆਇੰਟ ਬਣਾਇਆ ਗਿਆ। ਪਹਿਲਾਂ ਕੀ ਸੀਗਾ, ਕਹਿੰਦੇ ਸੀ 1 ਏਕੜ ਨੂੰ 1 ਯੂਨਿਟ ਮੰਨ ਲਿਆ ਜਾਂਦਾ ਸੀਗਾ ਕਿ ਹਰ ਏਕੜ ਦੀ ਆਪੋ ਆਪਣੀ ਅਸੈਸਮੈਂਟ। ਹੁਣ ਕਹਿੰਦੇ ਅਸੈਸਮੈਂਟ ਜਿਹੜੀ ਆ ਨਾ ਪੂਰੇ ਪਿੰਡ ਦੀ ਜ਼ਮੀਨ ਦੀ ਹੋਇਆ ਕਰੂਗੀ, ਮਤਲਬ ਪੂਰੇ ਪਿੰਡ ਦੀ ਜ਼ਮੀਨ ਨੂੰ 1 ਯੂਨਿਟ ਮੰਨ ਕੇ ਉੱਥੋਂ ਦੀ ਅਸੈਸਮੈਂਟ ਦੀ ਐਵਰੇਜ ਕੱਢੀ ਜਾਊਗੀ ਤੇ ਸਾਰੇ ਪਿੰਡ ਤੇ ਉਹੀ ਅਪਲਾਈ ਹੋਊਗੀ। ਮੇਰੀ ਗੱਲ ਸਮਝ ਗਏ, ਮਤਲਬ ਕਿ ਕਿਸੇ ਦੇ ਕੋਈ ਕਵੇ ਕਿ ਮੇਰੀ ਇਕੱਲੀ ਜ਼ਮੀਨ ਦੀ ਅਸੈਸਮੈਂਟ ਅੱਡ ਹੋਵੇ। ਪਹਿਲਾਂ ਤਾਂ ਇੱਕ ਕਿਸਾਨ ਦੀ ਅਸੈਸਮੈਂਟ ਅੱਡ ਹੁੰਦੀ ਸੀ, ਇੱਕ ਟੈਨੇਟ ਦੀ। ਹੁਣ ਕਹਿੰਦੇ ਪੂਰੇ ਦੇ ਪੂਰੇ ਪਿੰਡ ਦੀ, ਪੂਰੇ ਦੇ ਪੂਰੇ ਮੁਕੱਦਮ ਦੀ ਇੱਕ ਅਸੈਸਮੈਂਟ ਹੋਇਆ ਕਰੂਗੀ। ਉਹੀ ਸਾਰੇ ਪਿੰਡ ਤੇ ਕਿਸੇ ਦੀ ਫਸਲ ਖਰਾਬ ਆ, ਕਿਸੇ ਦੀ ਜ਼ਿਆਦੀ ਹੋ ਗਈ, ਕਿਉਂਕਿ ਅਸੀਂ ਪਿੰਡ ਨੂੰ ਹੀ ਯੂਨਿਟ ਮੰਨ ਲਿਆ ਹੁਣ ਕਿ ਘੱਟੋ ਘੱਟ ਸਾਡੇ ਕੋਲ ਜਿਹੜਾ ਰਿਕਾਰਡ ਹੋਊਗਾ ਨਾ ਪੂਰੇ ਪਿੰਡ ਦਾ ਹੋਊਗਾ। ਅਸੀਂ ਜੇ ਸਪੋਜ਼ ਕਰੋ ਕਿਤੇ ਬਾੜ ਆ ਗਈ ਜਾਂ ਕਿਤੇ ਵੀ ਹੜ੍ਹ ਆ ਗਏ ਤਾਂ ਅਸੀਂ ਇਹ ਨਹੀਂ ਦੇਖਾਂਗੇ ਕਿ ਕਿਹੜੇ ਕਿਹੜੇ ਖੇਤ 'ਚ ਕਿੰਨਾ ਨੁਕਸਾਨ ਹੋਇਆ, ਅਸੀਂ ਦੇਖਾਂਗੇ ਕਿ ਐਵਰੇਜ ਪਿੰਡ ਦਾ ਕਿੰਨਾ ਨੁਕਸਾਨ ਆ, ਪੂਰੇ ਪਿੰਡ ਨੂੰ ਲੋਨ ਦੇਤਾ ਜਾਂ ਪੂਰੇ ਪਿੰਡ ਨੂੰ ਉਹ ਦੇਤਾ, ਜੋ ਵੀ ਉਹਦਾ ਮੁਨਾਫਾ ਜੋ ਵੀ ਹੁੰਦਾ ਆਪਾਂ ਮੁਆਵਜ਼ਾ ਉਹ ਦੇਤਾ। ਅਸੀਂ ਪਿੰਡ ਨੂੰ ਹੀ ਮੁਆਵਜ਼ਾ ਦੇਣਾ ਹੈ ਤੇ ਪੂਰੇ ਪਿੰਡ ਦਾ ਫਾਇਦਾ ਹੀ ਸਾਰਿਆਂ ਦਾ ਫਾਇਦਾ ਮੰਨਿਆ ਜਾਊਗਾ ਤੇ ਪੂਰੇ ਪਿੰਡ ਦਾ ਨੁਕਸਾਨ ਸਾਰਿਆਂ ਦਾ ਨੁਕਸਾਨ ਮੰਨਿਆ ਜਾਊਗਾ। ਪੂਰੇ ਪਿੰਡ ਨੂੰ ਯੂਨਿਟ ਮੰਨਣਾ, ਦੈਟਸ ਵਾਈ ਇਸ ਸਿਸਟਮ ਨੂੰ ਕੀ ਕਿਹਾ ਗਿਆ, ਕਨਕੂਤ ਸਿਸਟਮ। ਸੋ ਕੱਲੀ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਨਕੂਤ ਮੀਨਸ ਕਿ ਪੂਰੇ ਪਿੰਡ ਨੂੰ ਯੂਨਿਟ ਮੰਨਣਾ, ਦਸ਼ਾਲਾ ਮੀਨਸ ਅਸੈਸਮੈਂਟ ਫॉर ਲਾਸਟ 10 ਇਅਰਸ, ਆਪਣਾ ਜ਼ਬਤੀ ਜਾਂ ਬੰਦੋਬਸਤ ਸਿਸਟਮ ਮੀਨਸ ਕਿ ਫਿਕਸ ਕਰ ਲਿਆ ਗਿਆ ਜ਼ਮੀਨ ਦੀ ਕਲਾਸੀਫਿਕੇਸ਼ਨ ਤੇ ਟੈਕਸ ਰੇਟਸ ਵਰ ਫਿਕਸਡ, ਬੰਦੋਬਸਤ ਕਰਤਾ, ਇੱਕ ਵਾਰੀ ਪ੍ਰਬੰਧ ਕਰਤਾ, ਉਹਨੂੰ ਕਹਿੰਦੇ ਬੰਦੋਬਸਤ ਕਰ ਦੇਣਾ। ਸੋ ਬੰਦੋਬਸਤ ਸਿਸਟਮ ਦਾ ਕੀ ਮਤਲਬ ਆ, ਦਸ਼ਾਲਾ ਸਿਸਟਮ ਦਾ ਕੀ ਮਤਲਬ ਆ, ਕਨਕੂਤ ਸਿਸਟਮ ਦਾ ਕੀ ਮਤਲਬ ਆ, ਇਹ ਸਾਰੇ ਸਿਸਟਮਾਂ ਦਾ ਕਨਸੈਪਟ ਕਲੀਅਰ ਹੋਣਾ ਚਾਹੀਦਾ ਤੁਹਾਨੂੰ। ਨੈਕਸਟ ਅੱਗੇ ਆ ਜਾਓ, ਕਹਿੰਦੇ ਜ਼ਮੀਨ ਕਿਹੜੇ ਹਿਸਾਬ ਨਾਲ ਵੰਡੀ ਸੀ, ਜ਼ਮੀਨ 4 ਟਾਈਪਸ 'ਚ ਵੰਡੀ ਸੀ, ਪੋਲਜ, ਫਰਟਾਈਲ ਜ਼ਮੀਨ, ਪ੍ਰਾਤੀ ਜਿਹੜੀ 1 ਸਾਲ ਖਾਲੀ ਛੱਡਣੀ ਪੈਂਦੀ ਆ, ਚੱਚਰ ਜ਼ਮੀਨ ਜਿਹਨੂੰ 2 ਜਾਂ 3 ਸਾਲ ਖਾਲੀ 3 ਜਾਂ 4 ਸਾਲ ਖਾਲੀ ਛੱਡਣਾ ਪੈਂਦਾ ਹੈ, ਫਿਰ ਬੰਜਰ ਜ਼ਮੀਨ ਜਿਹੜੀ ਇੱਕ ਵਾਰ ਤੁਸੀਂ ਵਾਹੀ ਕਰ ਲਈ ਉਸ ਤੋਂ ਬਾਅਦ 5-7 ਸਾਲ ਉਹ ਖਾਲੀ ਛੱਡਣੀ ਪੈ ਜਾਂਦੀ ਹੈ, ਫਿਰ ਹੀ ਜਾ ਕੇ ਉਹ ਦੁਬਾਰਾ ਫਰਟੀਲਿਟੀ ਗੇਨ ਕਰਦੀ ਹੈ। ਸੋ ਹਰ ਇੱਕ ਦੀ ਅਸੈਸਮੈਂਟ ਅੱਡ ਤਰੀਕੇ ਨਾਲ ਹੁੰਦੀ ਸੀ। ਤੀਜੀ ਤੇ ਚੌਥੀ ਨੂੰ ਤਾਂ ਸਪੈਸ਼ਲ ਤਰੀਕੇ ਨਾਲ ਕੰਸੀਡਰ ਕੀਤਾ ਜਾਂਦਾ ਸੀ। ਹਾਂ, ਪਹਿਲੀ ਦੂਜੀ ਨੂੰ ਸਹੀ, ਕਿਉਂਕਿ ਪਹਿਲੀ ਜ਼ਮੀਨ ਚੋਂ ਤਾਂ ਹਰ ਸਾਲ 1/3 ਲੈ ਲਿਆ ਜਾਂਦਾ ਸੀ। ਜ਼ਮੀਨ ਪ੍ਰਾਤੀ ਦੂਜੀ ਵਾਲੀ ਵੀ ਨਹੀਂ ਸੀ ਮਾੜੀ, ਪਰ ਉਹਦੀ ਪ੍ਰੋਬਲਮ ਸੀ ਕਿ ਉਹ 1 ਸਾਲ ਖਾਲੀ ਛੱਡਣੀ ਪੈਂਦੀ ਸੀ। ਉਹਦੇ ਤੇ ਪਹਿਲੇ ਵਾਲਾ ਫਾਰਮੂਲਾ ਲੱਗਦਾ ਸੀ, ਕਿਵੇਂ 1 ਸਾਲ 1/3 ਲਿਆ, ਅਗਲੇ ਸਾਲ ਕੁਝ ਨਹੀਂ ਲਿਆ, ਅਗਲੇ ਸਾਲ 1/3 ਫੇਰ ਲੈਣਾ। ਪਰ ਤੀਸਰੀ ਤੇ ਚੌਥੀ ਵਾਲੀ ਨੂੰ ਇਹ ਥੋੜਾ ਹੈ ਕਿ ਜਿਹੜੇ ਸਾਲ ਜ਼ਮੀਨ ਚੋਂ ਉਪਜ ਹੋਈ ਆ ਉਸ ਸਾਲ 1/3 ਲੈ ਜਾਓ, ਕਿਉਂਕਿ ਜਿਹੜੇ ਸਾਲ ਹੁੰਦੀ ਸੀ ਉਸ ਸਾਲ ਵੀ ਤਾਂ ਬਹੁਤ ਘੱਟ ਸੀਗੀ। ਇਸ ਕਰਕੇ ਇੱਥੇ ਰੇਟ ਘੱਟ ਹੁੰਦੇ ਸੀ। ਬੇਸ਼ੱਕ 4 ਸਾਲਾਂ ਬਾਅਦ ਵੀ ਜਾਂ 3 ਸਾਲਾਂ ਬਾਅਦ ਟੈਕਸ ਵਸੂਲਿਆ ਜਾਂਦਾ ਸੀ, ਪਰ ਇੱਥੇ 1/3 ਨਹੀਂ ਸੀ ਵਸੂਲਿਆ ਜਾਂਦਾ। ਉਹ 1/3 ਵਾਲਾ ਕੰਸੈਪਟ ਤਾਂ ਚੱਲਦਾ ਸੀ ਸਿਰਫ ਪਹਿਲੇ ਤੇ ਦੂਜੇ ਤੇ, ਪਹਿਲੇ ਤੇ ਹਰ ਸਾਲ, ਦੂਜੇ ਤੇ ਇੱਕ ਵਾਰੀ ਛੱਡ ਕੇ, ਠੀਕ ਆ। ਸੋ ਇਹਨਾਂ ਦੀ ਅਸੈਸਮੈਂਟ ਦਾ ਤਰੀਕਾ ਰਿਹਾ ਹੈ। ਨੈਕਸਟ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕੁਝ ਫਸਲਾਂ ਸੀ ਜਿਹੜੀਆਂ ਇਸ ਸਮੇਂ ਇੰਟਰੋਡਿਊਸ ਹੋਈਆਂ ਉਹ ਇਹਦੇ ਚ ਆਈਆਂ, ਠੀਕ ਆ। ਕਿਸੇ ਨੂੰ ਕੋਈ ਡਾਊਟ? ਸੋ ਜੇ ਕੋਈ ਮੈਨੂੰ ਪੁੱਛੇ ਕਿ ਕੀ ਅਕਬਰ ਦੇ ਵੇਲੇ ਦਾ ਲੈਂਡ ਰੈਵਨਿਊ ਸਿਸਟਮ ਤੁਹਾਡੀ ਸਮਝ ਚ ਪਿਆ ਹੈ, ਜਾਂ ਪੰਜਾਬੀ ਚ ਕੋਈ ਇਹ ਕਵੇ ਕਿ ਯਾਰ ਮੁਗਲ ਵੰਸ਼ ਦੇ ਵੇਲੇ ਜਿਹੜਾ ਲੈਂਡ ਰੈਵਨਿਊ ਸਿਸਟਮ ਸੀਗਾ ਕੀ ਆਪਾਂ ਨੂੰ ਸਮਝ ਆਇਆ, ਤਾਂ ਆਉਣਾ ਚਾਹੀਦਾ ਹੈ। ਮੁਗਲਾਂ ਦੇ ਵੇਲੇ ਦਾ ਲੈਂਡ ਰੈਵਨਿਊ ਸਿਸਟਮ ਜਿਹੜਾ ਹੈ ਨਾ, ਇਹਦੇ ਤੇ ਮੇਨਸ ਦੇ ਵਿੱਚੋਂ ਸਵਾਲ ਮੈਂ ਨਹੀਂ ਮੰਨਦਾ ਕਿ ਬਣੂਗਾ। ਮੇਨਸ ਦਾ ਆਰਟ, ਆਰਕੀਟੈਕਚਰ ਵਗੈਰਾ, ਠੀਕ ਆ। ਸੋ ਇਹ ਤਾਂ ਮੇਨਸ ਵਾਲੇ ਪਾਸੇ ਤਾਂ ਉਹਦੇ ਤੇ ਫੋਕਸ ਕਰਨਾ ਹੈ। ਆਬਜੈਕਟਿਵ ਪੇਪਰਾਂ 'ਚ ਅਲਟੀਮੇਟ ਸਵਾਲ ਬਣਦੇ ਇਹਦੇ ਚੋਂ, ਮਤਲਬ ਤੁਸੀਂ ਯਕੀਨ ਵੀ ਨਹੀਂ ਕਰ ਸਕਦੇ ਕਿ ਕਿੰਨੇ ਜ਼ਿਆਦਾ ਸਵਾਲ ਇਹਦੇ 'ਚ ਆਬਜੈਕਟਿਵ ਓਰੀਐਂਟਡ ਹੋ ਜਾਂਦੇ ਆ, ਠੀਕ ਆ। ਸੋ ਇਸ ਚੀਜ਼ ਤੇ ਪੂਰਾ ਫੋਕਸ ਕੀਤਾ ਜਾ ਸਕਦਾ ਹੈ, ਬੜਾ ਇੰਪੋਰਟੈਂਟ ਟੌਪਿਕ ਹੈ। ਨੈਕਸਟ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਮਨਸਬਦਾਰੀ ਸਿਸਟਮ। ਇਹ ਸੀਗਾ ਇਹਦਾ ਮਿਲਟਰੀ ਨੂੰ ਤਾਕਤਵਰ ਕਰਨ ਦਾ ਸਿਸਟਮ, ਮਿਲਟਰੀ ਨੂੰ ਸਟਰੋਂਗ ਕਰਨ ਦਾ ਸਿਸਟਮ, ਉਹਨੂੰ ਮਨਸਬਦਾਰੀ ਸਿਸਟਮ ਕਹਿੰਦਾ ਹੈ, ਜਿਹੜਾ ਕਿ ਇਹ ਆਪਣੇ ਬਜ਼ੁਰਗਾਂ ਤੋਂ ਲੈ ਕੇ ਆਇਆ ਸੀਗਾ, ਨਾਨੇ ਵਾਲੇ ਪਾਸਿਓਂ ਲੈ ਕੇ ਆਇਆ ਸੀਗਾ, ਜਾਂ ਇਹ ਕਹਿ ਲਓ ਕਿ ਬਾਬਰ ਦੇ ਵੀ ਬਜ਼ੁਰਗਾਂ ਵੱਲੋਂ ਆਇਆ ਸੀਗਾ। ਇਹ ਮੰਗੋਲੀਆ ਤੋਂ ਆਇਆ ਸੀ। ਚੰਗੇਜ਼ ਖਾਨ ਨੇ ਇਸੇ ਸਿਸਟਮ ਦੇ ਤਹਿਤ ਆਪਣੇ ਆਪ ਨੂੰ ਮੰਗੋਲੀਆ ਤੋਂ ਲੈ ਕੇ ਅਰਬ ਤੱਕ ਤਾਕਤਵਰ ਕੀਤਾ ਸੀ।
ਆਪਣੇ ਛੋਟੇ ਛੋਟੇ ਬੰਦੇ ਜਿਹੜੇ ਆ ਨਾ ਕਿਸੇ ਪਾਰਟਿਕੂਲਰ ਇਲਾਕੇ 'ਚ ਫਿੱਟ ਕਰਕੇ ਉਹਨਾਂ ਨੂੰ ਤਾਕਤਾਂ ਦੇ ਕੇ ਫਿਰ ਉਹਨਾਂ ਨੂੰ ਆਪਣੇ ਕੰਟਰੋਲ 'ਚ ਰੱਖ ਕੇ ਮਨਸਬਦਾਰ ਅਪਾਇੰਟ ਕਰਨੇ। ਮਨਸਬਦਾਰੀ ਸਿਸਟਮ ਆਇਆ ਹੀ ਮੰਗੋਲੀਆ ਤੋਂ ਆ, ਠੀਕ ਆ। ਇਹਨੂੰ ਅਕਬਰ ਆਪਣੇ ਇੱਥੇ ਇੰਟਰੋਡਿਊਸ ਕਰਦਾ ਹੈ। ਤੇ ਤੁਸੀਂ ਇੱਕ ਗੱਲ ਦੇਖੋ ਕਿੱਡੀ ਘੈਂਟ ਗੱਲ ਆ, ਇੱਥੋਂ ਤੱਕ ਦਾ ਲੈਵਲ ਸੀ ਕਿ ਕਿਸੇ ਰਾਜੇ ਨੂੰ 10 ਘੋੜੇ ਵੀ ਦਿੱਤੇ ਜਾ ਸਕਦੇ ਸੀ ਤੇ ਵੱਧ ਤੋਂ ਵੱਧ 7-8 ਹਜ਼ਾਰ ਘੋੜੇ ਵੀ। ਤੁਸੀਂ 5000 ਤਾਂ ਵੈਸੇ ਹੀ ਲਿਖਤਾ ਮੈਂ, 7-8 ਹਜ਼ਾਰ ਘੋੜੇ ਤਾਂ ਮਨਸਬਦਾਰ ਕਿਹੜੇ ਕੋਲ ਸੀਗੇ ਭਲਾ? ਮਾਨ ਸਿੰਘ ਕੋਲ, ਜਿਹੜਾ ਰਾਜਸਥਾਨ ਤੋਂ ਜਾਂ ਰਾਜਪੂਤਾਨਾ ਤੋਂ ਜਿਹੜਾ ਇਹਦਾ ਮਨਸਬਦਾਰ ਸੀਗਾ ਉਹਦੇ ਕੋਲ 7000 ਘੋੜੇ ਸੀ। 10 ਘੋੜਿਆਂ ਤੋਂ ਲੈ ਕੇ 7000 8000 ਘੋੜਿਆਂ ਤੱਕ ਕਿਸੇ ਨੂੰ ਕੰਟਰੋਲ ਦੇਣਾ, ਉਹ ਵੀ ਉਹਦੇ ਤੇ ਯਕੀਨ ਕਰਕੇ, ਇਹ ਵੱਡੀ ਗੱਲ ਸੀਗੀ, ਠੀਕ ਆ। ਸੋ ਆਹ ਦੇਖੋ, ਆਹ ਲਿਖਿਆ ਹੋਇਆ ਰਾਜਾ ਮਾਨ ਸਿੰਘ ਤੇ ਮਿਰਜ਼ਾ ਅਜ਼ੀਜ਼ ਕੋਕਾ, ਜਿਹੜੇ ਦੋ ਬੰਦੇ ਸੀ ਜਿਨ੍ਹਾਂ ਨੇ ਇਹਦੇ ਨਾਲ ਰਿਵੋਲਟ ਸਪਰੈਸ ਕਰਨ ਚ, ਮਿਰਜ਼ਾ ਅਜ਼ੀਜ਼ ਕੋਕਾ ਨੇ ਤਾਂ ਕਿੰਨੇ ਰਿਵੋਲਟ ਸਪਰੈਸ ਕਰਨ ਚ ਇਹਦੀ ਮਦਦ ਕੀਤੀ ਆ। ਤੇ ਮਾਨ ਸਿੰਘ ਨੇ ਗੁਜਰਾਤ ਤੇ ਰਾਜਸਥਾਨ ਦੇ ਜਿਹੜੇ ਰਾਜੇ ਸੀਗੇ, ਉਹ ਆਪਣਾ ਕੀ ਦਾ ਮੈਨੂੰ ਰਾਜੇ ਦਾ ਨਾਮ ਭੁੱਲ ਗਿਆ, ਜਿਹਦੇ ਕੋਲ ਚੇਤਕ ਘੋੜਾ ਸੀਗਾ, ਰਾਣਾ ਪ੍ਰਤਾਪ, ਮਹਾਰਾਣਾ ਪ੍ਰਤਾਪ, ਉਹਨੂੰ ਹਲਦੀ ਘਾਟੀ ਦੀ ਲੜਾਈ 'ਚ ਹਰਾਉਣ ਵਾਲਾ ਕਿਹੜਾ ਰਾਜਾ ਸੀਗਾ? ਮਾਨ ਸਿੰਘ ਸੀ ਨਾ। ਤਾਂ ਇਹ ਬੜੇ ਉਹ ਬੰਦੇ ਰਹੇ ਇਹਦੇ ਨਾਲ ਜਿਹੜੇ ਇਹਦੇ ਨਾਲ ਇਸ ਤਰੀਕੇ ਨਾਲ ਅਪਾਇੰਟ ਕੀਤੇ ਗਏ ਆ। ਇਹ ਰੈਂਕ ਹੈਰੀਡਿਟਰੀ ਵਿਰਾਸਤ 'ਚ ਨਹੀਂ ਸੀ ਮਿਲਦਾ, ਰਾਜਾ ਆਪਣੀ ਅਗਲੇ ਬੰਦੇ ਦੀ ਕੁਸ਼ਲਤਾ ਦੇਖ ਕੇ ਉਹਨੂੰ ਇਹ ਰੈਂਕ ਦਿੰਦਾ ਸੀ। ਇਹਦੇ 'ਚ ਦੋ ਚੀਜ਼ਾਂ ਸੀ, ਇੱਕ ਜ਼ਾਤ ਤੇ ਇੱਕ ਸਵਾਰ। ਰੈਂਕ ਐਵੇਂ ਮਿਲਦਾ ਹੁੰਦਾ ਸੀਗਾ, ਮਤਲਬ 500/300 ਆ ਉਹਦਾ ਜ਼ਾਤ ਰੈਂਕ ਹੁੰਦਾ ਸੀਗਾ, ਆਹ ਰੈਂਕ ਹੁੰਦਾ ਸੀ ਉਹਦਾ ਕਿਹੜਾ? ਸਵਾਰ। ਜ਼ਾਤ ਰੈਂਕ ਦਾ ਮਤਲਬ ਹੁੰਦਾ ਸੀਗਾ ਕਿ ਬਈ ਇੱਕ ਬੰਦੇ ਦਾ ਪਰਸਨਲ ਸਟੇਟਸ, ਕਿ ਉਹਦੇ ਕੋਲ ਕਿੰਨਾ ਕੁ ਆਪਣੇ ਇਲਾਕੇ ਨੂੰ ਕੰਟਰੋਲ ਕਰਨ ਦੀ, ਐਡਮਿਨਿਸਟ੍ਰੇਸ਼ਨ ਕਰਨ ਦੀ ਤਾਕਤ ਆ, ਉਹ ਉਹਦਾ ਜ਼ਾਤ ਰੈਂਕ ਸੀ। ਇੱਥੇ ਹੀ ਮੈਂ ਜਦੋਂ ਇਹਨੂੰ ਪਿਛਲੀ ਵਾਰ ਕਵਰ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਕੁਝ ਗੜਬੜ ਹੋ ਗਈ ਸੀ, ਠੀਕ ਆ। ਸੋ ਆਪਾਂ ਤਾਂ ਹੀ ਹੁਣ ਇਹਨੂੰ ਚੰਗੀ ਤਰ੍ਹਾਂ ਕਿਤੇ ਕੋਈ ਡਾਊਟ ਰਹਿ ਗਈ ਤਾਂ ਤੁਸੀਂ ਜ਼ਰੂਰ ਕਲੀਅਰ ਕਰਨਾ। ਸਵਾਰ ਰੈਂਕ ਦਾ ਸੀ ਕਿ ਅਸੀਂ ਤੁਹਾਨੂੰ ਕਿੰਨੇ ਘੋੜ ਸਵਾਰ ਦਿੱਤੇ ਆ, ਠੀਕ ਆ, ਜਿਹੜੇ ਕਿ ਉਸ ਇਲਾਕੇ ਦਾ ਲਾਅ ਐਂਡ ਆਰਡਰ ਮੇਨਟੇਨ ਕਰਨ 'ਚ ਤੁਹਾਡੀ ਮਦਦ ਕਰਨਗੇ। ਜੇ ਸਪੋਜ਼ ਕਰੋ ਕਿਸੇ ਦਾ 500/300 ਰੈਂਕ ਹੈ, ਇਹਦਾ ਮਤਲਬ ਉਹਦੇ ਕੋਲ ਐਡਮਿਨਿਸਟ੍ਰੇਸ਼ਨ ਦੀ ਪਾਵਰ ਜਿਹੜੀ ਆ ਉਹਦਾ ਯੂਨਿਟ 500 ਆ, ਤੇ ਉਹਦੇ ਕੋਲ ਜਿਹੜੇ ਘੋੜ ਸਵਾਰ ਉਹਨੂੰ ਮਿਲੇ ਹੋਏ ਆ ਐਡਮਿਨਿਸਟ੍ਰੇਸ਼ਨ ਵਾਸਤੇ ਉਹ ਕਿੰਨੇ ਆ ਭਲਾ? 300 ਆ, ਠੀਕ ਆ। ਸੋ ਹੁਣ ਆ ਜਾਓ, ਸਭ ਤੋਂ ਪਹਿਲੀ ਗੱਲ ਕਹਿੰਦੇ 3 ਟਾਈਪ ਦੀਆਂ ਕੈਟੇਗਰੀ ਸੀਗੀਆਂ। ਪਹਿਲਾ ਕੇਸ ਤਾਂ ਹੁੰਦਾ ਸੀ ਜਾਤ ਤੇ ਸਵਾਰ ਦਾ ਰੈਂਕ ਬਰਾਬਰ ਹੋਵੇ, 7000/7000। ਦੂਜਾ ਸੀਗਾ ਕਿ ਜਿਹੜਾ ਜ਼ਾਤ ਰੈਂਕ ਸੀਗਾ ਉਹ ਵੱਧ ਆ ਤੇ ਸਵਾਰ ਰੈਂਕ ਜਿਹੜਾ ਹੈ ਜੀ ਉਹ ਘੱਟ ਆ, ਮਤਲਬ ਇਹਦੇ ਕੋਲ ਇਹਦੀ ਜਿਹੜੀ ਐਡਮਿਨਿਸਟ੍ਰੇਸ਼ਨ 'ਚ ਕੰਟਰੋਲ ਆ ਉਹ 7000 ਯੂਨਿਟ ਆ ਤੇ ਘੋੜ ਸਵਾਰ ਨੂੰ ਕਿੰਨੇ ਮਿਲੇ ਆ? 4000, ਠੀਕ ਆ। ਅਪਰੋਕਸੀਮੇਟਲੀ 50% ਤੇ 50% ਤੋਂ ਥੋੜਾ ਜਿਹਾ ਵੱਧ। ਤੇ ਤੀਸਰੇ ਕੇਸ 'ਚ ਸਵਾਰ ਰੈਂਕ 50% ਤੋਂ ਕੀ ਹੁੰਦਾ ਸੀਗਾ? ਜਾਤ ਰੈਂਕ ਤੋਂ ਘੱਟ ਹੁੰਦਾ ਸੀ। ਆ ਹੋ ਗਿਆ, ਠੀਕ ਆ। ਤਾਂ ਅਕਸਰ ਇਹ ਚੀਜ਼ ਜ਼ਰੂਰ ਦੇਖੀ ਜਾਂਦੀ ਸੀ ਕਿ ਜਿਹੜਾ ਸਵਾਰ ਰੈਂਕ ਸੀ ਨਾ ਉਹਨੂੰ ਜਾਂ ਤਾਂ ਬਰਾਬਰ ਰੱਖਿਆ ਜਾਂਦਾ ਸੀ ਜਾਤ ਰੈਂਕ ਤੇ, ਪਰ ਜਾਂ ਉਹਦੇ ਤੋਂ ਥੱਲੇ ਰੱਖਿਆ ਜਾਂਦਾ ਸੀ। ਜਾਤ ਰੈਂਕ ਫਿਕਸ ਕਰਦਾ ਸੀ ਤੁਹਾਡੀ ਪਾਵਰ, ਤੇ ਸਵਾਰ ਰੈਂਕ ਸੀਗਾ ਉਹ ਜਿਵੇਂ ਜਿਵੇਂ ਤੁਹਾਡੀ ਜਾਤ ਰੈਂਕ 'ਚ ਹੈਸੀਅਤ ਵੱਧਦੀ ਜਾਂਦੀ ਸੀ ਉਹਦੇ ਅਕੋਰਡਿੰਗ ਤੁਹਾਡਾ ਸਵਾਰ ਰੈਂਕ ਵਧਾਇਆ ਜਾਂਦਾ ਸੀ। ਪਰ ਸਵਾਰ ਰੈਂਕ ਤੁਹਾਡੀ ਹੈਸੀਅਤ ਨਹੀਂ, ਤੁਹਾਡੀ ਹੈਸੀਅਤ ਪਤਾ ਲੱਗਦੀ ਸੀ ਕਿਹੜੇ ਰੈਂਕ ਤੋਂ? ਜਾਤ ਰੈਂਕ ਤੋਂ, ਕਿ ਤੁਹਾਨੂੰ ਉਸ ਜਿਹੜੇ ਇਲਾਕੇ ਦਾ ਤੁਹਾਨੂੰ ਮਨਸਬਦਾਰ ਲਾਇਆ ਹੋਇਆ ਹੈ ਉਸ ਇਲਾਕੇ 'ਚ ਤੁਹਾਨੂੰ ਕਿੰਨੀ ਕੁ ਜ਼ਿਆਦਾ ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਦੀ ਤਾਕਤ ਤੁਹਾਨੂੰ ਰਾਜੇ ਨੇ ਬਖਸ਼ੀ ਹੋਈ ਆ, ਉਹ ਤੁਹਾਡੇ ਜਾਤ ਰੈਂਕ ਤੋਂ ਹੀ ਪਤਾ ਲੱਗਦੀ ਸੀਗੀ, ਠੀਕ ਆ। ਸੋ ਇਹ ਚੀਜ਼ ਆਪਾਂ ਨੂੰ ਪਤਾ ਲੱਗ ਗਈ। ਕਹਿੰਦੇ ਇੱਕ ਮਨਸਬਦਾਰ ਦਾ ਜਾਤ ਰੈਂਕ 4000 ਆ ਤੇ ਸਵਾਰ ਰੈਂਕ ਕਿੰਨਾ ਹੈ? 2000, ਠੀਕ ਆ। ਇੱਕ ਮਨਸਬਦਾਰ ਦਾ ਜਾਤ ਰੈਂਕ 3000 ਆ ਤੇ ਸਵਾਰ ਰੈਂਕ ਕਿੰਨਾ ਹੈ? 3000। ਹੁਣ ਦੇਖੋ ਇੱਕ ਗੱਲ ਤਾਂ ਯਾਦ ਰੱਖਿਓ ਕਿ ਜਾਤ ਰੈਂਕ ਜਿਹੜਾ ਹੈ ਉਹ ਕਦੇ ਵੀ ਸਵਾਰ ਰੈਂਕ ਤੋਂ ਛੋਟਾ ਨਹੀਂ ਹੋ ਸਕਦਾ। ਦੂਸਰੀ ਗੱਲ ਆ, ਜਾਤ ਰੈਂਕ ਜਿਹੜਾ ਹੈ ਉਹ ਜਿੰਨਾ ਜ਼ਿਆਦਾ ਹੋਊਗਾ ਤੁਸੀਂ ਐਡਮਿਨਿਸਟ੍ਰੇਸ਼ਨ ਚਲਾਉਣ ਦੇ ਮਾਮਲੇ 'ਚ ਦਿੱਲੀ ਦੇ ਮੁਗਲ ਸ਼ਾਸਕ ਦੇ ਉਨੀ ਨੇੜੇ ਹੋਵੋਗੇ। ਇਹ ਦੋ ਗੱਲਾਂ ਯਾਦ। ਸਵਾਰ ਰੈਂਕ ਜਿਹੜਾ ਹੈ ਉਹ ਹਮੇਸ਼ਾ ਜਾਤ ਰੈਂਕ ਤੋਂ ਘੱਟ ਹੋਊਗਾ ਜਾਂ ਜਾਤ ਰੈਂਕ ਹਮੇਸ਼ਾ ਸਵਾਰ ਰੈਂਕ ਤੋਂ ਜ਼ਿਆਦਾ ਹੋਊਗਾ, ਪਹਿਲੀ ਗੱਲ। ਦੂਜੀ ਗੱਲ, ਜਿੰਨਾ ਤੁਹਾਡਾ ਜਾਤ ਰੈਂਕ ਹੋਊਗਾ ਉਹ ਤੈਅ ਕਰੂਗਾ ਕਿ ਤੁਹਾਨੂੰ ਰਾਜੇ ਨੇ ਐਡਮਿਨਿਸਟ੍ਰੇਸ਼ਨ ਦੀ ਕਿੰਨੀ ਕੁ ਪਾਵਰ ਬਖਸ਼ੀ ਹੈ। ਸਪੋਜ਼ ਕਰੋ ਜਿਹੜੇ ਬੰਦੇ ਦਾ ਜਾਤ ਰੈਂਕ 3000 ਆ, ਠੀਕ ਆ, ਇੱਕ ਬੰਦੇ ਦਾ ਜਾਤ ਰੈਂਕ ਕਿੰਨਾ ਹੈ? 4000 ਆ। ਹੁਣ ਉਹਨਾਂ ਨੇ ਆਪਾਂ ਨੂੰ ਕੀ ਕਿਹਾ ਇੱਥੇ ਕਿ 4000 ਜਾਤ ਰੈਂਕ ਵਾਲਾ ਬੰਦਾ ਜਿਹੜਾ ਹੈ ਉਹਦੀ ਪਾਵਰ ਜ਼ਿਆਦੀ ਆ ਐਜ਼ ਕੰਪੇਅਰ ਟੂ 3000/3000 ਵਾਲੇ ਦੇ, ਠੀਕ ਆ। ਇੱਕ ਬੰਦੇ ਨੂੰ ਘੋੜੇ ਜ਼ਰੂਰ ਵੱਧ ਦਿੱਤੇ ਹੋਏ ਆ, ਉਹਨੂੰ ਉਹਦੇ ਤੇ ਇੱਕ ਬੋਝ ਆ ਘੋੜਿਆਂ ਨੂੰ ਸਾਂਭਣ ਦਾ, ਠੀਕ ਆ। ਪਰ ਜਾਤ ਰੈਂਕ ਤੁਹਾਨੂੰ ਦੱਸਦਾ ਸੀਗਾ ਕਿ ਤੁਸੀਂ ਕਿੰਨਾ ਕੁ ਐਡਮਿਨਿਸਟ੍ਰੇਸ਼ਨ। ਹੁਣ ਇੱਕ ਗੱਲ ਦੇਖੋ, ਇੱਕ ਬੜਾ ਸਿੰਪਲ ਜੀ ਗੱਲ ਦੱਸਦਾ ਤੁਹਾਨੂੰ ਮੈਂ, 4000/2000 ਤੇ 3000/3000 ਨੂੰ ਸਮਝਿਆ ਕਿਵੇਂ ਜਾ ਸਕਦਾ ਹੈ? ਇੱਕ ਪ੍ਰੋਵਿੰਸ ਆ ਤੁਹਾਡੇ ਕੋਲ, ਠੀਕ ਆ, ਉਸ ਪ੍ਰੋਵਿੰਸ 'ਚ ਤੁਹਾਨੂੰ ਕਹਿਤਾ ਕਿ ਇਹ ਇਲਾਕਾ ਤੁਹਾਨੂੰ ਮਨਸਬਦਾਰੀ 'ਚ ਦੇਤਾ, ਇਸ ਇਲਾਕੇ 'ਚ ਤੁਹਾਨੂੰ 3000 ਘੋੜੇ ਦਿੱਤੇ ਆ,
ਤੁਹਾਡਾ 3000 ਆ ਜਿਹੜਾ ਜਾਤ ਰੈਂਕ ਸੀ ਇਹ ਦੱਸਦਾ ਸੀ ਕਿ ਤੁਹਾਨੂੰ ਉਹਦੇ ਬਦਲੇ ਕਿੰਨੀ ਜ਼ਮੀਨ ਦਿੱਤੀ ਹੋਈ ਹੈ। ਇੱਥੋਂ ਤੈਅ ਹੁੰਦਾ ਸੀ ਕਿ ਤੁਹਾਨੂੰ ਕਿੰਨੇ ਕੁ ਐਡਮਿਨਿਸਟ੍ਰੇਸ਼ਨ 'ਚ ਯੋਗਦਾਨ ਦਿੱਤਾ ਹੈ। ਉਹਨਾਂ ਟਾਈਮਾਂ 'ਚ ਸ਼ਾਇਦ ਇਹ ਬਿਸਵਾ ਹੁੰਦਾ ਸੀ ਜਾਂ ਕੋਈ ਹੋਰ ਯੂਨਿਟ ਹੁੰਦਾ ਸੀ, ਜਿੰਨਾ ਇਹ ਰੈਂਕ ਹੁੰਦਾ ਸੀ ਤੁਹਾਨੂੰ ਉਨੀ ਜ਼ਮੀਨ ਦਾ ਕੰਟਰੋਲ ਦੇ ਦਿੰਦੇ ਸੀ। ਹੁਣ ਇੱਥੇ ਪ੍ਰੋਬਲਮ ਕੀ ਆ, ਇੱਥੇ ਤੁਹਾਨੂੰ ਮੰਨ ਲਓ 4000 ਯੂਨਿਟ ਜ਼ਮੀਨ ਜਾਂ ਏਰੀਏ ਨੂੰ ਕੰਟਰੋਲ ਮਿਲਿਆ, ਇੱਥੇ ਕਿੰਨੇ ਦਾ ਕੰਟਰੋਲ ਮਿਲਿਆ 3000 ਦਾ। ਇੱਥੇ 4000 ਦਾ ਕੰਟਰੋਲ ਮਿਲ ਕੇ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਕੋਲ 2000 ਘੋੜੇ ਸਾਹਮਣੇ ਆ, ਇੱਥੇ ਤੁਹਾਨੂੰ 3000 ਦਾ ਕਹਿ ਕੇ ਕਹਤਾ 3000 ਹੀ ਘੋੜੇ ਸਾਹਮਣੇ ਆ। ਸੋ ਪਾਵਰ ਕਿਹੜੇ ਬੰਦੇ ਕੋਲ ਜ਼ਿਆਦੀ ਆ, ਜਿਹਦੇ ਕੋਲ ਜ਼ਮੀਨ ਦਾ ਕੰਟਰੋਲ ਜ਼ਿਆਦਾ ਹੈ, ਜਿਹਦੇ ਕੋਲ ਉਹ ਦਾਇਰਾ ਜ਼ਿਆਦਾ ਹੈ। ਹਾਂ, ਉਹਦੀ ਇੱਕ ਲਾਲਸਾ ਜ਼ਰੂਰ ਰਹਿੰਦੀ ਸੀ ਕਿ ਘੋੜੇ ਵੀ ਸਾਨੂੰ ਵੱਧ ਮਿਲਣ, ਤਾਂ ਕਿ ਕੱਲ ਨੂੰ ਰਾਜਾ ਸਾਡੇ ਤੇ ਡਿਪੈਂਡ ਵੀ ਜ਼ਿਆਦਾ ਰਵੇ ਕਿ ਜਨਾਬ ਤੇਰੇ ਕਿੱਥੇ ਕਹਿਣਾ ਕਿ ਉਹ ਆਪਣੇ 1000 ਘੋੜੇ ਭੇਜ। ਮੰਨ ਲਓ ਕਿਸੇ ਨੂੰ ਰੈਂਕ ਮਿਲਿਆ, ਹੁਣ ਕੋਈ ਬੰਦਾ ਕਹੇ ਅੱਛਾ ਇਹਦੇ ਹਿਸਾਬ ਨਾਲ ਤੇ ਫਿਰ 4000 ਬਟੇ 2000 ਤੇ 4000 ਬਟੇ 3000 ਚੋਂ 4000 ਬਟੇ 2000 ਜ਼ਿਆਦਾ ਵਧੀਆ ਹੈ, ਕਿਉਂਕਿ ਇਹਨੂੰ 4000 ਦੇ ਯੂਨਿਟ ਤੇ ਸਿਰਫ 2000 ਘੋੜੇ ਸਾਹਮਣੇ ਪੈ ਰਹੇ ਆ। ਪਰ ਨਹੀਂ, ਲਾਲਸਾ ਹੁੰਦੀ ਸੀ ਕਿ ਸਾਹਮ ਤਾਂ ਮੈਂ 3000 ਵੀ ਲਊਂਗਾ, ਪਰ 3000 ਵਾਲੇ 'ਚ ਰਾਜਾ ਮੈਨੂੰ ਜ਼ਿਆਦਾ ਪਹਿਲਾਂ ਮਿਲਾਊਗਾ ਕਿ ਜਨਾਬ ਤੂੰ ਆ, ਤੇਰੇ ਘੋੜਿਆਂ ਨਾਲ ਆਪਾਂ ਜੰਗ ਜਿੱਤਾਂਗੇ। ਸੋ ਜਾਤ ਰੈਂਕ ਤੈਅ ਕਰਦਾ ਸੀ ਤੁਹਾਡੀ ਰਾਜੇ ਨਾਲ ਨਜ਼ਦੀਕੀ, ਤੇ ਸਵਾਰ ਰੈਂਕ ਜਿਹੜਾ ਸੀਗਾ ਉਹ ਹਮੇਸ਼ਾ ਜਾਤ ਰੈਂਕ ਤੋਂ ਥੋੜਾ ਹੁੰਦਾ ਸੀ। 3 ਸਥਿਤੀਆਂ ਸੀ, ਜਾਂ ਬਰਾਬਰ ਹੋਊਗਾ, ਜਾਂ ਉਹਦੇ ਅੱਧ ਤੋਂ ਵੱਧ ਹੋਊਗਾ, ਜਾਂ ਉਹਦੇ ਅੱਧ ਤੋਂ ਘੱਟ ਹੋਊਗਾ। ਠੀਕ ਆ, ਤੁਸੀਂ ਹਮੇਸ਼ਾ ਉਹਨੂੰ ਜਾਤ ਰੈਂਕ ਦੇ ਬਰਾਬਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਸੀਗੇ। ਕਿਵੇਂ? ਜਿੰਨਾ ਤੁਹਾਨੂੰ ਸਪੋਜ਼ ਕਰੋ ਕਿਸੇ ਪਾਰਟਿਕੂਲਰ ਇਲਾਕੇ 'ਚ ਮਨਸਬਦਾਰੀ ਮਿਲੀ ਆ, ਉੱਥੋਂ ਦਾ ਜਿਹੜਾ ਬਖਸ਼ੀ ਆ ਉਸ ਪ੍ਰੋਵਿੰਸ ਦਾ, ਉਹ ਰਿਪੋਰਟ ਭੇਜਿਆ ਕਰੂਗਾ ਸੈਂਟਰ ਨੂੰ ਕਿ ਆਹ ਬੰਦੇ ਦਾ ਕੰਮ ਵਧੀਆ ਹੈ, ਇਹਦਾ ਸਵਾਰ ਰੈਂਕ ਵਧਾਇਆ ਜਾ ਸਕਦਾ। ਉਹ ਬਖਸ਼ੀ ਸੈਂਟਰ 'ਚ ਮੀਰ ਬਖਸ਼ੀ ਨੂੰ ਕਹੂਗਾ, ਮੀਰ ਬਖਸ਼ੀ ਰਾਸ਼ਟਰਪਤੀ ਨੂੰ ਜਾਂ ਐਂਪਰਰ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਰਿਕਮੈਂਡ ਕਰ ਦੂਗਾ ਕਿ ਇਸ ਮਨਸਬਦਾਰ ਦਾ ਸਵਾਰ ਰੈਂਕ ਹੁਣ ਇਹਦੇ ਜਾਤ ਰੈਂਕ ਦੇ ਬਰਾਬਰ ਕਰ ਦਿੱਤਾ ਜਾਵੇ। ਮੇਰੀ ਗੱਲ ਸਮਝ ਗਏ? ਸੋ ਆਹ ਸਾਰੀ ਦੀ ਸਾਰੀ ਉਸ ਟਾਈਮ ਕਹਾਣੀ ਆ ਜੀ ਆਪਣੇ ਕੋਲ। ਠੀਕ ਆ, ਸੋ ਜਿਹੜੀ ਫੌਜੀਆਂ ਨੂੰ ਸੈਨਿਕ ਵਗੈਰਾ ਦਿੱਤੀ ਜਾਂਦੀ ਸੀ ਕਿ ਮਨਸਬਦਾਰ ਜਿਹੜੇ ਸੀਗੇ ਉਹ ਆਪਣੀ ਸੈਲਰੀ ਜਿਹੜੀ ਸੀ ਉਹ ਪੇ ਕਰਦੇ ਸੀ। ਪੇ ਕਰਨ ਤੋਂ ਬਾਅਦ ਜਿਹੜਾ ਬਾਕੀ ਬਚਦਾ ਹੁੰਦਾ ਸੀ, ਆਪਣਾ ਖਰਚਾ ਕੱਢ ਕੇ ਉਹ ਰਾਜਕੋਸ਼ 'ਚ ਆਪਣੇ ਪ੍ਰੋਵਿੰਸ ਦੇ ਦੀਵਾਨ ਨੂੰ ਦੇ ਦਿੰਦੇ ਸੀ, ਦੀਵਾਨ ਉੱਪਰ ਜਮ੍ਹਾਂ ਕਰਾ ਦਿੰਦਾ ਸੀ। ਸੋ ਇਸ ਤਰੀਕੇ ਨਾਲ ਇਹ ਸਾਰੇ ਦਾ ਸਾਰਾ ਸਿਸਟਮ ਚੱਲਦਾ ਸੀਗਾ। ਠੀਕ ਆ, ਉਸ ਤੋਂ ਬਾਅਦ ਅੱਗੇ ਆ ਗਿਆ ਜੀ ਜ਼ਗੀਰਦਾਰੀ ਸਿਸਟਮ। ਜ਼ਮੀਨਾਂ ਵੰਡੀਆਂ ਕਿਵੇਂ ਸੀਗੀਆਂ? ਜ਼ਗੀਰਦਾਰ ਕੌਣ ਸੀ? ਤੁਹਾਨੂੰ ਸ਼ਾਇਦ ਪਤਾ ਹੋਵੇ, ਦਿੱਲੀ ਸਲਤਨਤ ਜੇ ਤੁਹਾਡੇ ਚੋਂ ਪੜ੍ਹੀ ਆ ਤਾਂ ਜ਼ਰੂਰ ਪੜ੍ਹਨੀ ਆ, ਬਿਕੋਜ਼ ਇੱਕ ਪੂਰੀ ਦੀ ਪੂਰੀ ਕਰਨੋਲੋਜੀ ਜੀ ਆਪਾਂ ਫਿੱਟ ਕਰ ਦਾਂਗੇ ਦਿੱਲੀ ਸਲਤਨਤ ਦੀ ਸਾਰੀ ਹੁਣ। ਠੀਕ ਆ, ਕਿਉਂਕਿ ਹੁਣ ਆਪਣੇ ਕੋਲੇ ਪੂਰਾ ਕੰਪਾਈਲ ਹੋ ਜਾਊਗਾ ਨਾ, ਕਿੱਥੋਂ ਲੈ ਕੇ ਕਿੱਥੋਂ ਤੱਕ, ਬਿਲਕੁਲ ਸਟਾਰਟਿੰਗ ਤੋਂ ਲੈ ਕੇ ਦਿੱਲੀ ਸਲਤਨਤ ਤੋਂ ਲੈ ਕੇ ਜਿਹੜਾ ਆਪਾਂ ਮਤਲਬ ਕਿ ਜਿਹਨੂੰ ਮੈਂ ਮੈਡੀਵਲ ਹਿਸਟਰੀ ਮੰਨਦਾ ਹਾਂ ਆਮ ਪੇਪਰਾਂ ਦੀ। ਕਿਹੜੇ ਪੇਪਰਾਂ ਦੀ? PPSC, PSSB ਤੇ ਛੋਟੇ ਪੇਪਰ। ਇਹਨਾਂ ਦੀ ਜਿਹੜੀ ਮੈਂ ਮੈਡੀਵਲ ਹਿਸਟਰੀ ਮੰਨਦਾ ਨਾ, ਉਹ ਕਿਹੜੀ ਆ? ਉਹ ਮੈਡੀਵਲ ਹਿਸਟਰੀ ਹੈਗੀ ਆਪਣੀ ਆਹ ਵਾਲੀ, ਕਿ ਜਿਹਦੇ 'ਚ ਆਪਾਂ ਕਵਰ ਕਰਦੇ ਹਾਂ ਉਹਦੇ ਤੋਂ ਲੈ ਕੇ ਦਿੱਲੀ ਸਲਤਨਤ, ਉੱਥੋਂ ਦਿੱਲੀ ਸਲਤਨਤ ਤੋਂ ਲੈ ਕੇ ਡਿਕਲਾਈਨ ਆਫ ਮੁਗਲਸ ਤੱਕ। ਠੀਕ ਆ, ਉਸ ਤੋਂ ਪਹਿਲਾਂ ਵਾਲੀ ਜਿਹੜੀ ਮੈਡੀਵਲ ਹਿਸਟਰੀ ਆ ਉਹ UPSC ਜਾਂ PPSC ਤਾਂ ਆਉਂਦੀ ਆ, ਪਰ ਉਹ ਦੂਜੇ ਪੇਪਰਾਂ 'ਚ ਉਹ ਬਹੁਤ ਘੱਟ ਕੰਸੀਡਰ ਹੁੰਦੀ ਹੈ। ਠੀਕ ਆ, ਸੋ ਆਜੋ ਜੀ ਇਹਦੇ 'ਚ ਨੈਕਸਟ ਅੱਗੇ ਆਪਣੇ ਕੋਲ ਆ ਗਿਆ ਜ਼ਗੀਰਦਾਰੀ ਸਿਸਟਮ। ਠੀਕ ਆ, ਕਿ ਬੇਸਿਕਲੀ ਇਹ ਜ਼ਗੀਰਦਾਰੀ ਸਿਸਟਮ ਕੀ ਆ, ਇਹਦੇ 'ਚ ਦੇਖੋ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜ਼ਗੀਰਦਾਰੀ ਸਿਸਟਮ ਕੀ ਆ। ਦਿੱਲੀ ਸਲਤਨਤ ਦੇ ਵੇਲੇ ਇੱਕ ਸੀਗਾ ਰਾਜਾ, ਜਿੱਥੋਂ ਮੈਂ ਦਿੱਲੀ ਸਲਤਨਤ ਸ਼ੁਰੂ ਕਰਾਈ ਹੈ ਨਾ, ਉੱਥੇ ਮੈਂ ਸ਼ੁਰੂ 'ਚ ਰਾਜਿਆਂ ਦੇ ਨਾਮ ਦੱਸੇ ਆ ਕਿ ਗੌਰੀ ਆਪਣਾ ਗੁਲਾਮ ਇਲਤੁਮਸ਼ ਛੱਡ ਗਿਆ ਇੱਥੇ, ਫਿਰ ਉਹਦਾ ਗੁਲਾਮ ਸੀਗਾ ਕੁਤਬੁਦੀਨ ਐਬਕ। ਬਸ ਇੱਥੋਂ ਤੱਕ ਬਹੁਤ ਆ। ਕੁਤਬੁਦੀਨ ਐਬਕ ਨੇ ਏਕਤਾ ਸਿਸਟਮ ਸ਼ੁਰੂ ਕੀਤਾ ਸੀਗਾ, ਉਹੀ ਏਕਤਾ ਸਿਸਟਮ ਅੱਗੇ ਜਾ ਕੇ ਕੀ ਬਣ ਗਿਆ? ਜ਼ਗੀਰਦਾਰੀ ਸਿਸਟਮ। ਬਸ ਇਹਦੇ 'ਚ ਇਹ ਸੀਗਾ, ਕਹਿੰਦੇ ਕਿ ਜਿਹੜਾ ਮਨਸਬਦਾਰ, ਉਹਨੂੰ ਕਿਹਾ ਜਾਂਦਾ ਸੀਗਾ ਕਿ ਤੈਨੂੰ ਇੰਨੇ ਘੋੜਾਂ ਦੀ ਮਨਸਬਦਾਰੀ ਦੇਤੀ, ਸਵਾਰ ਦੇਤੇ ਤੈਨੂੰ ਇੰਨੇ, ਉਹਨੂੰ ਨਾਲ ਜ਼ਮੀਨ ਵੀ ਤਾਂ ਐਲੋਕੇਟ ਕਰਨੀ ਪੈਂਦੀ ਸੀ। ਤਾਂ ਉਹਦੇ ਨਾਲ ਕੀ ਹੁੰਦਾ ਸੀਗਾ, ਉਸ ਮਨਸਬਦਾਰੀ ਦੇ ਨਾਲ ਉਹਨੂੰ ਜ਼ਗੀਰਦਾਰੀ ਤਾਂ ਦੇਣੀ ਪੈਂਦੀ ਸੀ। ਤੇ ਜ਼ਗੀਰਦਾਰੀ ਕਿੱਥੋਂ ਤੈਅ ਹੁੰਦੀ ਸੀ ਭਲਾ? ਜਾਤ ਰੈਂਕ ਤੋਂ। ਜਿਹਦਾ ਜਾਤ ਰੈਂਕ 4000 ਆ ਤੇ ਜਿਹਦਾ ਜਾਤ ਰੈਂਕ 5000 ਆ, ਇਹਨੂੰ ਮਤਲਬ ਇੱਕ ਨੂੰ 4000 ਯੂਨਿਟਸ ਦੀ ਜ਼ਗੀਰਦਾਰੀ ਮਿਲੀ ਆ, ਤੇ ਇਹਨੂੰ ਇੱਕ ਨੂੰ ਕਿੰਨੀਆਂ ਇਕਾਈਆਂ ਦੀ ਜ਼ਗੀਰਦਾਰੀ ਮਿਲੀ ਆ? 5000। ਮੇਰੀ ਗੱਲ ਸਮਝ ਗਏ ਨਾ? ਜ਼ਗੀਰਦਾਰੀ ਕੀ ਹੈ ਭਲਾ? ਜ਼ਮੀਨ ਦਾ ਅਧਿਕਾਰ, ਉਹ ਜ਼ਗੀਰਾਂ ਦਾ ਅਧਿਕਾਰ ਆ। ਤੁਹਾਡੇ ਕੋਲ ਜਾਇਦਾਦ, ਉਹਦਾ ਅਧਿਕਾਰ, ਜ਼ਮੀਨ ਦਾ ਅਧਿਕਾਰ ਮਿਲਿਆ ਤੁਹਾਨੂੰ। ਇੱਕ ਪਾਸੇ ਤੁਹਾਨੂੰ ਜ਼ਗੀਰਦਾਰੀ ਆ ਜਿਹੜੀ ਮਨਸਬਦਾਰ ਨੂੰ ਬਾਏ ਡਿਫਾਲਟ ਜ਼ਗੀਰਦਾਰੀ ਮਿਲੂਗੀ। ਤੁਸੀਂ ਆਪ ਦੱਸੋ ਕਿ ਕੀ ਕੋਈ ਮਨਸਬਦਾਰ ਬਿਨਾਂ ਜ਼ਮੀਨ ਦੇ ਹੱਕ ਤੋਂ
ਕੀ ਕੋਈ ਮਨਸਬਦਾਰ ਬਿਨਾਂ ਕਿਸੇ ਜ਼ਮੀਨ ਦੇ ਹੱਕ ਤੋਂ ਸਵਾਰਾਂ ਨੂੰ, ਯਾਨੀ ਕਿ ਘੋੜ ਸਵਾਰਾਂ ਨੂੰ ਸਾਂਭ ਸਕਦਾ ਸੀਗਾ? ਨਹੀਂ ਸਾਂਭ ਸਕਦਾ। ਤਾਂ ਜ਼ਗੀਰਦਾਰੀ ਇਜ਼ ਅ ਇੰਟੀਗਰਲ ਪਾਰਟ ਆਫ ਮਨਸਬਦਾਰੀ ਸਿਸਟਮ। ਸੋ ਇਸ ਤਰੀਕੇ ਨਾਲ ਉਹ ਸਾਰਾ ਕੁਝ ਦੇਖਿਆ ਜਾਂਦਾ ਸੀਗਾ। ਤੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕਿ ਇੱਕ ਦੀਵਾਨ ਹੁੰਦਾ ਸੀ ਹਰ ਪ੍ਰੋਵਿੰਸ ਦੇ ਵਿੱਚ, ਜਿਹੜਾ ਦੇਖਦਾ ਸੀ ਕਿ ਹਰ ਮਨਸਬਦਾਰ ਨੇ ਆਪਣੀ ਸਵਾਰਾਂ ਦੀ ਨੈਟ ਗਿਣਤੀ ਦੇ ਅਕੋਰਡਿੰਗ ਉਹਨਾਂ ਦਾ ਖਰਚਾ ਕੱਢਣ ਤੋਂ ਬਾਅਦ ਜਿਹੜੀ ਬਾਕੀ ਜ਼ਗੀਰਦਾਰੀ ਉਹਦੇ ਇਲਾਕੇ 'ਚ ਉਹ ਜ਼ਗੀਰਦਾਰੀ ਪ੍ਰੋਵਿੰਸ ਦੇ ਖਜ਼ਾਨੇ 'ਚ ਜਮ੍ਹਾਂ ਕਰਾਈ ਹੈ ਕਿ ਨਹੀਂ। ਫਿਰ ਉਹ ਪ੍ਰੋਵਿੰਸ ਦੇ ਖਜ਼ਾਨੇ 'ਚੋਂ ਉਹ ਕਮਾਈ ਕਿੱਥੇ ਚਲੇ ਜਾਂਦੀ ਸੀ? ਸੈਂਟਰ ਦੇ ਖਜ਼ਾਨੇ 'ਚ। ਉਹਦਾ ਬੜਾ ਸਿੰਪਲ ਸਿਸਟਮ ਹੈ, ਇਹਦੇ 'ਚ ਤਾਂ ਕੋਈ ਬਾਲਾ ਤਗੜਾ ਹੈ ਹੀ ਨਹੀਂ, ਠੀਕ ਆ। ਹਾਂ ਬਸ ਇੰਨਾ ਕੁ ਜ਼ਰੂਰ ਆ, ਇਹ ਜ਼ਰੂਰ ਪੜਿਆ ਜਾ ਸਕਦਾ ਹੈ ਕਿ ਬਈ ਜ਼ਗੀਰਦਾਰ ਕਿਸ ਤਰੀਕੇ ਨਾਲ ਅਪਾਇੰਟ ਕੀਤੇ ਜਾਂਦੇ ਸੀ। ਇਹ ਕੋਈ ਬਹੁਤ ਹੀ ਔਖੀ ਗੱਲ ਨਹੀਂ। ਇੱਕ ਐਗਜ਼ਾਮਪਲ ਦਿੰਨਾ, ਕਈ ਤਾਂ ਮਨਸਬਦਾਰ ਆਪਣੇ ਰਿਸ਼ਤੇਦਾਰ ਹੀ ਜ਼ਗੀਰਦਾਰ ਸੀ। ਕਈ ਜਗ੍ਹਾ ਤੇ ਜ਼ਗੀਰਦਾਰ ਜਿਹੜੇ ਸੀ ਨਾ ਉਹ ਕਿਉਂ ਲਾਏ ਜਾਂਦੇ ਸੀ ਕਿ ਉਸ ਜਗ੍ਹਾ ਤੇ ਕੋਈ ਡਿਜ਼ਰਵਿੰਗ ਕੈਂਡੀਡੇਟ ਹੀ ਨਹੀਂ ਹੈਗਾ ਜਿਹਨੂੰ ਇੱਕ ਪਾਰਟਿਕੂਲਰ ਇਲਾਕੇ ਦੀ ਜ਼ਗੀਰਦਾਰੀ ਦਿੱਤੀ ਜਾ ਸਕੇ। ਫਿਰ ਉੱਥੇ ਉਹੀ ਬੰਦੇ ਕੀ ਕਰ ਲਏ ਜਾਂਦੇ ਸੀਗੇ, ਜਿਵੇਂ ਅੱਜ ਦੇ ਜ਼ਮਾਨੇ 'ਚ ਆਪਾਂ ਕਹਿ ਦਈਏ ਕਿ ਜੀ ਪਹਿਲਾਂ ਤਾਂ ਸਾਰੀਆਂ ਪੋਲੀਟੀਕਲ ਬੰਦਿਆਂ ਨਾਲ ਪੋਸਟਾਂ ਭਰ ਦਿੱਤੀਆਂ ਜਾਣ, ਜਿਸ ਇਲਾਕੇ 'ਚ ਕੋਈ ਡਿਜ਼ਰਵਿੰਗ ਕੈਂਡੀਡੇਟ ਹੀ ਨਹੀਂ ਹੈਗਾ ਉੱਥੇ ਫਿਰ ਬੰਦਾ ਅਪਾਇੰਟ ਕਰ ਲਿਆ ਜਾਵੇ ਤਨਖਾਹ ਤੇ। ਜ਼ਗੀਰਦਾਰੀ ਹੋਊਗਾ ਉਹ ਵੀ, ਪਰ ਉਹ ਤਨਖਾਹ ਤੇ ਅਪਾਇੰਟ ਕੀਤਾ ਹੋਊਗਾ। ਮੇਰੀ ਗੱਲ ਸਮਝ ਗਏ ਕਿ ਕਿਸੇ ਪਾਰਟਿਕੂਲਰ ਇਲਾਕੇ 'ਚ ਜ਼ਗੀਰਦਾਰ ਤਨਖਾਹ ਤੇ ਰੱਖ ਲਿਆ ਜਾਵੇ, ਇੱਥੇ ਤਾਂ ਆਪਣਾ ਹੀ ਬੰਦਾ ਹੈਗਾ ਉਹਨੂੰ ਹੀ ਲਾ ਦਿੰਦੇ ਜ਼ਗੀਰਦਾਰ। ਸੋ ਇਸ ਤਰੀਕੇ ਨਾਲ ਇੱਕ ਤਨਖਾਹ ਵਾਲੇ ਜ਼ਗੀਰਦਾਰ ਸੀਗੇ, ਇੱਕ ਹੁੰਦਾ ਸੀ ਮਸ਼ਰੂਤ ਜ਼ਗੀਰਦਾਰ ਜਿਨ੍ਹਾਂ ਨੂੰ ਜ਼ਗੀਰਦਾਰੀ ਸੀਗੀ ਜਿਹੜੀ ਕਿਸੇ ਲੋਕਲ ਪ੍ਰਭਾਵ ਕਰਕੇ ਜਾਂ ਉਹਦੇ ਕਰਕੇ ਦਿੱਤੀ ਜਾਂਦੀ ਸੀ, ਜਾਣੀ ਕਿ। ਤੇ ਇੱਕ ਹੁੰਦੀ ਸੀ ਅਲਤਮਗਾਹ, ਠੀਕ ਆ, ਜਿਹੜੀ ਕਿਸੇ ਰਾਜਾ ਆਪਣੇ ਪਰਿਵਾਰ ਚੋਂ। ਦੇਖੋ ਤਿੰਨ ਤਰੀਕੇ ਦੀ ਸੀ। ਪਹਿਲੀ ਇੱਕ ਆਪਣੇ ਕੋਲ ਆ ਗਈ ਅਲਤਮਗਾਹ, ਇਹ ਹੁੰਦੀ ਸੀ ਕਿਸੇ ਕਲੋਜ਼ ਰਿਲੇਟਿਵ ਨੂੰ ਜ਼ਗੀਰਦਾਰੀ ਦੇ ਦੇਣੀ। ਇੱਕ ਹੁੰਦੀ ਸੀਗੀ ਮਸ਼ਰੂਤ ਜ਼ਗੀਰਦਾਰੀ, ਜਿਹੜੀ ਨੂੰ ਕਿਸੇ ਨੂੰ ਕੰਡੀਸ਼ਨ ਤੇ ਦੇਣੀ ਕਿ ਤੈਨੂੰ ਮਨਸਬਦਾਰੀ ਮਿਲੀ ਹੋਈ ਹੈ ਉਹਦੇ ਨਾਲ ਤੈਨੂੰ ਜ਼ਗੀਰਦਾਰੀ ਮਿਲੀ ਹੈ, ਉਹ ਤਾਂ ਮਿਲਣੀ ਸੀ। ਇੱਕ ਤੀਸਰੇ ਹੁੰਦੇ ਸੀ ਜਿਹੜੇ ਤਨਖਾਹ ਤੇ ਰੱਖੇ ਜਾਂਦੇ ਸੀ, ਤਨਖੂਤ ਜ਼ਗੀਰਦਾਰ ਕੀ, ਹਾਂ ਤਨਖਾਹ ਜ਼ਗੀਰਦਾਰ, ਤਨਖੂਤ ਨਹੀਂ, ਤਨਖਾਹ ਜ਼ਗੀਰਦਾਰ। ਸੋ ਆਹ ਆਪਣੇ ਕੋਲ ਸਾਰਾ ਜ਼ਗੀਰਦਾਰਾਂ ਦਾ ਕਨਸੈਪਟ ਸੀਗਾ। ਤੇ ਉਸ ਤੋਂ ਬਾਅਦ ਜ਼ਗੀਰਦਾਰਾਂ ਦੇ ਅੰਡਰ ਹਰ ਪਿੰਡ ਦੇ ਵਿੱਚ ਇੱਕ ਚਿੱਕੜ ਚੌਧਰੀ ਵੀ ਹੁੰਦਾ ਜਿਹੜਾ ਜ਼ਗੀਰਦਾਰਾਂ ਨੂੰ ਅਸਿਸਟ ਕਰਦਾ ਸੀ। ਉਹਨੂੰ ਕਹਿ ਦਿੰਦੇ ਸੀ ਉਸ ਪਿੰਡ ਦਾ ਜ਼ਮੀਨਦਾਰ। ਉਸ ਪਿੰਡ ਦੇ ਜ਼ਮੀਨਦਾਰ ਨੇ ਜਿਹੜੀ ਜ਼ਮੀਨ ਸੀ ਉਹ ਅੱਗੇ ਟੈਨੈਂਟਸ ਨੂੰ ਦੇ ਰੱਖੀ ਹੁੰਦੀ ਸੀ, ਵਾਹਣ ਵਾਲਿਆਂ ਨੂੰ, ਕਿਸਾਨਾਂ ਨੂੰ ਦੇ ਰੱਖੀ ਸੀ, ਜਿਹੜੇ ਵਾਹੀ ਕਰਦੇ ਸੀ, ਜਿਹੜੇ ਜ਼ਮੀਨ ਨੂੰ ਵਾਹੁੰਦੇ ਸੀਗੇ, ਠੀਕ ਆ। ਸੋ ਅੱਗੇ ਜਿਹੜੇ ਸੀਗੇ ਬੇਸਿਕਲੀ ਉਹ ਆ ਜਾਂਦੇ ਸੀਗੇ। ਤਾਂ ਜ਼ਮੀਨਦਾਰ ਆਪ ਤਾਂ ਓਨਰ ਹੁੰਦੇ ਨਹੀਂ ਸੀਗੇ, ਉਹ ਤਾਂ ਸਿਰਫ ਜਿਹੜੀ ਜ਼ਮੀਨ ਸੀਗੀ, ਠੀਕ ਆ, ਉਹਦੀ ਨਿਗਰਾਨੀ ਰੱਖਦੇ ਸੀ ਕਿ ਆਹ ਜ਼ਮੀਨ ਜ਼ਗੀਰਦਾਰਾਂ ਦੀ ਆ। ਫਿਰ ਅੱਗੇ ਜਾ ਕੇ ਕੀ ਹੋਇਆ, ਜਿਹੜੇ ਜ਼ਮੀਨਦਾਰ ਸੀ ਨਾ ਉਹ ਨਾ ਜਿਵੇਂ ਜਿਵੇਂ ਮੁਗਲ ਅੰਪਾਇਰ ਕਮਜ਼ੋਰ ਹੁੰਦਾ ਗਿਆ, ਜ਼ਗੀਰਦਾਰਾਂ ਦਾ ਪ੍ਰਭਾਵ ਘਟਦਾ ਗਿਆ। ਜੇ ਜ਼ਮੀਨਦਾਰ ਜਿਹੜੇ ਸੀਗੇ ਉਹ ਆਪਣੇ ਇਲਾਕੇ 'ਚ ਮਜ਼ਬੂਤ ਹੁੰਦੇ ਗਏ ਤੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਤੇ ਆਪਣੇ ਦਾਅਵੇ ਠੋਕਤੇ। ਤਾਂ ਸਭ ਤੋਂ ਮੇਨ ਗੱਲ ਆ, ਥੱਲੜੇ ਲੈਵਲ ਤੇ ਹੁੰਦਾ ਸੀ ਜ਼ਮੀਨਦਾਰ, ਜ਼ਮੀਨਦਾਰਾਂ ਨੂੰ ਕੰਟਰੋਲ ਕਰਦਾ ਸੀ ਕੌਣ? ਜ਼ਗੀਰਦਾਰ, ਠੀਕ ਆ। ਸੋ ਜ਼ਗੀਰਦਾਰ ਬੇਸਿਕਲੀ ਇਹ ਵੀ ਮੈਂ ਤੁਹਾਨੂੰ ਦੱਸਤਾ ਕਿ ਜ਼ਗੀਰਦਾਰ ਕੌਣ ਸੀਗੇ। ਜ਼ਗੀਰਦਾਰ ਜਿਹੜੇ ਸੀਗੇ ਇਹ ਕਿੱਥੇ ਹੁੰਦੇ ਸੀ, ਇਹਦੇ ਬਾਰੇ ਵੀ ਗੌਰ ਕਰਿਓ। ਇਹ ਬੇਸਿਕਲੀ ਇੱਕ ਜ਼ਿਲ੍ਹੇ ਦੇ ਵਿੱਚ, ਇੱਕ ਜ਼ਿਲ੍ਹੇ 'ਚ ਚੰਗਾ ਹੋਲਡ ਹੁੰਦਾ ਸੀ ਇਹਨਾਂ ਦਾ। ਇਹਨਾਂ ਕੋਲ ਚੰਗੀਆਂ ਜਾਇਦਾਦਾਂ ਹੁੰਦੀਆਂ ਸੀ ਜ਼ਗੀਰਦਾਰਾਂ ਕੋਲ। ਇਹ ਆਪਣਾ ਪੈਸਾ ਠੇਕੇਦਾਰ ਨੂੰ ਜਮ੍ਹਾਂ ਕਰਾਉਂਦੇ ਸੀਗੇ। ਠੇਕੇਦਾਰ ਇਹਨਾਂ ਦਾ ਪੈਸਾ ਪ੍ਰੋਵਿੰਸ 'ਚ ਜਮ੍ਹਾਂ ਕਰਵਾ ਕੇ ਆਉਂਦਾ ਸੀ ਤੇ ਪ੍ਰੋਵਿੰਸ 'ਚੋਂ ਬਾਅਦ ਇਹਨਾਂ ਦਾ ਪੈਸਾ ਕਿੱਥੇ ਜਾਂਦਾ ਸੀ? ਸੈਂਟਰ 'ਚ। ਤਾਂ ਚੰਗਾ ਹੋਲਡ ਜਿਹੜੇ ਬੰਦੇ ਦਾ ਹੋਊਗਾ ਜ਼ਗੀਰਦਾਰ ਦਾ, ਉਹਦਾ ਜਾਂ ਤਾਂ ਇੱਕ ਚੰਗੀ ਪ੍ਰੋਵਿੰਸ 'ਚ, ਪ੍ਰੋਵਿੰਸ ਕਹਤਾ, ਚੰਗੇ ਜ਼ਿਲ੍ਹੇ 'ਚ ਹੋਲਡ ਹੁੰਦਾ ਸੀ, ਤੇ ਜਾਂ ਚੰਗਾ ਹੋਲਡ ਹੁੰਦਾ ਸੀ ਉਹਦਾ ਆਪਣੀ ਪਰਗਨਾ 'ਚ ਜ਼ਗੀਰਦਾਰ ਦਾ। ਹੁਣ ਇੱਕ ਜ਼ਗੀਰਦਾਰ ਦੇ ਅੰਡਰ ਘੱਟੋ ਘੱਟ ਵੀ 26 ਪਿੰਡ, ਜਿਹਨੂੰ ਆਪਾਂ ਕਹਿ ਦਿੰਦੇ ਮਰੱਬੇ, ਇੱਕ 25 ਪਿੰਡਾਂ ਦੀ ਜ਼ਮੀਨ, 25 ਏਕੜ ਦੀ ਜ਼ਮੀਨ ਨੂੰ ਆਪਾਂ ਇੱਕ ਮਰੱਬਾ ਕਹਿ ਦਿੰਦੇ ਆ। ਉਹਦੇ ਕੋਲ ਘੱਟੋ ਘੱਟ 500 700 800 ਮਰੱਬਾ ਜ਼ਮੀਨ ਹੁੰਦੀ ਸੀ। 700 ਮਰੱਬੇ ਦਾ ਮਤਲਬ ਆ 700 ਗੁਣਾ 25 ਏਕੜਸ। 700 ਨੂੰ 25 ਨਾਲ ਮਲਟੀਪਲਾਈ ਕਰ ਦਿਓ ਏਕੜਸ 'ਚ, ਤਾਂ ਕਿੰਨੇ ਪਿੰਡਾਂ ਦੀ ਜ਼ਮੀਨ ਹੋ ਗਈ ਉਹਦੇ ਕੋਲ? ਮੇਰੀ ਗੱਲ ਸਮਝ ਗਏ ਨਾ। ਤਾਂ ਇੰਨੇ ਪਿੰਡਾਂ ਦੀ ਉਹਦੇ ਕੋਲ ਜ਼ਮੀਨ ਹੋ ਜਾਂਦੀ ਸੀਗੀ। ਸੋ ਇਸ ਤਰੀਕੇ ਨਾਲ ਜ਼ਗੀਰਦਾਰ ਜਿਹੜਾ ਸੀਗਾ ਉਹ ਪਿੰਡਾਂ ਦੇ ਚਿੱਕੜ ਚੌਧਰੀਆਂ ਤੋਂ ਸਾਰਾ ਕੰਮ ਕਰਾਉਂਦਾ ਸੀ। ਤੇ ਪਿੰਡਾਂ 'ਚ ਕੌਣ ਹੁੰਦੇ ਸੀਗੇ? ਜ਼ਮੀਨਦਾਰ। ਕਲੀਅਰ ਗੱਲ। ਤੇ ਪਿੰਡ ਦਾ ਜ਼ਮੀਨਦਾਰ ਅੱਡ ਹੁੰਦਾ ਸੀ, ਮੁਕੱਦਮ ਅੱਡ ਹੁੰਦਾ ਸੀ। ਮੁਕੱਦਮ ਤਾਂ ਹੁੰਦਾ ਸੀ ਪਿੰਡ ਦਾ ਸਰਪੰਚ, ਜਿਹਦੀ ਸਾਰੇ ਇੱਜ਼ਤ ਕਰਦੇ ਸੀ। ਤੇ ਜ਼ਮੀਨਦਾਰ ਹੁੰਦਾ ਸੀ ਪਿੰਡ ਦਾ ਉਹ ਤਾਕਤਵਰ ਬੰਦਾ ਜਿਹਦੇ ਕੋਲ ਲੱਠ ਹੁੰਦੇ ਸੀ, ਜਿਹੜਾ ਡਾਂਗ ਦੇ ਜ਼ੋਰ ਤੇ ਜ਼ਮੀਨਾਂ ਤੇ ਕਿਸਾਨਾਂ ਤੋਂ ਟੈਕਸ ਇਕੱਠਾ ਕਰਕੇ ਜ਼ਗੀਰਦਾਰ ਨੂੰ ਦਿੰਦਾ ਸੀ। ਤੇ ਜ਼ਗੀਰਦਾਰ ਅੱਗੇ ਫਿਰ ਆਪੋ ਆਪਣੇ ਉਹਨੂੰ ਪਰਗਨਾ ਦਾ ਜਿਹੜਾ ਮੁਖੀ ਹੁੰਦਾ ਸੀਗਾ, ਚਾਹੇ ਠੇਕੇਦਾਰ ਹੋਵੇ ਉਹਨੂੰ ਜਮ੍ਹਾਂ ਕਰਾਉਂਦਾ ਸੀਗੇ, ਚਾਹੇ ਮਤਲਬ ਕਿ ਜਦੋਂ ਵੀ ਪਿੰਡ ਦੇ ਵਿੱਚ ਮਾਹੌਲ ਖਰਾਬ ਹੁੰਦਾ ਸੀਗਾ ਤੇ ਲਾਅ ਐਂਡ ਆਰਡਰ ਦੀ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਵੀ ਜ਼ਮੀਨਦਾਰਾਂ ਦੀ ਸੀ।
ਜ਼ਮੀਨਦਾਰਾਂ ਤੋਂ ਬਾਅਦ ਜ਼ਗੀਰਦਾਰਾਂ ਦੀ। ਤੇ ਤੁਹਾਨੂੰ ਪਤਾ ਇਹ ਸਿਸਟਮ ਕਦੋਂ ਤੱਕ ਚੱਲਦਾ ਰਿਹਾ? ਜਦੋਂ ਤੱਕ ਸਾਡੇ ਦੇਸ਼ 'ਚ ਅੰਗਰੇਜ਼ ਨਹੀਂ ਆਏ। ਤੇ ਅੰਗਰੇਜ਼ਾਂ ਦੇ ਵੇਲੇ ਵੀ ਇਹ ਸਿਸਟਮ ਐਵੇਂ ਹੀ ਚੱਲਦਾ ਰਿਹਾ। ਜ਼ਮੀਨਦਾਰ ਤੇ ਜ਼ਗੀਰਦਾਰ ਲਾਅ ਐਂਡ ਆਰਡਰ ਨੂੰ ਲੋਕਲ ਲੈਵਲ ਤੇ ਸਾਂਭਣ 'ਚ ਬੜਾ ਤਗੜਾ ਚਿਰ, ਬੜਾ ਲੰਮਾ ਚਿਰ ਰੋਲ ਅਦਾ ਕਰਦੇ ਰਹੇ ਆ। ਤੇ ਇਹ ਕੰਮ ਛਡਵਾਇਆ ਪਤਾ ਕਿੰਨੇ ਆ ਕੇ? ਇੱਕ ਗਵਰਨਰ ਜਨਰਲ ਹੋਇਆ ਕਾਰਨਵਾਲਿਸ, ਉਹਨੇ ਆ ਕੇ ਫਿਰ ਪੁਲਿਸ ਸੁਧਾਰ ਕੀਤੇ ਆ, ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਪੁਲਿਸ ਰਿਫਾਰਮਸ ਕੀਤੇ ਆ, ਫਿਰ ਜਾ ਕੇ ਕਿਤੇ ਕੰਮ ਕਿਸੇ ਪਾਸੇ ਨੂੰ ਲੱਗਿਆ ਹੈ। ਸੋ ਇਹ ਮਾਡਰਨ ਹਿਸਟਰੀ ਦੇ ਉਸ ਐਂਗਲ 'ਚ ਪੜ੍ਹਿਓ ਜਾ ਕੇ, ਪੁਲਿਸ ਰਿਫਾਰਮਸ ਵਾਲਾ ਜਿਹੜਾ ਪੱਖ ਆ। ਠੀਕ ਆ, ਸੋ ਆਹ ਗੱਲ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੀ ਰਿਲੀਜੀਅਸ ਪੋਲਿਸੀ ਦੀ। ਠੀਕ ਆ, ਅਕਬਰ ਦੀ ਰਿਲੀਜੀਅਸ ਪੋਲਿਸੀ ਕੀ ਕਹਿੰਦੀ ਹੈ ਸਾਨੂੰ? ਹਾਂਜੀ ਦੇਖੋ, ਰਿਲੀਜੀਅਸ ਪੋਲਿਸੀ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਅਕਬਰ ਬਾਰੇ ਸਭ ਤੋਂ ਪਹਿਲੀ ਗੱਲ, ਮੈਂ ਸਟੋਰੀ ਵੀ ਸੁਣਾਈ ਆ ਕਿ ਇਹਦਾ ਦਾਦਾ ਸੁੰਨੀ ਸੀ, ਪਰ ਇਹਦੇ ਪਿਤਾ ਨੂੰ ਕਿਸੇ ਮਜਬੂਰੀ ਕਰਕੇ ਸ਼ੀਆ ਬਣਨਾ ਪਿਆ, ਕਿਉਂਕਿ ਇਹਦਾ ਪਿਤਾ ਇੰਡੀਆ 'ਚ ਭੱਜ ਜਾਂਦਾ ਹੈ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ। ਉਹ ਈਰਾਨ ਜਾਂਦਾ ਹੈ, ਜਾਣੀ ਕਿ ਪਰਸ਼ੀਆ ਜਾਂਦਾ ਹੈ, ਤੇ ਪਰਸ਼ੀਆ ਦਾ ਰਾਜਾ ਇਹਦੀ ਇਸ ਸ਼ਰਤ ਤੇ ਮਦਦ ਕਰਦਾ ਹੈ ਕਿ ਤੇਰੀ ਮਦਦ ਤਾਂ ਹੋਊਗੀ ਜੇ ਤੂੰ ਸ਼ੀਆ ਸੈਕਟ 'ਚ ਆਪਣੇ ਆਪ ਨੂੰ ਕਨਵਰਟ ਕਰ ਲੇਗਾ। ਸੋ ਉਸ ਕਰਕੇ ਇਹਨੂੰ ਸ਼ੀਆ ਸੈਕਟ 'ਚ ਕਨਵਰਟ ਹੋਣਾ ਪੈਂਦਾ ਹੈ। ਠੀਕ ਆ, ਸੋ ਪਰ ਇਹ ਆ ਕਿ ਸ਼ੀਆ ਹੋਣ ਕਰਕੇ ਇਹ ਬੜਾ ਸੌਫਟ ਸੀ। ਇਸਲਾਮ ਦੇ ਵਿੱਚ ਨਾ ਇੱਕ ਉਹ ਵੀ ਨੇ, ਸੂਫੀ ਸੰਤ ਵੀ ਨੇ, ਸੂਫੀਆਂ 'ਚ ਕਈ ਨੇ, ਕਲੰਦਰਜ਼ ਨੇ, ਨਕਸ਼ਬੰਦੀਜ਼ ਨੇ, ਚਿਸ਼ਤੀਜ਼ ਨੇ। ਇਹ ਚਿਸ਼ਤੀਜ਼ ਨੂੰ ਬਹੁਤ ਮੰਨਦਾ ਸੀ ਸੂਫੀਆਂ ਦੇ ਵਿੱਚੋਂ। ਸੋ ਇਹਨੇ ਸ਼ੇਖ ਮੈਉਦੀਨ ਚਿਸ਼ਤੀ ਦੀ ਦਰਗਾਹ ਜਿਹੜੀ ਅਜਮੇਰ ਸੀਗੀ, ਠੀਕ ਆ, ਉੱਥੇ ਵੀ ਰੈਗੂਲਰ ਵਿਜ਼ਿਟ ਕਰਦਾ ਸੀਗਾ। ਸਲੀਮ ਚਿਸ਼ਤੀ ਦਾ ਜਿਹੜੇ ਉਸ ਟਾਈਮ ਦੇ ਚਿਸ਼ਤੀ ਸੰਤ ਸੀਗੇ, ਉਹਦਾ ਇਹਨੇ ਸਪੈਸ਼ਲ ਮਕਬਰਾ ਬਣਵਾਇਆ ਸੀਗਾ ਆਪਣੇ ਫਤਿਹਪੁਰ ਸਿਕਰੀ ਦਾ ਜਿਹੜਾ ਇਹਦਾ ਕੰਪਲੈਕਸ ਸੀਗਾ ਉਹਦੇ ਅੰਦਰ। ਇਹ ਗੱਲ ਸਮਝ ਆ ਗਈ? ਸਲੀਮ ਚਿਸ਼ਤੀ ਦਾ, ਉਸੇ ਸਲੀਮ ਚਿਸ਼ਤੀ ਦੇ ਨਾਂ ਤੇ ਹੀ ਇਹਨੇ ਆਪਣੇ ਮੁੰਡੇ ਦਾ ਨਾਮ ਰੱਖਿਆ ਸਲੀਮ। ਉਹੀ ਅੱਗੇ ਜਾ ਕੇ ਫਿਰ ਸਲੀਮ ਜੀ ਕੀ ਬਣ ਗਏ? ਜਹਾਂਗੀਰ। ਫਿਰ ਉਹਨੇ ਜਿਹੜੀ ਅੱਤ ਚੱਕੀ ਉਹ ਤੁਹਾਨੂੰ ਪਤਾ ਹੀ ਹੈ। ਠੀਕ ਆ, ਅਗਲੀ ਗੱਲ ਧਰਮ ਦੇ ਮਾਮਲੇ 'ਚ ਤੇ ਨਾ ਨੌਨ ਮੁਸਲਿਮਸ ਨੂੰ ਜੋੜਨ ਵਾਸਤੇ, ਖੁਸ਼ ਕਰਨ ਵਾਸਤੇ ਇਹਨੇ ਉਹਨਾਂ ਤੇ ਜਿਹੜੇ ਟੈਕਸ ਲੱਗਦੇ ਸੀ, ਇਸਲਾਮਿਕ ਕੰਟਰੀ ਦੇ ਵਿੱਚ ਨੌਨ ਇਸਲਾਮਿਕ ਬੰਦਾ ਰਹਿ ਰਿਹਾ ਹੈ, ਇਸਲਾਮਿਕ ਰਾਜਾ ਇਹਦਾ ਫਕਰ ਮਹਿਸੂਸ ਕਰਦਾ ਸੀ ਤੇ ਉਹਨੂੰ ਕਹਿੰਦਾ ਸੀ ਚੱਲ ਇਹਦੇ ਬਦਲੇ ਟੈਕਸ ਦੇ ਜਜੀਆ। ਐਵੇਂ ਤੂੰ ਆਪਣੇ ਧਾਰਮਿਕ ਸਥਾਨਾਂ ਤੇ ਵੀ ਐਸ਼ ਪ੍ਰਸਤੀ ਨਾਲ ਜਾ ਰਿਹਾ, ਖੁਸ਼ ਹੋ ਕੇ ਜਾ ਰਿਹਾ, ਅਸੀਂ ਤੈਨੂੰ ਫਿਰ ਵੀ ਨਹੀਂ ਤੰਗ ਕਰ ਰਹੇ, ਇਹਦਾ ਟੈਕਸ ਦੇ, ਪਿਲਗ੍ਰਿਮੇਜ ਟੈਕਸ। ਇਹਨੇ ਉਹ ਸਾਰੇ ਟੈਕਸ ਮਾਫ ਕਰਤੇ ਸੀ। ਇਹਨੇ ਹਾਲ ਆਫ ਪ੍ਰੇਅਰਸ ਵਗੈਰਾ ਵੀ ਬਣਾਇਆ ਸੀਗਾ ਫਤਿਹਪੁਰ ਸਿਕਰੀ 'ਚ, ਤਾਂ ਕਿ ਹਰ ਧਰਮ ਦੇ ਲੋਕ ਜਿਹੜੇ ਆ ਉੱਥੇ ਇਹਦੇ ਨਾਲ ਆ ਕੇ ਮੀਟਿੰਗਸ ਵੀ ਕਰਦੇ ਸੀ। ਇਹਨੇ ਉਹਨਾਂ ਸਾਰਿਆਂ ਨਾਲ ਮੀਟਿੰਗਸ ਕਰਕੇ ਰਿਜ਼ਲਟ ਕੱਢਿਆ ਕਿ ਮੈਂ ਕੋਈ ਨਵਾਂ ਧਰਮ ਬਣਾਉਣਾ ਹੈ। ਕਲਾਕਾਰ ਬੰਦਾ ਸੀਗਾ, ਠੀਕ ਆ, ਜਿੰਨਾ ਕੁ ਦਿਮਾਗ ਚੱਲਿਆ। ਫਿਰ ਇਹਨੇ ਇੱਕ ਨਾ ਧਰਮ ਬਣਾਇਆ ਨਵਾਂ, ਦੀਨ ਏ ਇਲਾਹੀ। ਇੱਕ ਇਹਦਾ ਪੱਕਾ ਆੜੀ ਸੀਗਾ ਅਬੁਲ ਫਜ਼ਲ, ਅਬੁਲ ਫੈਜ਼ੀ, ਉਹ ਤਾਂ ਦੋ ਪੱਕੇ ਚੇਲੇ ਸੀ ਇਹਦੇ। ਇੱਕ ਇਹਦਾ ਪੱਕਾ ਚੇਲਾ ਸੀ ਬੀਰਬਲ। ਚੌਥਾ ਕੋਈ ਬੰਦਾ ਨਹੀਂ ਸੀ ਜਿੰਨੇ ਇਹਦਾ ਧਰਮ ਲਿਆ ਹੋਵੇ। ਤਿੰਨੇ ਚਾਰੇ ਜਾਣੇ ਸੀ ਦੀਨ ਇਲਾਹੀ ਵਾਲੇ, ਹੋਰ ਕੋਈ ਵੀ ਨਹੀਂ ਸੀ। ਤੇ ਪਹਿਲੀ ਗੱਲ ਇਹ ਵੀ ਇਸ ਰਾਜੇ ਦੀ ਖਾਸੀਅਤ ਕਿ ਇਹਨੇ ਕਿਸੇ ਨੂੰ ਕੰਪੈਲ ਵੀ ਨਹੀਂ ਕੀਤਾ ਕਿ ਤੁਸੀਂ ਇਹ ਧਰਮ ਚਲੋ। ਠੀਕ ਆ, ਤਾਂ ਇਹਨੇ ਬੜੇ ਲੋਕਾਂ ਨਾਲ, ਈਵਨ ਕਿ ਇਹ ਤੀਸਰੇ ਗੁਰੂ ਅਮਰਦਾਸ ਨਾਲ ਵੀ ਮੀਟਿੰਗ ਕਰਕੇ ਆਇਆ ਸੀਗਾ ਉਸ ਕੰਟੈਕਸਟ 'ਚ। ਠੀਕ ਆ ਨਾ, ਸਪੈਸ਼ਲੀ ਇਹ ਗਿਆ ਸੀਗਾ ਗੋਇੰਦਵਾਲ ਸਾਹਿਬ। ਠੀਕ ਆ, ਕਿ ਬਈ ਸਾਰਾ ਰਿਜ਼ਲਟ ਚਤੌੜ ਦੀ ਲੜਾਈ ਤੋਂ ਜਦੋਂ ਵਾਪਸ ਆ ਰਿਹਾ ਸੀਗਾ, ਉਦੋਂ ਗੁਰੂ ਜੀ ਨੂੰ, ਤੀਸਰੇ ਗੁਰੂ ਨੂੰ ਮਿਲਣ ਵਾਸਤੇ ਉੱਥੇ ਗਿਆ। ਉੱਥੇ ਯਾਦ ਹੈ ਇੱਕ ਕਨਸੈਪਟ, ਜੇ ਤੁਸੀਂ ਸਿੱਖ ਇਤਿਹਾਸ ਪੜ੍ਹਿਆ ਹੋਵੇ, ਕਿ ਪਹਿਲਾਂ ਪੰਗਤ ਫਿਰ ਸੰਗਤ। ਸੋ ਉਹ ਦੀਨ ਇਲਾਹੀ ਦੇ ਕੰਟੈਕਸਟ 'ਚ ਹੀ ਉਹਨੇ ਜਿਹੜੇ ਲੀਡਰਸ ਉਹਨੂੰ ਉਹ ਆਪ ਮਿਲ ਕੇ ਆ ਸਕਿਆ, ਉੱਥੇ ਆਪ ਮਿਲ ਕੇ ਆਇਆ ਧਾਰਮਿਕ ਲੀਡਰਸ ਨੂੰ। ਕਈਆਂ ਨੂੰ ਉਹਨੇ ਆਪਣੇ ਫਤਿਹਪੁਰ ਸਿਕਰੀ ਬੁਲਾਇਆ ਜਿੱਥੇ ਇਹਨੇ ਆ ਸਾਰਾ ਕੰਪਲੈਕਸ ਬਣਾਇਆ ਸੀਗਾ। ਫਿਰ ਉੱਥੇ ਆ ਕੇ ਉਹਨੇ ਮਤਲਬ ਕਿ ਸ਼ੁਰੂ ਕੀਤਾ। ਤੇ ਇੱਥੇ ਦੱਸਿਆ ਹੋਇਆ ਉਹਨੇ ਕਿ ਆ ਜਿਹੜਾ ਨਵਾਂ ਰਿਲੀਜਨ ਸੀਗਾ, ਇਹਦੀਆਂ ਡਿਸਕਸ਼ਨਸ ਨੂੰ ਕਿਹਾ ਗਿਆ ਮੁਹਜ਼ਰਨਾਮਾ। ਠੀਕ ਆ, ਸੋ ਇਸੇ ਦੇ ਕਨਸੈਪਟ 'ਚ ਉਹਨੇ ਫਿਰ 1582 ਉਹਦੇ ਵਾਸਤੇ ਆ ਕੁਛ ਨਾਮ ਨੇ ਜਿਹੜੇ ਸਪੈਸ਼ਲੀ ਉਹਨੂੰ ਮਿਲਣ। ਈਸਾਈਆਂ ਵੱਲੋਂ ਕੌਣ ਗਿਆ, ਜੈਨ ਧਰਮ 'ਚੋਂ ਕੌਣ ਗਿਆ, ਪਾਰਸੀਆਂ 'ਚੋਂ ਕੌਣ ਗਿਆ ਤੇ ਹਿੰਦੂਆਂ 'ਚੋਂ ਕੌਣ ਗਿਆ। ਇਹ ਉਹ ਲੋਕ ਨੇ ਜਿਹੜੇ ਨੂੰ ਫਤਿਹਪੁਰ ਸਿਕਰੀ ਮਿਲ ਕੇ ਆਏ। 1582 'ਚ ਫਿਰ ਇਹਨੇ ਨਵਾਂ ਦੀਨ ਇਲਾਹੀ, ਤੌਹੀਦੀ ਇਲਾਹੀ, ਜੋ ਮਰਜ਼ੀ ਕਿਹਾ ਜਾ ਸਕਦਾ ਹੈ। ਇਹਦੇ ਕੁਛ ਜਿਹੜੇ ਫੋਲੋਅਰ ਸੀਗੇ ਅਬੁਲ ਫਜ਼ਲ, ਅਬੁਲ ਫੈਜ਼ੀ ਤੇ ਬੀਰਬਲ, ਬਸ ਆਹੀ ਤਿੰਨ ਲੱਭੇ ਆ। ਠੀਕ ਆ, ਆ ਤਿੰਨਾਂ ਤੋਂ ਬਿਨਾਂ ਇਹਦਾ ਕੋਈ ਕਿਸੇ ਨੇ ਹੋਰ ਧਰਮ ਅਡਾਪਟ ਨਹੀਂ ਕਰਿਆ। ਠੀਕ ਆ, ਕਿਸੇ ਨੂੰ ਕੋਈ ਡਾਊਟ ਇਹਦੇ 'ਚ ਹੋਣੀ ਨਹੀਂ ਚਾਹੀਦੀ। ਪਰ ਬਹੁਤ ਹੱਦ ਤੱਕ ਧਰਮ ਨੂੰ ਲੈ ਕੇ ਟੋਲਰੈਂਟ ਸੀਗਾ। ਰਿਲੀਜੀਅਸ ਪਾਲਿਸੀ ਬੜੀ ਜ਼ਿਆਦਾ ਜਿਹੜੀ ਸੀਗੀ ਉਹ ਸੌਫਟ ਸੀ। ਸਪੈਸ਼ਲੀ ਐਂਟੀ ਮੁਸਲਿਮ ਪਾਲਿਸੀ ਜਿਹੜੀ ਸੀ, ਨੌਨ ਮੁਸਲਿਮ ਸੀਗੇ ਜਿਹੜੇ, ਉਹਨਾਂ ਦੇ ਪ੍ਰਤੀ ਜਿਹੜੀ ਇਹਦੀ ਪਾਲਿਸੀ ਸੀਗੀ ਬੜੀ ਸੌਫਟ ਹਾਰਟਡ ਰਿਹਾ ਹੈ। ਗੱਲ ਇਹਦੇ 9 ਰਤਨਾਂ ਦੀ ਕਰਦੇ ਆ। ਠੀਕ ਆ, ਇਹਦੇ ਬਾਰੇ ਹੁਣ ਕੁਝ ਬਹੁਤਾ ਦੱਸਣ ਦੀ ਗੱਲ ਰਹਿ ਨਹੀਂ ਗਈ। ਪਰ ਹਾਂ, ਪੇਪਰ 'ਚ ਜੇ ਨੰਬਰ ਨਹੀਂ ਘਟਾਉਣਾ ਚਾਹੁੰਦੇ ਤੇ ਆ 9 ਦੇ 9 ਰਤਨ ਯਾਦ ਕਰ ਲਿਓ। ਕਿਉਂ? ਇਸ ਕਰਕੇ ਨਹੀਂ ਕਿ ਪੇਪਰ 'ਚ ਇਹ ਪੁੱਛਿਆ ਜਾਊਗਾ ਕਿ ਹੇਠ ਲਿਖਿਆ 'ਚੋਂ ਕਿਹੜਾ ਉਹਦਾ 9 ਰਤਨ ਨਹੀਂ ਸੀ। ਇਹ 9 ਰਤਨ ਆਪਣੇ ਆਪ 'ਚ ਹੀ ਖਾਸ ਨੇ। ਅਬੁਲ ਫਜ਼ਲ
ਜਿਹੜਾ ਕਿ ਜਿਹਦੇ ਬਾਰੇ ਕਿ ਮੈਂ ਦੱਸ ਹੀ ਚੁੱਕਿਆ ਠੀਕ ਆ ਕਿ ਇਹਨੇ ਈ ਨੇ ਅਕਬਰੀ ਤੇ ਅਕਬਰਨਾਮਾ ਪਰਸ਼ੀਅਨ ਭਾਸ਼ਾ 'ਚ 2 ਗ੍ਰੰਥ ਲਿਖੇ, ਗ੍ਰੰਥ ਕਹਿ ਲਓ ਜਾਂ ਕਿਤਾਬਾਂ ਕਹਿ ਲਓ, ਜਿਹੜੀਆਂ ਅਕਬਰ ਦੇ ਟਾਈਮਲਾਈਨ ਨੂੰ ਦੱਸਦੀਆਂ। ਅਨਪੜ੍ਹ ਸੀਗਾ ਅਕਬਰ, ਇਸ ਕਰਕੇ ਆਟੋਬਾਇਓਗ੍ਰਾਫੀ ਦੀ ਤਾਂ ਉਹਦੇ ਤੋਂ ਉਮੀਦ ਹੀ ਨਾ ਕਰਿਓ, ਉਹਦੀਆਂ ਬਾਇਓਗ੍ਰਾਫੀਜ਼ ਨੇ ਉਹ ਇਹਨੇ ਲਿਖੀਆਂ ਹੋਈਆਂ। ਅਬੁਲ ਫੈਜ਼ੀ ਉਹਦਾ ਭਰਾ ਹੀ ਸੀ ਅਬੁਲ ਫਜ਼ਲ ਦਾ, ਇਹਨੇ ਲੀਲਾਵਤੀ ਜਿਹੜਾ ਕਿ ਇੱਕ ਪੁਰਾਣਾ ਗ੍ਰੰਥ ਸੀਗਾ ਸਮ੍ਰਿਤੀ ਲਿਟਰੇਚਰ ਆ ਇਸ ਉਹਨਾਂ ਦਾ ਹਿੰਦੂਆਂ ਦਾ, ਉਹਨੂੰ ਪਰਸ਼ੀਅਨ ਭਾਸ਼ਾ 'ਚ ਕਨਵਰਟ ਕਰਿਆ ਹੈ ਤੇ ਮਹਾਭਾਰਤਾ ਵੀ ਇਹਨੇ ਫਾਰਸੀ ਭਾਸ਼ਾ 'ਚ ਕਨਵਰਟ ਕਰੀ ਹੈ। ਉਸ ਤੋਂ ਬਾਅਦ ਫਕੀਰ ਅਜ਼ੀਜ਼ੁਦੀਨ, ਠੀਕ ਆ। ਉਸ ਤੋਂ ਬਾਅਦ ਆ ਗਿਆ ਤਾਨਸੇਨ। ਮੇਨ ਗੱਲ ਇਹ ਆ ਕਿ ਤਾਨਸੇਨ ਜਿਹੜਾ ਸੀਗਾ, ਠੀਕ ਆ, ਉਹਦੀ ਸਭ ਤੋਂ ਵਧੀਆ ਖਾਸ ਗੱਲ ਕਿ ਜਿਹੜੀ ਉਹਨੇ 2 ਰਾਗ ਮੇਘ ਮਲਹਰ ਤੇ ਦੀਪਕ ਰਾਗ, ਠੀਕ ਆ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਜਦੋਂ ਉਹ ਇਹ ਰਾਗ ਚਗਾਉਂਦਾ ਸੀ, ਮੇਘ ਮਲਹਰ ਰਾਗ ਤਾਂ ਮੀਂਹ ਪੈਣ ਲੱਗ ਪੈਂਦਾ ਸੀ, ਦੀਪਕ ਰਾਗ ਤਾਂ ਬੁਝਿਆ ਦੀਪ ਜਗ ਜਾਂਦਾ ਸੀ। ਖੈਰ ਸਹੀ ਆ ਜਾਂ ਗਲਤ ਆ ਇਹ ਨਹੀਂ ਮੈਨੂੰ ਪਤਾ, ਬਟ ਕਹਾਣੀ ਸਹੀ ਕਲੀਅਰ ਆ ਕਿ ਇਹਦਾ ਬੇਸਿਕਲੀ ਮਨਸਬਦਾਰ ਸੀਗਾ, ਹਿੰਦੂ ਸੀਗਾ ਤਾਨਸੇਨ, ਰਾਜਾ ਉੱਥੋਂ ਦਾ ਸੀ ਗਵਾਲੀਅਰ ਦਾ, ਠੀਕ ਆ। ਅਗਲਾ ਆ ਗਿਆ ਰਾਜਾ ਬੀਰਬਲ ਜਾਂ ਮਹੇਸ਼ ਦਾਸ, ਠੀਕ ਆ। ਇਹਦੇ ਬਾਰੇ ਤਾਂ ਕਵਿਤਾ ਵੈਸੇ ਗੱਲਾਂ ਜ਼ਿਆਦੀਆਂ ਮਸ਼ਹੂਰ ਆ, ਠੀਕ ਆ, ਪਰ ਇੱਕ ਬੜਾ ਸਿਆਣਾ ਰਾਜਾ ਸੀਗਾ, ਸਿੱਖਾਂ ਨਾਲ ਰਿਲੇਸ਼ਨ ਬੜੇ ਖਰਾਬ ਸੀ ਇਹਦੇ, ਠੀਕ ਆ। ਸੋ ਐਂਟੀ ਸਿੱਖ ਸੀ, 5ਵੇਂ ਗੁਰੂ ਦੇ ਨਾਲ ਵੀ ਇਹਦੇ ਰਿਲੇਸ਼ਨ ਬੜੇ ਖਰਾਬ ਰਹੇ ਆ, ਠੀਕ ਆ। ਅਕਬਰ ਇਹਦੇ ਵੇਲੇ ਵੀ ਤੇ ਇਸ ਤੋਂ ਬਾਅਦ ਜਹਾਂਗੀਰ ਦਾ ਵੀ ਇਹ ਨਵਰਤਨ ਕਿਉਂਕਿ ਜਹਾਂਗੀਰ ਨੇ ਤਾਂ ਕੋਈ 9 ਰਤਨਾਂ ਦਾ ਕਨਸੈਪਟ ਨਹੀਂ ਨਾ ਦਿੱਤਾ, ਉਹਦੇ ਵੇਲੇ ਵੀ ਇਹ ਮਨਸਬਦਾਰ ਸੀਗਾ। ਉਹਦੇ ਵੇਲੇ ਫਿਰ ਜਦੋਂ ਸਿੱਖ ਗੁਰੂ ਦੇ ਨਾਲ 5ਵੇਂ ਗੁਰੂ ਨਾਲ ਇਹਦੇ ਬਿਲਕੁਲ ਤੂੰ ਮੈਂ ਹੋ ਗਈ ਸੀ, ਤਾਂ ਉਸ ਤੋਂ ਬਾਅਦ ਇਹ ਜਦੋਂ ਅੱਗੇ ਪਸ਼ਾਵਰ ਦੇ ਬਾਰਡਰ ਤੇ ਜਾਂ ਅਫਗਾਨਿਸਤਾਨ ਦੇ ਬਾਰਡਰ ਤੇ ਲੜਨ ਗਿਆ ਸੀਗਾ, ਜਿਹਨੂੰ ਉੱਤਰੀ ਪੱਛਮੀ ਫਰੰਟ ਕਹਿ ਦਿੰਦੇ ਆਪਾਂ, ਉਸ ਬਾਰਡਰ ਤੇ ਲੜਦਾ ਮਰ ਗਿਆ ਸੀਗਾ, ਠੀਕ ਹੈ। ਇਸ ਕਰਕੇ ਇਹ ਮਤਲਬ ਕਿ 5ਵੇਂ ਗੁਰੂ ਨੂੰ ਜਿਸ ਤਰੀਕੇ ਨਾਲ ਧਮਕੀ ਦੇ ਕੇ ਗਿਆ ਸੀ ਸਿੱਖਾਂ ਨੂੰ ਲਾਹੌਰ 'ਚ, ਤੇ ਉਸ ਤੋਂ ਬਾਅਦ ਕਹਿੰਦਾ ਸੀ ਮੈਂ ਆਉਂਦੀ ਵਾਰ ਦੇਖੂੰਗਾ, ਫਿਰ ਆਉਂਦੀ ਵਾਰ ਕੀ ਦੇਖਣਾ ਸੀ, ਇਹਨੇ ਆਇਆ ਹੀ ਨਹੀਂ ਫਿਰ ਇਹ, ਠੀਕ ਆ, ਕਿਉਂਕਿ ਉਸੇ ਫਰੰਟ ਤੇ ਇਹਦੀ ਡੈਥ ਹੋ ਗਈ ਸੀ। ਰਾਜਾ ਟੋਡਰਮੱਲ ਦੱਸਣ ਦੀ ਲੋੜ ਹੀ ਨਹੀਂ ਕਿ ਇਹ ਕੌਣ ਸੀਗਾ, ਬਸ ਇਹਨੇ ਸ਼ੇਰ ਸ਼ਾਹ ਸੂਰੀ ਦੇ ਅੰਡਰ ਕੰਮ ਕੀਤਾ ਸੀ। ਮੈਨੂੰ ਨਹੀਂ ਲੱਗਦਾ ਕਿ ਟੋਡਰਮੱਲ ਬਾਰੇ ਦੱਸਣਾ ਪਊਗਾ ਹੁਣ, ਠੀਕ ਆ। ਆਪਾਂ ਨੂੰ ਬੰਦੋਬਸਤ ਸਿਸਟਮ, ਜ਼ਬਤੀ ਸਿਸਟਮ, ਕਨਕੂਤ ਸਿਸਟਮ, ਦਸ਼ਾਲਾ ਸਿਸਟਮ ਸਾਰਾ ਇਹਦਾ ਹੀ ਸਿਸਟਮ ਆ। ਰਾਜਾ ਮਾਨ ਸਿੰਘ ਦੱਸਣ ਦੀ ਲੋੜ ਹੀ ਨਹੀਂ ਕਿ ਇਹਨੇ ਕੀ ਕੰਟਰੀਬਿਊਟ ਕੀਤਾ ਹੈ। ਅਬਦੁਰ ਰਹੀਮ ਖਾਨੇ ਖਾਨਾ, ਬਹਿਰੇਮ ਖਾਨ ਦਾ ਮੁੰਡਾ, ਯਾਦ ਆ ਨਾ, ਜਿਹਦੀ ਵਾਈਫ ਨਾਲ ਬਾਅਦ ਚ ਅਕਬਰ ਨੇ ਮੈਰਿਜ ਕਰਵਾਈ ਸੀ ਤੇ ਇਹਨੂੰ ਆਪਣੇ ਮੁੰਡੇ ਦੇ ਤੌਰ ਤੇ ਅਡਾਪਟ ਕਰ ਲਿਆ ਸੀਗਾ, ਠੀਕ ਆ। ਇਹਨੇ ਬਾਬਰਨਾਮਾ ਨੂੰ ਚਟਕਈ ਤਰਕੀ ਚੋਂ ਟ੍ਰਾਂਸਲੇਟ ਕੀਤਾ ਸੀ, ਬਾਬਰ ਪੜਾਉਣ ਵੇਲੇ ਵੀ ਗੱਲ ਦੱਸੀ ਆ, ਤੇ ਉਸ ਤੋਂ ਬਾਅਦ ਵੀ ਕਈ ਵਾਰੀ ਇਹਦਾ ਜ਼ਿਕਰ ਆਇਆ ਕਿ ਇਹ ਬਹਿਰੇਮ ਖਾਨ ਦਾ ਮੁੰਡਾ ਸੀਗਾ। ਉਸ ਤੋਂ ਬਾਅਦ ਮਿਰਜ਼ਾ ਅਜ਼ੀਜ਼ ਕੋਕਾ, ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਕਿ ਇਹਨੇ ਗੁਜਰਾਤ ਤੇ ਉਸ ਤੋਂ ਬਾਅਦ ਬੰਗਾਲ ਨਹੀਂ, ਸ਼ਾਇਦ ਬੰਗਾਲ ਵਾਲੇ ਪਾਸੇ ਨੇ ਕਿਸੇ ਹੋਰ ਨੂੰ ਭੇਜਿਆ, ਤੁਸੀਂ ਚੈੱਕ ਕਰਿਓ। ਇਸ ਤੋਂ ਬਾਅਦ ਨਾਰਥ ਵੈਸਟ ਫਰੰਟੀਅਰ, 2 ਜਗ੍ਹਾ ਤੇ ਇਹਨੇ ਦੇ ਰਿਵੋਲਟ ਜਿਹੜੇ ਸਪਰੈਸ ਕਰਾਇਆ ਮਿਰਜ਼ਾ ਅਜ਼ੀਜ਼ ਕੋਕਾ ਨੇ, ਠੀਕ ਆ। ਸੋ ਇਹ ਅਕਬਰ ਦੇ ਉਹ 9 ਰਤਨ ਹੋ ਗਏ। ਹੁਣ ਤੱਕ ਜੇ ਕੋਈ ਮੈਨੂੰ ਪੁੱਛੇ ਕਿ ਆਪਾਂ ਇਹਨੂੰ ਕਿਵੇਂ ਕੰਪਲੀਟ ਕੀਤਾ ਮੈਡੀਵਲ ਹਿਸਟਰੀ ਨੂੰ, ਦੇਖੋ ਬਾਬਰ ਤੋਂ ਬਾਅਦ ਹਮਾਯੂ ਤੋਂ ਬਾਅਦ ਸ਼ੇਰਸ਼ਾਹ, ਤੇ ਸ਼ੇਰਸ਼ਾਹ ਤੋਂ ਬਾਅਦ ਕੌਣ ਆ ਗਿਆ, ਅਕਬਰ, ਠੀਕ ਆ। ਇਹ ਚੀਜ਼ ਹੋ ਗਈ ਆਪਣੇ ਕੋਲ। ਇਸ ਤੋਂ ਪਹਿਲਾਂ ਆਪਾਂ ਦਿੱਲੀ ਸਲਤਨਤ ਦੀ ਗੱਲ ਕਰੀਏ। ਦਿੱਲੀ ਸਲਤਨਤ ਸਭ ਤੋਂ ਪਹਿਲਾਂ ਗੁਲਾਮ ਵੰਸ਼ ਯਾਨੀ ਕਿ ਸਲੇਵਸ, ਫਿਰ ਤੁਗਲਕ ਵੰਸ਼ ਨਹੀਂ ਖਿਲਜੀ ਵੰਸ਼, ਫਿਰ ਤੁਗਲਕਸ, ਫਿਰ ਸੈਯਦਸ, ਫਿਰ ਲੋਧੀਜ਼, ਠੀਕ ਆ। ਇਹ ਤਾਂ ਹੈਗੀ ਆ PSSB ਟਾਈਪ ਕਿ PPSC ਪਲੱਸ PSSB। ਜਦੋਂ ਮੈਂ ਇਹਦੇ 'ਚ PCS ਪਲੱਸ IS ਦਾ ਤੜਕਾ ਐਡ ਕਰਤਾ ਤਾਂ ਉਹਨਾਂ ਦਾ ਪ੍ਰੀ ਦਾ ਸਿਲੇਬਸ ਵੀ ਵੱਧ ਜਾਂਦਾ ਹੈ, ਉਹਨਾਂ ਦਾ ਆਬਜੈਕਟਿਵ ਸਿਲੇਬਸ ਵੀ ਵੱਧ ਜਾਂਦਾ ਹੈ। ਉਹ ਇਸ ਤੋਂ ਉੱਪਰਲੀ ਹਿਸਟਰੀ ਤੇ ਵੀ ਧਿਆਨ ਦੇਣਗੇ। ਉਹ ਇਸ ਤੋਂ ਉੱਪਰਲੀ ਹਿਸਟਰੀ ਕਿਹੜੀ ਤੇ ਧਿਆਨ ਦੇਣਗੇ, ਅਰਲੀ ਮੈਡੀਵਲ 'ਚ ਸਾਊਥ ਇੰਡੀਅਨ ਵੀ ਆ। ਕੁਝ ਲੈਕਚਰਸ ਤਾਂ ਮੈਂ ਅਪਲੋਡ ਕਰਤੇ ਆ ਤੇ ਕੁਝ ਅੱਗੇ ਅਪਲੋਡ ਕਰਨੇ ਆ, ਠੀਕ ਆ। ਹਾਂ, ਉਸ ਤੋਂ ਬਾਅਦ ਅਗਲੀ ਚੀਜ਼ ਕੀ ਆਊਗੀ ਆਪਣੇ ਕੋਲ, ਇਹ ਅਕਬਰ ਤੋਂ ਬਾਅਦ ਆਊਗਾ ਜੀ ਆਪਣੇ ਕੋਲ ਜਹਾਂਗੀਰ, ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ। ਫਿਰ ਇਸ ਤੋਂ ਬਾਅਦ ਅੱਗੇ ਆਪਣੇ ਕੋਲ ਆਊਗਾ ਬਹਾਦਰ ਸ਼ਾਹ ਤੋਂ ਲੈ ਕੇ ਬਹਾਦਰ ਸ਼ਾਹ, ਮਤਲਬ 1707 ਵਾਲੇ ਬਹਾਦਰ ਸ਼ਾਹ ਤੋਂ ਲੈ ਕੇ 1857 ਵਾਲਾ ਬਹਾਦਰ ਸ਼ਾਹ। ਉਸ ਤੋਂ ਬਾਅਦ ਆਊਗਾ ਭਗਤੀ ਤੇ ਸੂਫੀ ਮੂਵਮੈਂਟ, ਅੱਗੇ ਆਪਣੇ ਕੋਲ ਆਊਗਾ ਭਗਤੀ ਤੇ ਸੂਫੀ ਮੂਵਮੈਂਟ, ਠੀਕ ਆ। ਸੋ ਇਹ ਮੇਨ ਤੌਰ ਤੇ ਆਪਣੀ ਮੈਡੀਵਲ ਹਿਸਟਰੀ ਦਾ ਉਹ ਪਾਰਟ ਆ ਜਿਹੜਾ ਆਪਣਾ ਫੁੱਲ ਬੈਚ 'ਚ ਜਾਊਗਾ। ਜੇ ਇਸ ਤੋਂ ਵੱਧ ਕੇ ਬਾਕੀ ਕੁਝ ਹੋਊਗਾ ਤਾਂ ਉਹ ਆਪਾਂ ਨੂੰ ਕਰਨ ਦੀ ਲੋੜ ਨਹੀਂ, ਉਹ ਰਿਮੂਵ ਹੋ ਜਾਊਗਾ। ਪਰ ਆ ਆਪਣਾ ਮੇਨ ਕੰਮ ਸਿਰਫ ਇੰਨਾ ਕਾ ਕਿ ਇਹ ਦਿੱਲੀ ਸਲਤਨਤ ਤੋਂ ਲੈ ਕੇ ਇਹ PPSC ਨੇ PCS ਦੇ ਸਿਲੇਬਸ 'ਚ ਵੀ ਆਹੀ ਮੈਂਸ਼ਨ ਕੀਤਾ ਹੈ। ਪਰ ਜਿਹੜਾ PPSC ਵਾਲੇ ਆਪਣੇ ਮੇਨਸ ਦੇ ਪੇਪਰ 'ਚ ਪਾਉਂਦੇ ਆ ਨਾ,
ਜਾਂ ਉਹ ਆਪਣੇ ਕਿਸੇ ਵੀ ਪੇਪਰ 'ਚ ਆਪਾਂ ਕੰਸੀਡਰ ਡਾਊਟ ਕਰ ਹੀ ਨਹੀਂ ਸਕਦੇ। IAS ਵਾਲੇ ਆਪਣਾ ਸਿਲੇਬਸ ਜਿਹੜਾ ਹੈ ਉਹ ਸ਼ੁਰੂ ਕਰਦੇ ਆ 7ਵੀਂ ਸੈਂਚਰੀ ਤੋਂ। PPSC ਦਾ PCS ਦਾ ਸਿਲੇਬਸ ਜਿਹੜਾ ਹੈ ਉਹ ਸ਼ੁਰੂ ਹੁੰਦਾ ਦਿੱਲੀ ਸਲਤਨਤ ਤੋਂ। ਸੋ ਉਹਨਾਂ ਨੂੰ ਤੇ ਸਾਰਾ ਹੀ PCS IAS ਵਾਲਿਆਂ ਨੂੰ ਤੇ ਓਵਰਆਲ ਸਾਰਾ ਹੀ ਕਰਾਉਣਾ ਪਊਗਾ, ਠੀਕ ਆ। ਜਿੰਨਾ ਉਹਨਾਂ ਦੇ 2 ਫੋਲਡਰ ਬਣ ਜਾਣਗੇ ਇਹਦੇ 'ਚ ਮੈਡੀਵਲ 'ਚ, ਇੱਕ ਪ੍ਰੀ ਇੱਕ ਮੇਨਸ। ਮੇਨਸ ਦੇ ਫੋਲਡਰ ਦਾ ਨਾਮ ਮੇਨਸ ਨਹੀਂ ਹੋਊਗਾ, ਬਸ ਮੈਡੀਵਲ ਹਿਸਟਰੀ ਦੇ ਅੰਦਰ ਉੱਥੇ ਲਿਖਿਆ ਜਾਊਗਾ ਆਰਟ ਐਂਡ ਕਲਚਰ। ਆਰਟ ਐਂਡ ਕਲਚਰ ਲਿਖਣ ਦਾ ਮਤਲਬ ਆ ਮੇਨਸ ਓਰੀਐਂਟਡ ਆ। ਹਾਂ ਮੇਨਸ ਦੇ ਵਿੱਚੋਂ ਪ੍ਰੀ ਦੇ ਸਵਾਲ ਬਣ ਸਕਦੇ ਆ ਕਿ ਨਹੀਂ ਇਹ ਤਾਂ ਤੁਸੀਂ ਗੱਲ ਹੀ ਛੱਡ ਦਿਓ। ਇਹ ਤਾਂ ਮੈਂ ਬੜੀ ਵਾਰ ਕਹਿ ਚੁੱਕਿਆ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਮੇਨਸ ਦੇ ਐਂਗਲ ਤੋਂ ਪੜ੍ਹ ਲੈਂਦੇ ਆ ਨਾ, ਉਹ ਤਾਂ ਬਾਅਦ 'ਚ ਪਤਾ ਲੱਗਦਾ ਜੀ ਕਿ ਉਹ ਪ੍ਰੀ ਦੇ ਕਿੰਨੇ ਸਵਾਲ ਬਣਾਈ ਬੈਠੇ ਆ ਉਹ। ਸੋ ਆਹ ਇੱਕ ਕਹਾਣੀ ਆ ਜਿਹੜੀ ਕਿ ਸਾਨੂੰ ਪਤਾ ਹੋਣੀ ਚਾਹੀਦੀ ਹੈ। ਇਸ ਤੋਂ ਅਗਲੇ ਲੈਕਚਰ 'ਚ ਜੋ ਅਸੀਂ ਕੈਰੀ ਕਰਾਂਗੇ ਦੈਟ ਇਜ਼ ਫਰੋਮ ਜਹਾਂਗੀਰ ਟੂ ਔਰੰਗਜ਼ੇਬ। ਸ਼ਾਇਦ ਉਹਦੇ ਜਿੰਨਾ ਕੋ ਵੱਡਾ ਲੈਕਚਰ ਹੈਗਾ ਹੈ ਉਹਦੇ 2 ਲੈਕਚਰ ਬਣਨਗੇ ਸਾਡੇ ਹੁਣ, ਠੀਕ ਆ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਹਾਂ।